ਅਸੀਂ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਹੈ ਖਬਰਾਂ ਵਾਲਾ। ਇਸ ਪ੍ਰੋਗਰਾਮ 'ਚ ਅਸੀਂ ਕੁਝ ਇੱਕ ਖਬਰਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ, ਅਤੇ ਉਹਨਾਂ ਦੇ ਬਾਰੇ 'ਚ ਕਰਦੇ ਹਾਂ ਟੀਕਾ ਟਿੱਪਣੀ। ਅੱਜ ਇੱਕ ਵਾਰ ਫਿਰ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ ਸਰਦਾਰ ਨਿਰਮਲ ਸਿੰਘ ਜੀ ਖੱਖ, ਜੋ ਕਿ ਸਾਹਿਤਕ ਪਿੰਡ ਨਡਾਲਾ ਦੇ ਪ੍ਰਧਾਨ ਨੇ। ਸਭ ਤੋਂ ਪਹਿਲਾਂ ਸਰਦਾਰ ਖੱਖ ਜੀ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਖਬਰਾਂ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਚੱਲਦੇ ਹਾਂ, ਅਤੇ ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ, ਜਿੱਥੋਂ ਕਿ ਸਮਝਿਆ ਜਾਂਦਾ ਕਿ ਪੰਜਾਬੀਆਂ ਦੀ ਬੜੀ ਭਰੀ ਵਸੋਂ ਹੈ ਜੀ, ਉੱਥੇ ਭਰਵੀਂ ਵਸੋਂ ਹੈ। ਸੋ ਭਰਵੀਂ ਵਸੋਂ ਵਾਲਾ ਉਹ ਇਲਾਕਾ ਹੋਣ ਦੇ ਨਾਤੇ ਕਈ ਵਾਰੀ ਇਹੋ ਜਿਹੀ ਝਲਕ ਮਿਲਦੀ ਹੈ ਕਿ ਇਹ ਦੂਸਰਾ ਪੰਜਾਬ ਹੈ। ਸੋ ਦੂਸਰਾ ਪੰਜਾਬ ਹੈ, ਅਤੇ ਫਿਰ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ, ਅਤੇ ਉੱਥੇ ਵੀ ਕਈ ਲੋਕਾਂ ਦੀਆਂ ਸਮੱਸਿਆਵਾਂ ਅਜਿਹੀਆਂ ਹੀ ਨੇ। ਇੱਕ ਪੰਜਾਬਣ ਦੀ ਜੀ ਸੜ ਕੇ ਮੌਤ ਹੋਣ ਦੀ ਖਬਰ ਆਈ ਹੈ ਸਰਦਾਰ ਖੱਖ ਜੀ। ਘਰ ਦੇ ਵਿੱਚ ਹੀ ਇਸ ਔਰਤ ਦੀ ਜੋ ਲਾਸ਼ ਹੈ ਇਹ ਸੜੀ ਹੋਈ ਮਿਲੀ ਹੈ। ਹਾਲੇ ਕਿ 3 ਬੱਚਿਆਂ ਦੀ ਮਾਂ ਸੀਗੀ, 43 ਕੁ ਸਾਲ ਇਸ ਦੀ ਉਮਰ ਸੀ। ਤਿੰਨੇ ਬੱਚੇ ਸਕੂਲ ਗਏ ਹੋਏ ਸੀਗੇ। ਇਸ ਦਾ ਜੋ ਪਤੀ ਸੀਗਾ ਉਹ ਕੰਮ 'ਤੇ ਗਿਆ ਹੋਇਆ ਸੀਗਾ। ਸੋ ਪਤਾ ਲੱਗਾ ਕਿ ਇਸ ਔਰਤ ਨੇ ਖੁਦਕੁਸ਼ੀ ਕੀਤੀ ਹੈ। ਪਰ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦੀ ਘਟਨਾ ਵਾਪਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਕੰਨ ਰਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਦੀਆਂ ਨੇ। ਸਮਝਿਆ ਜਾ ਰਿਹਾ ਕਿ ਘਰ ਦੇ ਵਿੱਚ ਬੜਾ ਕਲੇਸ਼ ਰਹਿੰਦਾ ਸੀਗਾ। ਸੋ ਇਸ ਔਰਤ ਨੇ ਘਰ ਦੇ ਵਿੱਚ ਕਲੇਸ਼ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਪਰ ਦੂਸਰੇ ਪਾਸੇ ਇਸ ਦੇ ਪਤੀ ਦਾ ਕਹਿਣਾ ਕਿ ਘਰ ਦੇ ਵਿੱਚ ਕੋਈ ਇਹੋ ਜਿਹੀ ਤਕਲੀਫ ਨਹੀਂ ਸੀਗੀ। ਸੋ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਉਸ ਦੀ ਮੌਤ ਹੋਈ ਹੈ। ਪਰ ਫਿਰ ਵੀ ਕੈਨੇਡਾ ਦੇ ਸ਼ਹਿਰ ਸਰੀ ਤੋਂ ਅਜਿਹੀ ਖਬਰ ਆਉਣਾ ਕਿ ਪੰਜਾਬਣ ਦੀ ਉੱਥੇ ਅੱਗ ਦੇ ਨਾਲ ਸੜ ਕੇ ਝੁਲਸ ਕੇ ਮੌਤ ਹੋਈ ਹੈ, ਅਤੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜੀ। ਚੌਲ ਸਾਹਿਬ, ਗੱਲ ਇਹ ਆ ਕਿ ਬੇਸ਼ੱਕ ਅਸੀਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਚੁੱਕੇ ਹਾਂ, ਹਾਂਜੀ, ਅਤੇ ਜਿਹੜੇ ਸਾਡੇ ਨਿੱਜੀ ਮਸਲੇ ਆ ਉਹ ਜਿਉਂ ਦੇ ਤਿਉਂ ਜਿੱਥੇ ਮਰਜ਼ੀ ਅਸੀਂ ਚਲੇ ਜਾਈਏ ਉਹ ਸਾਡੇ ਨਾਲ ਹੀ ਜਾਂਦੇ ਆ। ਹਾਂਜੀ, ਖਾਸ ਤੌਰ 'ਤੇ ਜਿਹੜੀ ਕਲਾ ਕਲੇਸ਼ ਵਾਲੀ ਗੱਲ ਅਸੀਂ ਕਰਦੇ ਹਾਂ, ਤੁਸੀਂ ਆਮ ਤੌਰ 'ਤੇ ਵੇਖਿਆ ਹੋਣਾ ਉੱਧਰ ਬਾਹਰ ਵੀ ਇਹ ਗੋਰੇ ਲੋਕਾਂ ਜਾਂ ਹੋਰ ਕੌਮਾਂ ਦੇ ਵਿੱਚ ਇਹੋ ਜਿਹੇ ਕਲੇਸ਼ ਸ਼ਾਇਦ ਦੇਖਣ ਨੂੰ ਘੱਟ ਮਿਲਦੇ ਆ ਜਿੰਨੇ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ, ਖਾਸ ਤੌਰ 'ਤੇ ਜਾਂ ਅਸੀਂ ਭਾਰਤੀ ਭਾਈਚਾਰੇ ਦੇ ਵਿੱਚ ਜ਼ਿਆਦਾ ਮਿਲਦੇ ਆ। ਅਸੀਂ ਕਈ ਵਾਰੀ ਤਾਂ ਇਹ ਆ ਵੀ ਆਪਣਾ ਨਹੀਂ ਤੇ ਗੁਆਂਢੀਆਂ ਦਾ ਫਿਕਰ ਜ਼ਿਆਦਾ ਕਰਦੇ ਹਾਂ। ਸੋ ਜਿਹੜੀ ਗੱਲ ਇਹ ਪਰਿਵਾਰਕ ਕਲੇਸ਼ ਤੋਂ ਹੀ ਦੀ ਹੀ ਉਪਜ ਆ ਜਿਹੜਾ ਉਸ ਨੂੰ ਖੁਦਕੁਸ਼ੀ ਕੀਤੀ ਆ। ਬੇਸ਼ੱਕ ਘਰ ਦੇ ਇਸ ਗੱਲ ਤੋਂ ਪੱਲਾ ਝਾੜਦੇ ਆ ਕਿ ਇਹੋ ਜਿਹੀ ਘਰ ਦੇ ਵਿੱਚ ਕੋਈ ਗੱਲ ਨਹੀਂ ਸੀ। ਜੇ ਗੱਲ ਕੋਈ ਵੀ ਨਹੀਂ ਸੀ ਤਾਂ ਫਿਰ ਮੇਰਾ ਖਿਆਲ ਆ ਕਿ ਘੁੱਗਵਸ ਦੇ ਪਰਿਵਾਰ ਦੇ ਵਿੱਚ ਉਸ ਔਰਤ ਨੂੰ ਮਰਨ ਦੀ ਕੋਈ ਜ਼ਰੂਰਤ ਨਹੀਂ ਸੀ। ਕਾਰਨ ਕੋਈ ਨਾ ਕੋਈ ਜ਼ਰੂਰ ਹੋਏਗਾ, ਜਿਸ ਕਰਕੇ ਉਹਨੂੰ ਇਹ ਇੱਥੋਂ ਤੱਕ ਇਹ ਬੜਾ ਕੌੜਾ ਅਤੇ ਮਤਲਬ ਕਿ ਔਖਾ ਜਿਹੜਾ ਜ਼ਿੰਦਗੀ ਇੱਕ ਆਪਣੇ ਆਪ ਦੀ ਬਰਬਾਦ ਕਰਨ ਦਾ ਫੈਸਲਾ ਲੈਣਾ ਪਿਆ। ਸੋ ਇਹ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਚਾਹੇ ਬਾਹਰ ਚਲੇ ਜਾਈਏ ਚਾਹੇ ਇੱਥੇ ਰਹੀਏ, ਸਾਡੇ ਜਿਹੜੇ ਪਰਿਵਾਰਕ ਝਗੜੇ ਆ ਇਹ ਅਸੀਂ ਇਸ ਉਲਝਣ 'ਚੋਂ ਅਜੇ ਮੇਰਾ ਖਿਆਲ ਆ ਕਿ ਬਹੁਤ ਟਾਈਮ ਲੱਗੇਗਾ ਜਦੋਂ ਅਸੀਂ ਨਿਕਲਾਂਗੇ। ਕਾਰਨ ਇਹੀ ਆ ਕਿ ਸਾਡੀਆਂ ਜਿਹੜੀਆਂ ਕੁਝ ਪਰਿਵਾਰਕ ਹੁੰਦੀਆਂ, ਕੁਝ ਰਿਸ਼ਤੇਦਾਰਾਂ ਦੀਆਂ ਹੁੰਦੀਆਂ, ਕੁਝ ਇੱਧਰ ਉੱਧਰ ਦੀਆਂ ਹੁੰਦੀਆਂ, ਇਹ ਉਲਝਣਾਂ ਜਿਹੜੀਆਂ ਇਹ ਸਾਨੂੰ ਇੱਥੋਂ ਇਹ ਗੱਲਾਂ 'ਤੇ ਕਰਨ ਲਈ ਮਜਬੂਰ ਕਰਦੀਆਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਆ ਇਹ ਕਲਾ ਕਲੇਸ਼ ਜਿਹੜਾ ਆ ਇਹਦੀ ਬਦੌਲਤ ਹੀ ਸਾਰਾ ਕੁਛ ਹੁੰਦਾ। ਜਿਵੇਂ ਕਿ ਪੰਜਾਬ ਦੇ ਵਿੱਚ ਆਮ ਤੌਰ 'ਤੇ ਖਬਰਾਂ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਇਸੇ ਤਰ੍ਹਾਂ ਹੀ ਇਹ ਉਸੇ ਘੜੀ ਦੇ ਵਿੱਚੋਂ ਹੀ ਇਹ ਕੈਨੇਡਾ ਤੋਂ ਇੱਥੇ ਪਹੁੰਚੀ ਖਬਰ ਦਾ ਹੀ ਇੱਕ ਇਹ ਸਿੱਟਾ ਹੈ ਜੀ। ਸਰਦਾਰ ਖੱਖ ਜੀ, ਆਪਾਂ ਪੰਜਾਬ ਸਾਡੇ ਲੋਕ ਛੱਡਦੇ ਨੇ, ਭਾਰਤ ਸਾਡੇ ਲੋਕ ਛੱਡਦੇ ਨੇ ਜੀਵਨ ਕੋਈ ਬਿਹਤਰ ਆਪਣਾ ਕਰਨ ਦੇ ਲਈ, ਪਰ ਆਪਾਂ ਦੇਖ ਰਹੇ ਹਾਂ ਕਿ ਕਿਸ ਕਿਸਮ ਦੀਆਂ ਖਬਰਾਂ ਉਹਨਾਂ ਧਰਤੀਆਂ ਤੋਂ ਆਉਂਦੀਆਂ ਨੇ ਜਦੋਂ ਕਿ ਲੋਕ ਉੱਥੇ ਜਾਂਦੇ ਨੇ। ਪਰ ਇੱਕ ਤਰੀਕੇ ਦੇ ਨਾਲ ਆਪਣੇ ਸੁਭਾਅ, ਆਪਣਾ ਚੱਜ ਆਚਾਰ ਨਾ ਬਦਲਦੇ ਹੋਣ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਕਿਹੜੇ ਕਾਰਨਾਂ ਕਰਕੇ ਉੱਥੋਂ ਦੇ ਮੂਲ ਵਸਨੀਕਾਂ ਨੂੰ ਮਿਲੀ ਹੋਈ ਹੈ ਬਿਹਤਰ ਜ਼ਿੰਦਗੀ, ਉਹਨਾਂ ਦੀ ਘੋਖ ਪੜਤਾਲ ਨਹੀਂ ਕੀਤੀ ਜਾਂਦੀ। ਜਿਹੜੀਆਂ ਸੋਚਾਂ ਦਿਮਾਗਾਂ ਦੀਆਂ ਇੱਧਰ ਉੱਧਰ ਦੀਆਂ ਸਕੀਮਾਂ ਹੈ ਜੀ, ਇੱਥੇ ਲੋਕ ਬੈਠੇ ਘੜਦੇ ਰਹਿੰਦੇ ਨੇ, ਉੱਥੇ ਜਾ ਕੇ ਵੀ ਉਸੇ ਕਿਸਮ ਦਾ ਆਪਣਾ ਚੱਜ ਆਚਾਰ ਰੱਖਦੇ ਨੇ, ਜਿਸ ਕਰਕੇ ਕਿ ਘਰਾਂ ਦੇ ਕਲੇਸ਼ ਹੈ ਜੀ। ਇੱਥੇ ਕਾਨੂੰਨੀ ਮਾਰ ਕਈ ਵਾਰੀ ਬਹੁਤੀ ਉਨੀ ਜ਼ਿਆਦਾ ਨਾ ਪੈਂਦੀ ਹੋਣ ਕਰਕੇ ਮਰਦ ਪ੍ਰਧਾਨ ਸਮਾਜ ਹੈ, ਸੋ ਬਹੁਤ ਵਾਰ ਔਰਤ ਨੂੰ ਦਬ ਕੇ ਰਹਿਣਾ ਪੈਂਦਾ ਹੈ। ਕਈ ਸਾਰੇ ਦੁੱਖਾਂ ਕਲੇਸ਼ਾਂ ਦੇ ਵਿੱਚ ਉਸ ਨੂੰ ਸਬਰ ਦਾ ਘੁੱਟ ਭਰਨਾ ਪੈਂਦਾ ਹੈ। ਪਰ ਅਜਿਹੇ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਕਿ ਬਰਾਬਰਤਾ ਦਾ ਹੱਕ ਪ੍ਰੈਕਟੀਕਲੀ ਅਮਲੀ ਰੂਪ ਦੇ ਵਿੱਚ ਸਮਾਜ ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ, ਅਤੇ ਹਰ ਪਾਸੇ ਉਹ ਇੱਕ ਤਰੀਕੇ ਦੇ ਨਾਲ ਉਸ ਕਾਨੂੰਨ ਦਾ ਅਸਰ ਵੀ ਦੇਖਣ ਨੂੰ ਨਜ਼ਰ ਮਿਲਦਾ ਹੈ। ਪਰ ਸਾਡੇ ਪੰਜਾਬੀ ਸਮਾਜਾਂ ਦੇ ਵਿੱਚ, ਖਾਸ ਤੌਰ 'ਤੇ ਪੰਜਾਬੀ ਸਾਡੇ ਉੱਥੇ ਘਰਾਂ ਦੇ ਵਿੱਚ ਜਿਹੋ ਜਿਹੇ ਕਲੇਸ਼ ਇੱਥੇ ਨੇ ਉਹੋ ਜਿਹੇ ਕਲੇਸ਼ ਇੱਥੇ ਨੇ। ਪਰ ਕਿਉਂ ਨਹੀਂ ਇਹ ਸਮਝਿਆ ਜਾਂਦਾ ਕਿ ਜੇ ਅਸੀਂ ਵਿਦੇਸ਼ ਜਾਣਾ ਚਾਹੁੰਦੇ ਹਾਂ ਬਿਹਤਰ ਜ਼ਿੰਦਗੀ ਦੇ ਲਈ, ਤਾਂ ਕੁਦਰਤੀ ਤੌਰ 'ਤੇ ਕਿ ਸਾਨੂੰ ਆਪਣੀ ਸੋਚ ਵੀ ਬਿਹਤਰ ਕਰਨੀ ਪਏਗੀ। ਜੌਲ ਸਾਹਿਬ, ਇਹ ਗੱਲ ਬਿਲਕੁਲ ਠੀਕ ਆ ਤੁਹਾਡੀ, ਪਰ ਮੈਂ ਦੇਖਦਾ ਕਿ ਜਿਵੇਂ ਤੁਸੀਂ ਆਮ ਤੌਰ 'ਤੇ ਕਹਿੰਦੇ ਹੋ ਕਿ ਸਾਡਾ ਪੰਜਾਬ 'ਤੇ ਪੱਛਮੀ ਸੱਭਿਅਤਾ ਦਾ ਜਿਹੜਾ ਅਸਰ ਹੋ ਗਿਆ,
ਅਸੀਂ ਨੈਗੇਟਿਵ ਪੁਆਇੰਟ ਤੋਂ ਸੋਚੀਏ ਤਾਂ ਅਸਰ ਹੋਇਆ, ਚੰਗੇ ਤੋਂ ਨਹੀਂ ਹੋਇਆ। ਇਸੇ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਉੱਧਰ ਚੰਗੀਆਂ ਲੋਕਾਂ ਨੇ ਗੱਲਾਂ ਨਹੀਂ ਸਿੱਖੀਆਂ, ਮਾੜੀਆਂ ਜਿਹੜੀਆਂ ਉਹ ਸਾਡੀਆਂ ਨਾਲ ਹੀ ਰਹੀਆਂ। ਸੋ ਇਸੇ ਕਰਕੇ ਜਿਹੜਾ ਸਾਰਾ ਕੁਝ ਹੋ ਰਿਹਾ ਇੱਕ ਤਰ੍ਹਾਂ ਦਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਆ, ਇਹ ਸਾਡਾ ਪੰਜਾਬ ਦੇ ਵਿੱਚ ਸਾਡੀ ਬਿਰਤੀ ਵੀ ਉੱਥੇ ਇਹੋ ਜਿਹੀ ਆ ਜਿਹੋ ਜਿਹੀ ਪੰਜਾਬ ਦੇ ਵਿੱਚ ਆ। ਕਈ ਪਰਿਵਾਰ ਜਿਹੜੇ ਆ ਉਹ ਆਪਣੇ ਮਤਲਬ ਕਿ ਔਰਤਾਂ ਨੂੰ ਦਬਾਅ ਥੱਲੇ ਰੱਖਣ ਦੀ ਜਿਹੜਾ ਉਹਨਾਂ ਦੀ ਪ੍ਰਕਿਰਿਆ ਉੱਥੇ ਵੀ ਜਾਰੀ ਆ। ਅਤੇ ਇਸੇ ਗੱਲ ਦੀ ਉਪਜ ਜਿਹੜਾ ਇਹ ਖਬਰ ਆਈ ਆ, ਇਹ ਵੀ ਇਸੇ ਤਰ੍ਹਾਂ ਦੀ ਗੱਲ ਲੱਗਦੀ ਆ। ਬੇਸ਼ੱਕ ਚਾਹੇ ਉਹ ਆਪਣੇ ਸਿਰ ਦੋਸ਼ ਮੰਨਦਾ ਚਾਹੇ ਨਹੀਂ ਮੰਨਦਾ, ਪਰ ਉੱਥੇ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਨਾਲ ਜਿਹੜਾ ਆ ਉਹ ਸੱਚਾਈ ਸਾਹਮਣੇ ਆਉਣ ਦੀ ਸੰਭਾਵਨਾ ਵੀ ਹੈ। ਪਰ ਗੱਲ ਇਹ ਆ ਕਿ ਅਸੀਂ ਉੱਧਰਲੀਆਂ ਸੱਭਿਅਤਾਵਾਂ, ਉੱਧਰਲੀ ਕਾਨੂੰਨੀ ਵਿਵਸਥਾ ਜਾਂ ਉੱਧਰਲੀ ਜਿਹੜੀ ਮਾਨ ਮਰਿਆਦਾ ਆ, ਅਸੀਂ ਉਹਨਾਂ ਦੇ ਧਾਰਨੀ ਅਜੇ ਨਹੀਂ ਹੋਏ। ਜੇ ਹੋਏ ਆ ਤਾਂ ਅਸੀਂ ਉਦੋਂ ਹੀ ਜਗ ਜ਼ਾਹਰ ਹੁੰਦੇ ਜਦੋਂ ਕੋਈ ਇਹੋ ਜਿਹੀ ਭੈੜੀ ਖਬਰ ਆਉਂਦੀ ਆ ਜਾਂ ਕੋਈ ਕਲਾ ਕਲੇਸ਼ ਦੀ ਇਹੋ ਜਿਹੀ ਉਪਜ ਬਣਦੀ ਆ। ਸੋ ਗੱਲ ਇਹ ਆ ਕਿ ਸਾਨੂੰ ਇਹ ਅਜੇ ਤੱਕ ਮੇਰਾ ਖਿਆਲ ਆ ਬੜਾ ਟਾਈਮ ਲੱਗੇਗਾ। ਬੇਸ਼ੱਕ ਅਸੀਂ ਉਹਨਾਂ ਲੋਕਾਂ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਉਹ ਵਿਕਾਸਸ਼ੀਲ ਲੋਕਾਂ ਦੀ ਆਬਾਦੀ ਵਿੱਚ ਵਸਦੇ ਲੋਕ ਆ, ਪਰ ਅਸੀਂ ਅਜੇ ਉਹਨਾਂ ਦੀ ਸੋਚ ਦੇ ਹਾਣੀ ਨਹੀਂ ਬਣੇ। ਅਸੀਂ ਉਹਨਾਂ ਦੀ ਨਕਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ ਜੀ ਸਰਦਾਰ ਖੱਖ ਜੀ, ਦੇਖੋ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਸਮੱਸਿਆਵਾਂ ਨਹੀਂ ਸਿਰਫ ਕੈਨੇਡਾ, ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੇ ਵਿੱਚ ਜਾ ਕੇ ਉਹੋ ਹੀ ਰਹਿੰਦੀਆਂ ਜੋ ਕਿ ਸਾਡੀਆਂ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੀਆਂ ਨੇ, ਸਗੋਂ ਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ 160 ਤੋਂ ਜ਼ਿਆਦਾ ਮੁਲਕਾਂ ਤੋਂ ਗਏ ਹੋਏ ਲੋਕ ਕੈਨੇਡਾ ਦੇ ਵਿੱਚ ਮਿਲ ਜਾਣਗੇ, ਅਮਰੀਕਾ ਦੇ ਵਿੱਚ ਮਿਲ ਜਾਣਗੇ, UK ਦੇ ਵਿੱਚ ਵੀ ਮਿਲ ਜਾਣਗੇ। ਸੋ ਹੋਰ ਵੱਖ-ਵੱਖ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਵਿੱਚੋਂ, ਪਛੜੇ ਦੇਸ਼ਾਂ ਦੇ ਵਿੱਚੋਂ ਲੋਕ ਗਏ ਹੋਏ ਹੈ। ਖਾਸ ਤੌਰ 'ਤੇ ਕੈਨੇਡਾ ਦੀ ਗੱਲ ਕਰਨੀ ਹੋਵੇ ਤਾਂ ਕੈਨੇਡਾ ਦੀ ਸਰਕਾਰ ਨੇ ਆਪਣਾ ਇਮੀਗ੍ਰੇਸ਼ਨ ਦਾ ਕਾਨੂੰਨ ਆਪਣੇ ਮੁਲਕ ਦੀਆਂ ਲੋੜਾਂ ਦੇ ਅਨੁਸਾਰ ਅਜਿਹਾ ਰੱਖਿਆ ਸੀਗਾ ਕਿ ਵੱਧ ਤੋਂ ਵੱਧ ਚਲੋ ਬਹੁਤ ਸੱਭਿਆਚਾਰਕਤਾ ਨੂੰ ਮੌਕਾ ਦੇਣਾ ਚਾਹੀਦਾ ਹੈ। ਜਿਨ੍ਹਾਂ ਧਰਤੀ ਦੇ ਟੁਕੜਿਆਂ ਤੋਂ ਵੀ ਲੋਕ ਕੈਨੇਡਾ ਦੇ ਵਿੱਚ ਆ ਕੇ ਆਪਣਾ ਬਿਹਤਰ ਜੀਵਨ ਸਿਰਜਣਾ ਚਾਹੁੰਦੇ ਆ, ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਬੀਤੇ ਸਮਿਆਂ ਦੇ ਵਿੱਚ ਦਿੱਤਾ ਵੀ ਗਿਆ। ਆਪਣੇ ਲੋਕਾਂ ਦੇ ਮੂਲ ਹੱਕਾਂ ਦੇ ਬਰਾਬਰ ਉਹਨਾਂ ਨੂੰ ਜੀ ਹਰ ਇੱਕ ਤਰ੍ਹਾਂ ਦੇ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਹੱਕ ਵੀ ਦਿੱਤੇ ਗਏ, ਧਰਮ ਦੀ ਆਜ਼ਾਦੀ ਵੀ ਦਿੱਤੀ ਗਈ। ਪਰ ਬੀਤੇ ਸਮੇਂ ਦੇ ਚੱਲਦਿਆਂ 2-3 ਦਹਾਕਿਆਂ ਤੋਂ ਜਿਸ ਕਿਸਮ ਦੇ ਨਤੀਜੇ ਇਸ ਬਹੁਤ ਸੱਭਿਆਚਾਰਕਤਾ ਦੇ ਪ੍ਰਾਪਤ ਹੋ ਰਹੇ ਆ ਕੈਨੇਡਾ ਦੀ ਸਰਕਾਰ ਨੂੰ, ਕੈਨੇਡਾ ਦੇ ਸਮਾਜ ਨੂੰ, ਉਸ ਤੋਂ ਕਾਫੀ ਹੌਸਲਾ ਸ਼ਿਕਨੀ ਹੋਈ ਆ ਉਸ ਕੈਨੇਡੀਅਨ ਸਮਾਜ ਦੀ ਕਿ ਅਸੀਂ ਇਹ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੇ ਸੀ ਕਿ ਉਹ ਸਾਡੇ ਵਿੱਚ ਆ ਕੇ ਵਸ ਸਕਣ, ਆਪਣੀਆਂ ਜ਼ਿੰਦਗੀਆਂ ਬਿਹਤਰ ਕਰ ਸਕਣ। ਪਰ ਅਜਿਹਾ ਸੰਭਵ ਨਹੀਂ ਹੋ ਪਾ ਰਿਹਾ ਅਤੇ ਤਦ ਕਰਕੇ ਹੁਣ ਇਮੀਗ੍ਰੇਸ਼ਨ ਦੇ ਕਾਨੂੰਨਾਂ ਨੂੰ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਕਿ ਘੱਟ ਤੋਂ ਘੱਟ ਲੋਕ ਆ ਸਕਣ। ਇਸ ਕਿਸਮ ਦੀਆਂ ਖਬਰਾਂ ਜੋ ਉਦਾਸ ਕਰਨ ਵਾਲੀਆਂ ਵਾਪਰਦੀਆਂ ਨੇ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਹੀ, ਘੱਟੋ ਘੱਟ ਫਿਰ ਕੈਨੇਡਾ ਦੇ ਵਿੱਚ ਜਾ ਕੇ ਨਾ ਵਾਪਰਨ, ਕਿਉਂਕਿ ਲੋਕ ਆਪਣੀਆਂ ਆਦਤਾਂ ਸੁਧਾਰਦੇ ਨਹੀਂ ਅਤੇ ਕਾਫੀ ਇਸ ਕਿਸਮ ਦੇ ਚੰਦ ਉੱਥੇ ਜਾ ਕੇ ਚੜ੍ਹਦੇ ਆ, ਜਿਸ ਤੋਂ ਕਿ ਸਰਕਾਰ, ਉੱਥੋਂ ਦੀ ਪੁਲਿਸ, ਉੱਥੋਂ ਦੇ ਅਦਾਲਤਾਂ ਦਾ ਸਾਰਾ ਸਿਸਟਮ ਕਾਫੀ ਬਦਜ਼ਨ ਨੇ ਜੀ। ਜੌਲ ਸਾਹਿਬ, ਗੱਲ ਇਹ ਆ ਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ, ਉੱਥੇ ਦੀ ਖੁੱਲ੍ਹ ਵੇਖਦੇ ਹਾਂ, ਚਾਹੇ ਕੋਈ ਮਰਦ ਹੈ ਚਾਹੇ ਕੋਈ ਔਰਤ ਆ, ਔਰਤਾਂ ਨੇ ਵੀ ਉੱਥੇ ਦੀ ਜਿਹੜੀ ਕਾਨੂੰਨੀ ਆਜ਼ਾਦੀ ਆ ਉਹਦਾ ਨਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ, ਔਰ ਮਰਦਾਂ ਨੇ ਵੀ ਇਹ ਚੀਜ਼ ਵੇਖੀ ਕਿ ਸਾਨੂੰ ਕਿਹੜੀਆਂ ਚੀਜ਼ਾਂ ਦੀ ਸਹੂਲਤ ਆ, ਉਹਨਾਂ ਦੀ ਵੀ ਉਹਨਾਂ ਨੇ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਦਾ ਸਿੱਟਾ ਸਾਹਮਣੇ ਆ ਕਿ ਉਹ ਸਰਕਾਰ ਇੰਨੀ ਟਾਈਟ ਹੋਈ, ਜੇ ਅਸੀਂ ਬਾਹਰ ਜਾਣ ਦਾ ਸਾਨੂੰ ਕੋਈ ਮੌਕਾ ਸਰਕਾਰ ਨੇ ਦਿੱਤਾ ਇਮੀਗ੍ਰੇਸ਼ਨ ਰਾਹੀਂ, ਕੋਈ ਨਾ ਕੋਈ ਸਾਡੀ ਇਹੋ ਜਿਹੀ ਜਿਹੜੀ ਵਿਵਸਥਾ ਬਣਾਈ ਜਿਹਦੇ ਨਾਲ ਅਸੀਂ ਜਾ ਸਕੀਏ, ਔਰ ਉਹਦਾ ਨਤੀਜਾ ਸਾਡੇ ਸਾਹਮਣੇ ਇਹ ਆਇਆ ਕਿ ਅਸੀਂ ਉੱਥੇ ਖੁਦ ਮੁਖਤਿਆਰੀ ਵਾਲੀ ਗੱਲ ਕਰਨ ਲੱਗ ਪਏ ਔਰ ਆਪਣੀਆਂ ਜਿਹੜੀਆਂ ਇਨਾਂ ਮਨਾਉਣ ਦਾ ਯਤਨ ਕਰਨ ਲੱਗ ਪਏ, ਚਾਹੇ ਉਹ ਸਾਡੀਆਂ ਜਾਇਜ਼ ਸੀ ਚਾਹੇ ਨਜਾਇਜ਼ ਸੀ। ਇਸੇ ਤਰ੍ਹਾਂ ਦੇ ਦੂਸਰੇ ਦੇਸ਼ਾਂ ਦੇ ਲੋਕਾਂ ਦਾ ਵੀ ਇਹੀ ਵਤੀਰਾ ਹੋਣ ਕਰਕੇ ਇਹ ਕੁਦਰਤੀ ਗੱਲ ਆ ਕਿ ਉੱਥੋਂ ਦੇ ਜਿਹੜੇ ਕਾਇਦੇ ਕਾਨੂੰਨ ਆ, ਉੱਥੋਂ ਦਾ ਪ੍ਰਬੰਧ ਆ, ਉੱਥੇ ਦੀਆਂ ਜਿਹੜੀਆਂ ਸਰਕਾਰਾਂ ਆ, ਉਹਨਾਂ ਵਾਸਤੇ ਇਹ ਇੱਕ ਬੜੀ ਉਲਝਣ ਵਾਲੀ ਗੱਲ ਬਣੀ। ਤਾਂ ਹੀ ਉਹਨਾਂ ਲੋਕਾਂ ਨੇ ਕੁਝ ਨਾ ਕੁਝ ਆਏ ਸਾਲ ਜਾਂ ਆਏ ਕੋਈ ਨਾ ਕੋਈ ਸਮੇਂ ਮੁਤਾਬਕ ਉਹ ਤਬਦੀਲੀ ਕਰਦੇ ਆ ਕਿ ਇਹ ਜਿਹੜੇ ਸਾਡਾ ਇਹਨਾਂ ਲੋਕਾਂ 'ਤੇ ਕੰਟਰੋਲ ਹੋ ਸਕੇ, ਇਹਨਾਂ ਲੋਕਾਂ ਨੂੰ ਅਸੀਂ ਆਪਣੇ ਦਾਇਰੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਬੇਸ਼ੱਕ ਉਹਨਾਂ ਨੇ ਧਾਰਮਿਕ ਆਜ਼ਾਦੀ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਜਿਹੜੀਆਂ ਉੱਥੇ ਗੁਰਦੁਆਰਿਆਂ ਦੇ ਵਿੱਚ, ਹੋਰ ਧਾਰਮਿਕ ਸਥਾਨਾਂ ਦੇ ਵਿੱਚ ਲੋਕਾਂ ਦੀਆਂ ਹੱਥੋਂ ਪਾਈ ਹੋਣਾ, ਜ਼ਖਮੀ ਹੋਣਾ, ਲੜਾਈਆਂ ਹੋਣੀਆਂ, ਖਾਸ ਤੌਰ 'ਤੇ ਸਿੱਖਾਂ ਦੀਆਂ
ਪੱਗਾਂ ਲੈਣੀਆਂ, ਇਹ ਸਾਡੀ ਸਿੱਖ ਕੌਮ ਵਾਸਤੇ ਵੀ ਬੜੀ ਸ਼ਰਮ ਵਾਲੀ ਗੱਲ ਆ। ਔਰ ਦੂਸਰਿਆਂ ਦਾ ਤਾਂ ਜਿਹੜਾ ਹੋਏਗਾ ਹੀ ਹੋਏਗਾ, ਪਰ ਸਾਡਾ ਜਿਹੜਾ ਅਸੀਂ ਦੇਖਦੇ ਹਾਂ ਆਏ ਦਿਨ ਕੋਈ ਨਾ ਕੋਈ ਖਬਰ ਇੱਦਾਂ ਦੀ ਹੁੰਦੀ ਆ, ਚਾਹੇ ਉਹ ਸਾਡੀ ਸਮਾਜਿਕ ਹੋਏ ਚਾਹੇ ਧਾਰਮਿਕ ਹੋਏ, ਉਹ ਕਲਾ ਕਲੇਸ਼ ਵਾਲੀ ਜਿਹੜੀ ਗੱਲ ਹੁੰਦੀ ਆ ਉਹ ਸਾਡੀ ਸਿੱਖ ਕੌਮ ਦਾ ਸਿਰ ਨੀਵਾਂ ਹੀ ਕਰਦੀ ਆ। ਇਸ ਕਰਕੇ ਅਸੀਂ ਮਤਲਬ ਉੱਧਰਲੀਆਂ ਸਰਕਾਰਾਂ ਜਿਹੜੀਆਂ ਉਹ ਸਾਡੇ 'ਤੇ ਇਹ ਕੋਸ਼ਿਸ਼ ਕਰਦੀਆਂ ਕਿ ਇਹ ਲੋਕ ਜਿਹੜੇ ਆ ਘੱਟ ਆ ਸਕਣ ਜਾਂ ਸਮਝ ਸਕਣ। बिल्कुल जी, समझ सकन फिर, लेकिन कि असीं शिकायत करते हैं जी उन्होंने कानून बहुत सख्त कर दिता। पर दूसरे पासे जिस तरह सरदार खाक जी दस रहे हैं कि असीं गुरुद्वारिਆਂ ਦੇ ਵਿੱਚ ਜਦੋਂ लड़ते हाँ एक दूसरे ਨੂੰ ਸ੍ਰੀ ਸਾਹਿਬ ਲੈ ਕੇ ਪੈਂਦੇ ਹਾਂ, ਅਸੀਂ ਦਸਤਾਰ ਇੱਕ ਦੂਸਰੇ ਦੀ ਲਾਉਂਦੇ ਹਾਂ, ਦਾੜੀਆਂ ਪੁੱਟਦੇ ਹਾਂ, ਨਾਲ ਅਸੀਂ ਕਹਿੰਦੇ ਹਾਂ ਕਿ ਸਾਡੇ ਗੁਰੂ ਸਾਹਿਬਾਂ ਦੀਆਂ ਸਾਨੂੰ ਸਿੱਖਿਆਵਾਂ ਬੜੀਆਂ ਮਾਣਮੱਤੀਆਂ ਮਿਲੀਆਂ ਹੋਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ ਮਾਣ ਅਸੀਂ ਬਹੁਤ ਰੱਖਦੇ ਹਾਂ ਕਰਦੇ ਹਾਂ। ਪਰ ਅਮਲੀ ਰੂਪ ਦੇ ਵਿੱਚ ਫਿਰ ਲੇਕਿਨ ਕਿ ਜਦੋਂ ਇਸ ਕਿਸਮ ਦੀਆਂ ਕਸ਼ੀਦਗੀਆਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਉੱਥੋਂ ਦੀ ਸਰਕਾਰ ਉੱਥੋਂ ਦੀ ਪੁਲਿਸ ਉਹ ਹਾਂਜੀ ਕਾਨੂੰਨ ਦੇ ਮਾਹਰ ਬੜੇ ਭੰਬਲ ਭੂਸੇ ਦੇ ਵਿੱਚ ਪੈ ਜਾਂਦੇ ਆ ਕਿ ਇਹ ਗੱਲਾਂ ਦੇ ਦਮਗਜੇ ਇਹੋ ਜਿਹੇ ਮਾਰਦੇ ਆ, ਲੇਕਿਨ ਕਿ ਅਮਲੀ ਰੂਪ ਦੇ ਵਿੱਚ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬਾਂ ਦੀਆਂ ਕਈਆਂ ਹੋਈਆਂ ਗੱਲਾਂ ਇਹਨਾਂ ਦੇ ਕਿਤੇ ਅਪਣਾਈਆਂ ਨਜ਼ਰ ਨਹੀਂ ਆਉਂਦੀਆਂ ਹਨ। ਤਦ ਕਰਕੇ ਇਹੋ ਜਿਹੇ ਸਿੱਟੇ ਮਿਲਦੇ ਨੇ ਕਿ ਕਾਨੂੰਨੀ ਸਖਤੀਆਂ ਉਹ ਕਰਦੇ ਨੇ ਕਿ ਇਹੋ ਜਿਹੇ ਲੋਕਾਂ ਨੂੰ ਮੌਕਾ ਤਾਂ ਦਿੱਤਾ ਗਿਆ ਸੀਗਾ ਕਿ ਇੱਥੇ ਆ ਕੇ ਉਹ ਜ਼ਿੰਦਗੀ ਆਪਣੀ ਬਿਹਤਰ ਕਰ ਲੈਣ, ਪਰ ਉਸ ਖੁੱਲ੍ਹੇ ਡੁੱਲੇ ਮਾਹੌਲ ਦਾ ਉਹਨਾਂ ਨੇ ਉਸ ਤਰੀਕੇ ਦੇ ਨਾਲ फ़ायदा ना उठा पाए। अक्सर लेकिन कि बहुत सारे लोग सरदार खख जी आपां नूं उन्हां ने धरतियां ते मिलदे ने, वो पंजाब दे विच जदों हुंदे ने, भारत दे विच जदों हुंदे ने ते उन्हां नूं लगदा कि पंजाब भारत ते नरक ही है, इत्थे साडा है जी जन्म एवें ही हो गया, सानूं होर किते जाना चाहीदा। लेकिन कि जदों उत्थे जाणगे ਉਹ ਹੈ ਜੀ ਪੰਜਾਬ ਦੇ ਵਿੱਚ ਰਹਿੰਦੇ ਆ, ਭਾਰਤ 'ਚ ਰਹਿੰਦੇ ਆਪਾਂ ਕੈਨੇਡਾ ਦੇ ਗੁਣ ਗਾਈ ਜਾਂਦੇ ਆ, ਕੈਨੇਡਾ ਦੇ ਵਿੱਚ ਜਾ ਕੇ ਲੱਗਦਾ ਕਿ ਮੈਂ ਤਾਂ ਐਵੇਂ ਹੀ ਆ ਗਿਆ, ਮੈਂ ਤਾਂ ਐਵੇਂ ਹੀ ਆ ਗਈ, ਇਹ ਤਾਂ ਕੋਈ ਐਡਾ ਵਧੀਆ ਦੇਸ਼ ਹੀ ਨਹੀਂ ਹੈ, ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਪੰਜਾਬ ਨੂੰ ਉੱਥੇ ਜਾ ਕੇ ਲੋਕ ਮਿਸ ਕਰਦੇ ਨੇ, ਭਾਰਤ ਨੂੰ ਲੋਕ ਮਿਸ ਕਰਦੇ ਨੇ। ਹਾਂਜੀ, ਸੋ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਚੰਗਾ ਨਹੀਂ ਲੱਗਦਾ, ਕੈਨੇਡਾ ਚੰਗਾ ਲੱਗਦਾ ਹੈ, ਕੈਨੇਡਾ ਦੇ ਵਿੱਚ ਪਹੁੰਚ ਕੇ ਫਿਰ ਪੰਜਾਬ ਚੰਗਾ ਲੱਗਣ ਲੱਗਦਾ। ਇਹ ਮੈਂ ਜੌਲ ਸਾਹਿਬ ਸਮਝਦਾ ਕਿ ਪੈਸੇ ਦੀ ਖਾਤਰ ਭਟਕਦੇ ਲੋਕ ਜਿਹੜੇ ਆ ਜਦੋਂ ਤਾਂ ਇੱਥੇ ਰਹਿੰਦੇ ਆ ਉਦੋਂ ਵਿਦੇਸ਼ਾਂ ਦੇ ਗੁਣ ਗਾਇਨ ਕਰਦੇ ਆ, ਤਾਂ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਉਦੋਂ ਇਹਨਾਂ ਨੂੰ ਆਪਣੀ ਮਿੱਟੀ ਦਾ ਮੋਹ ਜਾਗਦਾ, ਆਪਣੇ ਪਿਛਲੇ ਦਿਨਾਂ ਦੀ ਯਾਦ ਆਉਂਦੀ ਆ, ਆਪਣੀ ਪੰਜਾਬ ਦੀ ਯਾਦ ਆਉਂਦੀ, ਪੰਜਾਬੀਅਤ ਦੀ ਯਾਦ ਆਉਂਦੀ ਆ। ਫਿਰ ਉੱਥੇ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹੀ ਸਮਾਜ ਸਿਰਜ ਸਕੀਏ, ਉਹੀ ਅਸੀਂ ਧਾਰਮਿਕ ਪਹਿਰਾਵੇ ਪਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਬੋਲੀ ਦਾ ਮਤਲਬ ਜੋ ਵੀ ਸੱਭਿਆਚਾਰ ਦਾ ਜਾਂ ਧਾਰਮਿਕ ਆਪਣੀ ਆਜ਼ਾਦੀ ਦਾ ਕੁਛ ਨਾ ਜੋ ਵੀ ਹੈ ਆਪਣਾ, ਉਹ ਪਿਛਲਿਆਂ ਮੋਹ ਕਰਕੇ ਉਹ ਉੱਥੇ ਦੀ ਵੀ ਉਹੀ ਗੱਲ ਦੇਖਣੀ ਚਾਹੁੰਦੇ ਆ ਜੋ ਅਸੀਂ ਪਿੱਛੇ ਦੇਖ ਕੇ ਆਏ ਹਾਂ। ਪਰ ਮੈਂ ਸਮਝਦਾ ਕਿ ਇੱਥੇ ਅਸੀਂ ਘੱਟ ਵੇਖਦੇ ਹਾਂ, ਅਤੇ ਜਿਵੇਂ ਅਸੀਂ ਉੱਥੇ ਦਾ ਰੁਝਾਨ ਵੇਖਿਆ ਅਤੇ ਮਤਲਬ ਪੰਜਾਬੀ ਬੋਲੀ ਦਾ ਲਾ ਲਓ, ਧਾਰਮਿਕ ਆਜ਼ਾਦੀ ਦਾ ਲਾ ਲਓ, ਜਾਂ ਹੋਰ ਜਿਹੜੇ ਆਪਣੇ ਅਧਿਕਾਰਾਂ ਦੀ ਗੱਲ ਜੇ ਅਸੀਂ ਕਰੀਏ ਤਾਂ ਉੱਧਰ ਉਹ ਆਵਾਜ਼ਾਂ ਬੁਲੰਦ ਜ਼ਿਆਦਾ ਹੁੰਦੀਆਂ, ਅਤੇ ਜਦੋਂ ਇੱਥੇ ਸਾਡੇ ਲੋਕ ਹੁੰਦੇ ਆ ਉਦੋਂ ਇਹਨਾਂ ਗੱਲਾਂ ਦਾ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਅਤੇ ਇਹ ਜਾ ਕੇ ਬਾਹਰ ਹੀ ਉਹਨਾਂ ਨੂੰ ਚੇਤਾ ਆਉਂਦਾ। ਕਿਉਂਕਿ ਇੱਥੇ ਜਦੋਂ ਅਸੀਂ ਆਪਣਾ ਆਲਾ ਦੁਆਲਾ ਵੇਖਦੇ ਹਾਂ ਅਤੇ ਉੱਧਰਲੀ ਤੁਲਨਾ ਕਰਦੇ ਹਾਂ, ਅਤੇ ਸਾਨੂੰ ਉਹਨਾਂ ਦੇ ਡਾਲਰ ਅਤੇ ਜਿਹੜੇ ਪਾਉਂਡ ਦਿਖਾਈ ਦਿੰਦੇ ਆ, ਉਹ ਸਾਨੂੰ ਬਿਹਤਰ ਨਜ਼ਰ ਆਉਂਦਾ, ਅਤੇ ਸਾਡਾ ਆਪਣੀ ਜਿਹੜੀ ਧਰਤੀ ਆ, ਜਿਹੜੀ ਇਹ ਸਾਡੇ ਇਹ ਵਿਰਾਸਤ ਸਾਡੀ ਜਿਹੜੀ ਅਮੀਰ ਆ, ਉਹ ਸਾਨੂੰ ਇੱਕ ਨਰਕ ਨਜ਼ਰ ਆਉਂਦੀ ਆ। ਅਤੇ ਜਦੋਂ ਅਸੀਂ ਇੱਥੋਂ ਪ੍ਰਵਾਸ ਕਰਦੇ ਹਾਂ ਤਾਂ ਫਿਰ ਉਹੀ ਧਰਤੀ ਹੁੰਦੀ ਆ, ਉਹੀ ਲੋਕ ਹੁੰਦੇ ਆ, ਉਹੀ ਰਿਸ਼ਤੇਦਾਰ ਹੁੰਦੇ ਆ, ਉਹਨਾਂ ਦੇ ਨਾਲ ਸਾਨੂੰ ਅਸੀਂ ਉੱਥੇ ਜਾ ਕੇ ਇਹਨਾਂ ਦਾ ਮਾਣ ਅਤੇ ਹੇਜ ਜਗਾਉਂਦੇ ਹਾਂ, ਜਦ ਕਿ ਇੱਥੋਂ ਜਾ ਕੇ ਅਸੀਂ ਜਦੋਂ ਇੱਥੇ ਹੁੰਦੇ ਹਾਂ ਉਦੋਂ ਅਸੀਂ ਇਹਨੂੰ ਨਰਕ ਦੇ ਬਰਾਬਰ ਦੱਸਦੇ ਹਾਂ। ਸੋ ਇਹ ਮੈਂ ਸਮਝਦਾ ਕਿ ਇੱਥੋਂ ਜਾ ਕੇ ਜਿਹੜੀ ਗੱਲ ਹੋਣੀ ਆ, ਇਹ ਮੈਂ ਸਮਝਦਾ ਕਿ ਇਹ ਦਿਖਾਵੇ ਵਾਲੀ ਗੱਲ ਹੀ ਹੁੰਦੀ ਆ, ਕਿਉਂਕਿ ਜਿਹਦੇ ਅੰਦਰ ਦੇਸ਼ ਪਿਆਰ ਹੋਵੇ ਜਾਂ ਆਪਣੇ ਭਾਈਚਾਰੇ ਦੀ ਸਾਂਝ ਜਾਂ ਮੁਹੱਬਤ ਹੋਵੇ ਪੰਜਾਬੀਅਤ ਦੀ, ਤਾਂ ਉਹ ਇੱਥੇ ਵੀ ਹੋ ਸਕਦੀ ਆ, ਉੱਥੇ ਵੀ ਹੋ ਸਕਦੀ, ਉਹ ਸਦਾ ਨਾਲ ਰਹਿ ਸਕਦੀ ਆ। ਸੋ ਅਸੀਂ ਪੈਸੇ ਦੀ ਖਾਤਰ ਜਿਹੜਾ ਆਪਣੇ ਦੇਸ਼ ਨੂੰ ਭੰਡੀਏ ਤਾਂ ਉੱਧਰ ਸੜਾਈਏ, ਅਤੇ ਜਦੋਂ ਅਸੀਂ ਰੱਜ ਪੁੱਜ ਜਾਂਦੇ ਹਾਂ ਜਾਂ ਉੱਧਰ ਅਸੀਂ ਜਾਇਦਾਦਾਂ ਬਣਾ ਲੈਂਦੇ ਹਾਂ, ਤਾਂ ਫਿਰ ਸਾਨੂੰ ਪੰਜਾਬ ਦਾ ਮੋਹ ਜਾਗਦਾ। ਅਜਿਹਾ ਜਿਹੜਾ ਦੁਹਰਾ ਵਰਤਾਰਾ ਆ, ਇਹ ਵੈਸੇ ਤਾਂ ਮੈਂ ਸਮਝਦਾ ਸਾਡੇ ਵਾਸਤੇ ਚੰਗਾ ਨਹੀਂ। ਬਿਲਕੁਲ ਜੀ, ਅਕਸਰ ਅਸੀਂ ਸੁਣਦੇ ਹਾਂ ਦੇਖਦੇ ਹਾਂ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਾਣ ਦੀ ਗੱਲ ਅਤੇ ਉੱਥੇ ਜਾ ਕੇ ਜੀਵਨ ਅੱਛਾ ਅਪਣਾਉਣ ਦੀ ਗੱਲ, ਪਰ ਦੇਖ ਰਹੇ ਹਾਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਉਹ ਸੁਪਨਮਈ ਜੀਵਨ ਪ੍ਰਾਪਤ ਨਹੀਂ ਹੋ ਰਿਹਾ। ਪਰ ਲੇਕਿਨ ਕਿ ਜਦੋਂ ਕਿ ਇੱਥੋਂ ਜਾਣਾ ਹੁੰਦਾ ਹੈ ਜੀ, ਸੋ ਜਿਹੜੀਆਂ ਗੱਲਾਂ ਕਰਕੇ ਉੱਥੇ ਰਹਿ ਰਹੇ, ਉੱਥੇ ਪੈਦਾ ਹੋਏ, ਉੱਥੇ ਵੱਡੇ ਹੋਏ, ਜਿਨ੍ਹਾਂ ਲੋਕਾਂ ਨੇ ਉਹਨਾਂ ਦੇਸ਼ਾਂ ਨੂੰ ਇੰਨੇ ਮਾਣਮੱਤੇ ਬਣਾਇਆ ਕਿ ਅਸੀਂ ਉੱਥੇ ਜਾਣ ਲਈ ਤਰਸਦੇ ਹਾਂ, ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ, ਕਿਹੜੇ-ਕਿਹੜੇ ਕੰਮਾਂ ਕਰਕੇ, ਕਿਹੜੀਆਂ-ਕਿਹੜੀਆਂ ਯੋਗਤਾਵਾਂ ਕਰਕੇ ਉਹਨਾਂ ਲੋਕਾਂ
ਨੇ ਆਪਣੇ ਦੇਸ਼ਾਂ ਨੂੰ ਵਧੀਆ ਬਣਾਉਣ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ, ਉਹਨਾਂ ਦੀ ਤਾਂ ਅਸੀਂ ਘੋਖ ਪੜਤਾਲ ਨਹੀਂ ਕਰਦੇ। ਅਤੇ ਕੁਦਰਤੀ ਤੌਰ 'ਤੇ ਹੈ ਕਿ ਜੇ ਪੰਜਾਬ ਵਾਲਾ ਚੱਜ ਆਚਾਰ ਜਾ ਕੇ ਅਸੀਂ ਕੈਨੇਡਾ ਦੇ ਵਿੱਚ ਅਪਣਾਉਣਾ ਜਾਰੀ ਰੱਖਾਂਗੇ, ਅਸੀਂ ਆਪਣੇ ਚੱਜ ਆਚਾਰ ਦੇ ਵਿੱਚ ਸੁਧਾਰ ਨਹੀਂ ਕਰਾਂਗੇ, ਅਤੇ ਇਸ ਗੱਲ ਦੀ ਆਪਾਂ ਪੜਚੋਲ ਕਦੀ ਕੀਤੀ ਨਹੀਂ ਹੁੰਦੀ ਕਿ ਮੈਂ ਜੇ ਬਿਹਤਰ ਜੀਵਨ ਦੀ ਭਾਲ ਵਿੱਚ ਕੈਨੇਡਾ ਵਰਗੇ ਦੇਸ਼ ਵੱਲ ਨੂੰ ਜਾ ਰਿਹਾ ਜਾਂ ਜਾ ਰਹੀ ਹਾਂ, ਅਤੇ ਜਿਹੜੀਆਂ ਗੱਲਾਂ ਕਰਕੇ ਉੱਥੋਂ ਦੇ ਲੋਕਾਂ ਨੂੰ ਬਿਹਤਰ ਜੀਵਨ ਪ੍ਰਾਪਤ ਹੋਇਆ, ਜਿੰਨਾ ਚਿਰ ਉਹਨਾਂ ਨੂੰ ਅਪਣਾਉਣਾ ਹੀ ਨਹੀਂ, ਆਪਾਂ ਉਸੇ ਹੀ ਸੋਚ ਦੇ ਵਿੱਚ ਰਹਿਣਾ ਜਿਹਦੇ ਵਿੱਚ ਕਿ ਇੱਥੇ ਰਹਿੰਦਿਆਂ ਜੀਵਨ ਦਾ ਤਜਰਬਾ ਫੇਲ ਹੋ ਗਿਆ ਲੱਗਦਾ ਹੈ, ਅਤੇ ਫਿਰ ਚੰਗਾ ਜੀਵਨ ਤਾਂ ਕਿੱਥੋਂ ਪ੍ਰਾਪਤ ਹੋਣਾ ਹੈ? ਕਿਤੋਂ ਵੀ ਨਹੀਂ ਪ੍ਰਾਪਤ ਹੋ ਸਕਦਾ। ਜੌਲ ਸਾਹਿਬ ਗੱਲ ਇਹ ਆ ਕਿ ਜਿੰਨਾ ਚਿਰ ਅਸੀਂ ਆਪਣਾ ਆਪ ਨਹੀਂ ਸੁਧਾਰ ਸਕਦੇ ਤਾਂ ਸਾਨੂੰ ਆਪਣਾ ਚੌਗਿਰਦਾ ਵੀ ਜਿਹੜਾ ਉਹ ਵੀ ਗੰਧਲਾ ਨਜ਼ਰ ਹੀ ਆਏਗਾ, ਚਾਹੇ ਅਸੀਂ ਪੰਜਾਬ 'ਚ ਬੈਠੇ ਹਾਂ ਅਤੇ ਚਾਹੇ ਅਸੀਂ ਵਿਦੇਸ਼ ਵਿੱਚ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਬੈਠੇ ਹਾਂ, ਉਹ ਸਾਨੂੰ ਨਰਕ ਬਰਾਬਰ ਲੱਗੇਗਾ। ਕਾਰਨ ਇਹੀ ਆ ਕਿ ਮਨ ਜਿਹੜਾ ਆ ਉਹ ਸਾਡਾ ਕਿਤੇ ਵੀ ਜਾ ਕੇ ਟਿਕਦਾ ਨਹੀਂ, ਸਾਡੀ ਜਿਹੜੀ ਸੰਤੁਸ਼ਟੀ ਨਹੀਂ ਹੁੰਦੀ। ਜਿੰਨਾ ਚਿਰ ਸੰਤੁਸ਼ਟੀ ਨਹੀਂ ਮੰਨਦੀ ਉਨਾ ਚਿਰ ਕੁਝ ਵੀ ਨਹੀਂ, ਚਾਹੇ ਅਸੀਂ ਡਾਲਰਾਂ ਦੇ ਢੇਰ 'ਤੇ ਬਹਿ ਜਾਈਏ, ਚਾਹੇ ਅਸੀਂ ਇੰਡੀਆ ਨੋਟਾਂ ਦੇ ਢੇਰ 'ਤੇ ਬਹਿ ਜਾਈਏ, ਕਿਉਂਕਿ ਬਹੁਤੇ ਨੋਟ ਜਾਂ ਡਾਲਰ ਸਾਡੇ ਮਨ ਦੀ ਖੁਸ਼ੀ ਨਹੀਂ ਦੇ ਸਕਦੇ। ਸਿਰਫ ਅਤੇ ਸਿਰਫ ਸਾਡੇ ਆਪਣੇ ਮਨ ਦੀ ਖੁਸ਼ੀ ਆਪਣੇ ਅੰਦਰੋਂ ਹੀ ਪੈਦਾ ਹੋ ਸਕਦੀ ਆ, ਅਤੇ ਇਹ ਸਾਨੂੰ ਚੰਗੇ ਵਿਚਾਰਾਂ ਦੇ ਨਾਲ ਹੀ ਮਿਲ ਸਕਦੀ ਆ, ਇਹਦੋਂ ਸਿਵਾਏ ਹੋਰ ਕੁਝ ਵੀ ਨਹੀਂ ਹੋ ਸਕਦਾ। ਵੱਡੀ ਤਾਦਾਦ ਦੇ ਵਿੱਚ ਦੇਖੋ ਜੀ ਇੱਥੋਂ ਗਿਆ ਲੋਕਾਂ ਨੇ ਆਪਣਾ ਚੱਜ ਆਚਾਰ ਉਸ ਕਿਸਮ ਦਾ ਨਹੀਂ ਰੱਖਿਆ ਜਿਸ ਕਿਸਮ ਦੇ ਕਿ ਪੰਜਾਬ ਦੇ ਲੋਕ ਵੀ ਉਹਨਾਂ ਤੋਂ ਆਸ ਰੱਖਦੇ ਸੀਗੇ ਕਿ ਸ਼ਾਇਦ ਉੱਥੋਂ ਕੋਈ ਵਧੀਆ ਮਨੁੱਖ ਬਣ ਕੇ ਆਉਣਗੇ, ਉੱਥੋਂ ਕੋਈ ਚੰਗੀਆਂ ਗੱਲਾਂ, ਕੋਈ ਚੰਗੀਆਂ ਆਦਤਾਂ ਸਿੱਖ ਕੇ ਆਉਣਗੇ, ਪੰਜਾਬ ਦੇ ਵਿੱਚ ਪਿੱਛੇ ਰਹਿ ਗਏ ਲੋਕਾਂ ਨੂੰ ਦੱਸਣਗੇ, ਉਹਨਾਂ ਨੂੰ ਵੀ ਉਹ ਗੱਲਾਂ ਅਪਣਾਉਣ ਦੇ ਵਿੱਚ ਮਦਦ ਕਰਨਗੇ ਤਾਂ ਕਿ ਪੰਜਾਬ ਦੇ ਲੋਕ ਵੀ ਉਹਨਾਂ ਕੋਲੋਂ ਕੁਝ ਸਿੱਖ ਕੇ ਕੋਈ ਚੰਗਿਆਈ ਅਪਣਾ ਸਕਣ। ਬਹੁਤ ਵੱਡੀ ਤਾਦਾਦ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੋਕ ਆਉਂਦੇ ਨੇ, ਆਪਾਂ ਸ਼ਿਕਾਇਤਾਂ ਕਰਦੇ ਹਾਂ ਜੀ ਉੱਚੀ ਅੱਡੀ ਦੇ ਸੈਂਡਲ ਪਾ ਲਏ, ਹਾਂਜੀ ਗਹਿਣੇ ਪਾ ਲਏ, ਮੇਕਅਪ ਕਰ ਲਿਆ ਅਤੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਕੈਨੇਡਾ ਤੋਂ ਆਇਆ ਹੋਇਆ, ਕੈਨੇਡਾ ਤੋਂ ਆਈ ਹੋਈ ਹਾਂ, ਅਮਰੀਕਾ ਤੋਂ ਆਇਆ ਹੋਇਆ, ਅਮਰੀਕਾ ਤੋਂ ਆਈ ਹੋਈ ਹਾਂ, ਜਾਂ ਹੋਰ ਕਿਸੇ ਵਿਕਸਿਤ ਦੇਸ਼ ਤੋਂ ਆਈ ਹੋਈ ਹਾਂ। ਉੱਥੇ ਲੇਕਿਨ ਕਿ ਕੀ ਕੁਝ ਕੀਤਾ ਜਾਂਦਾ ਇਹ ਬਹੁਤ ਘੱਟ, ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਇੱਥੇ ਆ ਕੇ ਬਣਾ ਕੇ ਦੱਸੀਆਂ ਜਾਂਦੀਆਂ ਨੇ। ਕਈਆਂ ਦਾ ਤਾਂ ਹਾਲ ਇਹ ਵੀ ਦੇਖਿਆ ਜੀ ਕਿ ਆਪਣੀ ਟਿਕਟ ਵੀ ਜਿਹੜੀ ਆ ਉਹ ਕ੍ਰੈਡਿਟ ਕਾਰਡ ਤੋਂ ਕਰਜ਼ੇ 'ਤੇ ਲੈ ਕੇ ਆਏ ਹੁੰਦੇ ਆ, ਕਾਫੀ ਉੱਥੇ ਦਿਵਾਲਾ ਨਿਕਲਿਆ ਹੁੰਦਾ ਹੈ, ਲੇਕਿਨ ਕਿ ਇੱਥੇ ਆ ਕੇ ਆਪਣੀਆਂ ਗੱਡੀਆਂ ਦਾ, ਕਾਰਾਂ ਦਾ ਡਰਾਈਵਰ ਰੱਖ ਕੇ ਕਈ ਵਾਰੀ ਲਾਮ ਲਸ਼ਕਰ ਬਹੁਤ ਵੱਡਾ ਕੀਤਾ ਜਾਂਦਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਕਈ ਵਾਰੀ ਵਿਦੇਸ਼ੀ ਜ਼ਿੰਦਗੀ ਬਾਰੇ ਗੁੰਮਰਾਹ ਵੀ ਕੀਤਾ ਜਾਂਦਾ ਹੈ। ਜੌਲ ਸਾਹਿਬ ਗੱਲ ਇਹ ਆ ਕਿ ਹੁਣ ਮੈਂ ਦੇਖ ਰਿਹਾ 1-2 ਸਾਲ ਤੋਂ ਇਹ ਰੁਝਾਨ ਬਦਲ ਰਿਹਾ। ਉਹਨਾਂ ਲੋਕਾਂ ਦੀ ਜ਼ਿੰਦਗੀ ਜਿਵੇਂ ਉੱਥੇ ਬਸਰ ਕਰਦੇ ਆ, ਜ਼ਿਆਦਾਤਰ ਮੈਂ ਸੋਚਦਾ ਵੀ ਬਹੁਤੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਜਾਂ ਉਹਨਾਂ ਦੇ ਪਰਿਵਾਰ ਆ, ਉਹਨਾਂ ਦੀ ਅਸਲੀਅਤ ਨੂੰ ਭਾਂਪ ਕੇ ਹੁਣ ਉੱਦਾਂ ਦਾ ਹੀ ਵਰਤਾਰਾ ਕਰ ਰਹੇ ਆ ਜਿੱਦਾਂ ਦਾ ਉਹਨਾਂ ਨੂੰ ਚਾਹੀਦਾ ਆ, ਔਰ ਉਹਨਾਂ ਦੇ ਦਿਮਾਗ ਸਹੀ ਕਰਨ ਵਾਸਤੇ। ਉਹਨਾਂ ਲੋਕਾਂ ਨੂੰ ਇਹ ਹੁੰਦਾ ਕਿ ਇਹ ਲੋਕ ਜਿਹੜੇ ਆ ਸਾਡੀਆਂ ਟੀ-ਸ਼ਰਟਾਂ ਦੇ ਨਾਲ, ਛੋਟੇ-ਮੋਟੇ ਗਿਫਟਾਂ ਦੇ ਨਾਲ ਹੀ ਸਰ ਜਾਣਾ। ਇਹ ਸਾਡੀ ਚਾਪਲੂਸੀ ਵੀ ਇਸੇ ਕਰਕੇ ਕਰਦੇ ਆ ਕਿ ਸਾਨੂੰ ਕੋਈ ਨਾ ਕੋਈ ਚੀਜ਼ ਲਿਆਣ ਕੇ ਦੇਣਗੇ। ਸੋ ਉਹਨਾਂ ਦੇ ਮਨਾਂ ਦੀ ਜਿਹੜੀ ਇਹ ਗੱਲ ਸੀ ਨਾ, ਜਿਹੜਾ ਵਹਿਮ ਸੀਗਾ, ਉਹ ਦਿਨ ਬ ਦਿਨ ਹੁਣ ਘਟ ਰਿਹਾ। ਜਿਹੜਾ ਮਤਲਬ ਜਿਸ ਗਰਜ ਕਰਕੇ ਕੋਈ ਆਉਂਦਾ ਆ, ਉਹੀ ਗਰਜ ਜਿਹੜੀ ਆ ਉਹਦੀ ਕਈ ਵਾਰੀ ਪੂਰੀ ਨਹੀਂ ਹੁੰਦੀ। ਸੋ ਇਸ ਕਰਕੇ ਮੈਂ ਸਮਝਦਾ ਕਿ ਤਬਦੀਲੀ ਆ ਰਹੀ ਆ ਔਰ ਆਏਗੀ, ਔਰ ਜਿਹੜਾ ਇਹ ਪਾੜਾ ਸੀਗਾ, ਇਹ ਭਰਮ ਸੀਗਾ ਜਿਹੜਾ ਸਾਡਾ ਦੇਸ਼ ਦਾ ਅਤੇ ਵਿਦੇਸ਼ ਦਾ, ਉਹ ਹੁਣ ਮੇਰਾ ਖਿਆਲ ਆ ਕਿ ਕਾਫੀ ਨਿਕਲ ਰਿਹਾ। ਦੂਸਰੀ ਗੱਲ ਜੌਲ ਸਾਹਿਬ ਇਹ ਆ ਕਿ ਇੱਕ ਉਸ ਦਿਨ ਸੀਗੇ ਜਦੋਂ ਅਸੀਂ ਕਮਾਉਣ ਵਾਸਤੇ ਬਾਹਰ ਗਏ ਸੀਗੇ। ਹੁਣ ਇਹ ਸਮਾਂ ਬੀਤ ਗਿਆ ਕਿ ਹੁਣ ਸਾਨੂੰ ਡਰ ਇਸ ਗੱਲ ਦਾ ਪੈ ਗਿਆ ਕਿ ਕਮਾਈ ਤਾਂ ਜਿਹੜੀ ਉਹਨਾਂ ਭੇਜਣੀ ਸੀ ਉਹ ਤਾਂ ਵੱਖਰੀ ਗੱਲ ਆ, ਹੁਣ ਸਾਡੀਆਂ ਇੱਥੋਂ ਦੀਆਂ ਜਾਇਦਾਦਾਂ, ਜੱਦੀ ਜਾਇਦਾਦਾਂ, ਉਹ ਵੀ ਸਾਡੀਆਂ ਵਿਕ ਕੇ ਹੁਣ ਬਾਹਰ ਜਾ ਰਹੀਆਂ ਆ। ਇਹਦੇ ਪਿੱਛੇ ਇਹੀ ਕਾਰਨ ਆ ਕਿ ਜਿਹੜੇ ਟੱਬਰ ਉੱਥੇ ਵਸ ਗਏ, ਉਹਨਾਂ ਨੇ ਪੰਜਾਬ ਦਾ ਜਾਂ ਇਸ ਆਪਣੇ ਘਰਾਂ ਦਾ ਜਿਹੜਾ ਮੋਹ ਤਿਆਗ ਕੇ, ਜਿਹੜੇ ਉਹਨਾਂ ਦੇ ਆਉਣ ਵਾਲੇ ਬੱਚੇ ਆ, ਉਹਨਾਂ ਨੇ ਉੱਥੇ ਦਾ ਮੋਹ ਪਾ ਲਿਆ, ਅਤੇ ਉਹ ਕਦ ਆਉਣਗੇ ਇੱਥੇ, ਅਤੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਆ, ਉਹਨਾਂ ਦੇ ਬੱਚੇ ਜਾਂ ਉਹ ਆਪ ਖੁਦ ਵੀ ਇਸ ਗੱਲ 'ਤੇ ਮਜਬੂਰ ਹੋਇਆ ਕਿ ਵੇਚ ਵੱਟ ਕੇ ਉੱਥੇ ਲਿਜਾਣ ਦੀ ਕਾਹਲ ਵਿੱਚ ਪਏ ਹੋਏ ਆ। ਸੋ ਮੈਂ ਸਮਝਦਾ ਕਿ ਪੰਜਾਬ ਨੇ ਅਤੇ ਪੰਜਾਬੀ ਲੋਕਾਂ ਨੇ ਕੀ ਖੱਟਿਆ, ਮੈਂ ਤਾਂ ਸਮਝਦਾ ਵੀ ਖੱਟਣ ਦੀ ਬਜਾਏ ਇਹ ਆਪਣਾ ਘਰ ਪੱਟਣ ਵਾਲੀ ਗੱਲ ਹੋ ਗਈ ਕਿ ਇਹ ਜਿਹੜਾ ਵੇਚ ਵੱਟ ਕੇ ਹੁਣ ਫਿਰ ਦੁਬਾਰਾ ਉਹਨਾਂ ਵਿਦੇਸ਼ਾਂ ਵੱਲ ਹੀ ਜਾ ਰਿਹਾ। ਇੱਥੇ ਤਾਂ ਜਿਹੜਾ ਸੀ ਆਰਥਿਕ ਖੁਸ਼ਹਾਲੀ ਜਿਹੜੀ ਹੋਣੀ ਸੀ, ਹੁਣ ਤਾਂ ਮੈਂ ਕਹਿੰਦਾ ਵੀ ਖੁਸ਼ਹਾਲੀ ਦੇ ਥਾਂ ਫਿਰ ਉਹੀ ਗੱਲ ਜਿਹੜੀ ਆ ਜਿੱਥੋਂ ਅਸੀਂ ਤੁਰੇ ਸੀ ਉੱਥੇ ਖਲੋਣ ਵਾਲੀ ਗੱਲ ਹੋ ਗਈ। ਅੱਛਾ, ਇਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਉੱਥੇ ਰਹਿ ਰਹੇ ਲੋਕਾਂ ਨੇ ਜਾਂ ਕਿਤੇ ਵੀ ਹਾਂਜੀ ਕਿਸੇ ਵੀ ਵਿਕਸਿਤ ਦੇਸ਼ ਦੇ ਵਿੱਚ ਰਹਿ ਰਹੇ ਸਾਡੇ ਲੋਕ ਗਏ ਹੋਣ, ਉਹਨਾਂ ਨੇ ਕਿਸ ਕਿਸਮ ਦਾ ਆਪਣਾ ਵਿਵਹਾਰ ਸਾਡੇ ਪਿੱਛੇ ਰਹਿ ਗਏ ਪੰਜਾਬ ਦੇ ਲੋਕਾਂ ਨਾਲ, ਭਾਰਤੀ ਲੋਕਾਂ ਦੇ ਨਾਲ ਰੱਖਿਆ,
ਇਸ 'ਤੇ ਨਿਰਭਰ ਕਰਦਾ ਕਿ ਉਹਨਾਂ ਨੂੰ ਇੱਜ਼ਤ ਸਤਿਕਾਰ ਮਿਲਣਾ ਕਿ ਜਾਂ ਸਾਡੇ ਇੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਨਫ਼ਰਤ ਪੈਦਾ ਹੋਣੀ ਹੈ। ਸੋ ਜੇ ਨਫ਼ਰਤ ਪੈਦਾ ਹੋ ਰਹੀ ਹੈ, ਜੇ ਉਹਨਾਂ ਨੂੰ ਹੌਲੀ ਹੌਲੀ ਹੁਣ ਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਅਤੇ ਫਿਰ ਇਹੀ ਹੈ ਕਿ ਜਿਸ ਕਿਸਮ ਦੇ ਨਤੀਜੇ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਕੰਮਾਂ ਦੇ ਨਾਲ ਕੱਢੇ ਹੈ, ਭਾਵੇਂ ਸਮਾਜਿਕ ਤੌਰ 'ਤੇ ਰਿਸ਼ਤਿਆਂ ਦੀ ਗੱਲ ਹੋਵੇ, ਵਿਆਹ ਕਰਾਉਣ ਦੀ, ਤਲਾਕ ਦੀ, ਛੱਡ ਛਡਾਈਏ ਦੀ ਗੱਲ ਹੋਵੇ, ਜਾਂ ਜਾਇਦਾਦਾਂ ਦੇ ਵੰਡ ਵੰਡਾਈਏ ਦੀ ਗੱਲ ਹੋਵੇ, ਭਾਵੇਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਲੋਕ ਵੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਆਪਣੇ ਭੈਣ ਭਰਾਵਾਂ ਦੀਆਂ ਜਾਇਦਾਦਾਂ ਉਹ ਇੱਥੇ ਦੱਬੀ ਜਾ ਰਹੇ ਨੇ। NRIs ਨੂੰ, ਉਹਨਾਂ ਨੂੰ, ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਕਾਫੀ ਇਹਨਾਂ 'ਤੇ ਸ਼ਿਕਾਇਤਾਂ ਨੇ, ਪਰ ਇੱਥੋਂ ਦੇ ਲੋਕਾਂ ਦੀਆਂ ਵੀ ਉਹਨਾਂ ਪ੍ਰਤੀ ਸ਼ਿਕਾਇਤਾਂ ਦੇ ਵਿੱਚ ਕੋਈ ਘਾਟ ਨਹੀਂ ਹੈ। ਪਰ ਜੇ ਇਹ ਸ਼ਿਕਾਇਤਾਂ ਸਮੇਂ ਦੇ ਚੱਲਦਿਆਂ ਸਰਦਾਰ ਖੱਖ ਜੀ ਵੱਧ ਗਈਆਂ ਨੇ, ਇਹ ਬੇਲਗਾਮ ਹੋਈਆਂ ਸ਼ਿਕਾਇਤਾਂ ਲਗਾਤਾਰ, ਅਤੇ ਫਿਰ ਇਸ ਦਾ ਪ੍ਰਮੁੱਖ ਕਾਰਨ ਤਾਂ ਇਹੀ ਹੈ ਕਿ ਉੱਥੋਂ ਦੇ ਲੋਕਾਂ ਨੇ ਜੋ ਵਿਵਹਾਰ ਇੱਥੋਂ ਦੇ ਲੋਕਾਂ ਨੂੰ ਦਿੱਤਾ, ਉਸ ਦੇ ਵਿੱਚੋਂ ਉਹ ਨਫ਼ਰਤ ਹੁਣ ਪੈਦਾ ਹੋ ਰਹੀ ਹੈ। ਜੌਹਲ ਸਾਹਿਬ, ਗੱਲ ਇਹ ਆ ਕਿ ਇਹਦਾ ਮੂਲ ਕਾਰਨ ਸਾਡਾ ਮਾਇਆ ਪ੍ਰਤੀ ਜਿਹੜਾ ਸੁਚੇਤ ਹੋਣਾ ਆ, ਜਾਂ ਸਾਡਾ ਮੇਨ ਟਾਰਗੇਟ ਜਿਹੜਾ ਪੈਸਾ, ਉਹਦੇ ਪਿੱਛੇ ਸਾਡੇ ਰਿਸ਼ਤੇ ਜਿਹੜੇ ਆ, ਸਾਡਾ ਆਪਸੀ ਭਾਈਚਾਰਾ ਜਿਹੜਾ ਉਹ ਪਿੱਛੇ ਪੈ ਗਿਆ, ਔਰ ਪੈਸਾ ਜਿਹੜਾ ਉਹ ਅੱਗੇ ਆ ਗਿਆ, ਅਤੇ ਪੈਸੇ ਨੇ ਜਿਹੜੇ ਆ ਆਪਸ ਵਿੱਚ ਭਰਾਵਾਂ ਨੂੰ, ਭੈਣਾਂ ਨੂੰ, ਮਾਂ ਬਾਪ ਨੂੰ ਇੰਨਾ ਦੂਰ ਲੈ ਗਿਆ ਕਿ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਬੈਠੇ ਆ। ਉਹ ਕਲਾ ਕਲੇਸ਼, ਉਹ ਲੜਾਈ ਝਗੜੇ, ਉਹ ਅਦਾਲਤਾਂ ਤੱਕ ਪਹੁੰਚੇ, NRI ਸਭਾਵਾਂ ਦੇ ਵਿੱਚ ਹੀ ਝਗੜੇ ਗਏ ਆ। ਸੋ ਮੈਂ ਇੰਗਲੈਂਡ ਜਾ ਕੇ ਉੱਥੇ ਦੇਖਿਆ, ਉੱਥੇ ਵੀ ਕੁਝ ਪਰਿਵਾਰ ਇੱਦਾਂ ਦੇ ਆ ਜਿਹੜੇ ਇਹ ਰੋਸ ਪ੍ਰਗਟ ਕਰਦੇ ਕਿ ਸਾਡੇ ਪਿਛਲੇ ਨੇ ਸਾਡੀ ਜਾਇਦਾਦ ਜਿਹੜੀ ਆ ਉਹ ਦੱਬ ਲਈ ਆ, ਅਤੇ ਜਦੋਂ ਅਸੀਂ ਘਰਾਂ 'ਚ ਜਾਂਦੇ ਹਾਂ ਤਾਂ ਸਾਨੂੰ ਕਹਿੰਦੇ ਆ ਵੀ ਅਸੀਂ ਧਮਕੀਆਂ ਮਿਲਦੀਆਂ ਮਾਰਨ ਦੀਆਂ। ਸੋ ਗੱਲ ਇਹ ਆ ਕਿ ਇਹ ਕਿਉਂ ਇੱਦਾਂ ਹੋਇਆ? ਇਹ ਉਦੋਂ ਹੀ ਹੋਇਆ ਜਦੋਂ ਇਹ ਗੱਲ ਆ ਕਿ ਜਿਹੜੇ ਇੱਥੇ ਰਹਿੰਦੇ ਪਰਿਵਾਰ ਸੀਗੇ, ਉਹ ਹੈ ਤਾਂ ਦੋ ਹੀ ਭਰਾ ਸੀਗੇ। ਹੁਣ ਇੱਕ ਵਿਦੇਸ਼ ਵਿੱਚ ਗਿਆ, ਘਰੋਂ ਲੱਗ ਲਗਾ ਕੇ ਗਿਆ, ਉੱਥੇ ਜਾ ਕੇ ਸੈੱਟ ਹੋ ਗਿਆ, ਬੱਚੇ ਸੈੱਟ ਹੋ ਗਏ। ਹੁਣ ਉਹ ਫਿਰ ਵੀ ਆਪਣੇ ਹਿੱਸੇ ਦੀ ਬਰਾਬਰ ਰੱਖਦਾ। ਚਲੋ ਜੇ ਤਾਂ ਉਹਨੇ ਕਮਾਈ ਕੀਤੀ ਹੈ, ਇਹਦੇ 'ਚ ਸਾਡਾ ਫਰਜ਼ ਬਣਦਾ। ਜੇ ਕਿਸੇ ਨੇ ਕਮਾ ਕੇ ਮਿਹਨਤ ਕਰਕੇ ਸਾਡੇ ਕੋਲ ਭੇਜਿਆ ਪੈਸਾ, ਤਾਂ ਉਹ ਬਰਾਬਰ ਦਾ ਹੱਕਦਾਰ ਆ। ਬਰਾਬਰ ਦਾ ਕਿਉਂ? ਉਹਦਾ ਪੂਰੀ ਜਾਇਦਾਦ ਦਾ ਹੱਕਦਾਰ ਆ, ਕਿਉਂਕਿ ਉਹਨੇ ਆਪਣੀ ਮਿਹਨਤ ਕੀਤੀ ਆ। ਅਤੇ ਜੇ ਸਾਂਝੇ ਪਰਿਵਾਰ 'ਚੋਂ ਗਿਆ ਤਾਂ ਫਿਰ ਵੀ ਉਹ ਹਿੱਸੇਦਾਰ ਆ। ਸੋ ਹਿੱਸਾ ਤਾਂ ਉਹਦਾ ਬਣਦਾ ਜ਼ਰੂਰੀ ਆ। ਪਰ ਜਦੋਂ ਅਸੀਂ ਵੰਡ ਦੀ ਗੱਲ ਕਰਦੇ ਹਾਂ, ਸ਼ਰੀਕਾਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਉਦੋਂ ਪੈਸੇ ਦੇ ਲਾਲਚ ਵਿੱਚ ਉਹ ਲੋਕ ਪੈਸੇ ਦੀ ਖਾਤਰ ਕਿਸੇ ਹੋਰ ਕੋਲੋਂ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰਦੇ ਆ, ਜਾਂ ਕਿਸੇ ਹੋਰ ਨੂੰ ਠੇਕੇ 'ਤੇ ਦੇਣ ਦੀ ਕੋਸ਼ਿਸ਼ ਕਰਦੇ ਆ। ਉਦੋਂ ਇਹ ਕਲੇਸ਼ ਦਾ ਮੁੱਢ ਵੱਜਦਾ। ਅਤੇ ਜੇ ਇਹ ਚੰਗਾ ਹੋਵੇ ਕਿ ਜਿਨ੍ਹਾਂ ਪਰਿਵਾਰਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰ ਆ, ਇਹਨਾਂ ਗੱਲਾਂ ਦੀ ਜਿਹੜੀ ਕਲਾ ਕਲੇਸ਼ ਜਾਇਦਾਦਾਂ ਦੇ ਪ੍ਰਤੀ ਹੈਗਾ, ਉਹ ਆਪਸੀ ਬਹਿ ਕੇ ਭਰਾਤਰੀ ਤੌਰ 'ਤੇ ਨਜਿੱਠ ਸਕਣ, ਤਾਂ ਮੈਂ ਕਹਿੰਦਾ ਬਹੁਤ ਵਧੀਆ। ਜੇ ਅਸੀਂ NRI ਸਭਾਵਾਂ ਜਾਂ ਅਦਾਲਤਾਂ ਰਾਹੀਂ ਗੱਲ ਕਰਦੇ ਹਾਂ, ਠੀਕ ਆ, ਪਰ ਉਹ ਪੈਸਾ ਮਿਲ ਜਾਏਗਾ, ਜਾਇਦਾਦ ਜ਼ਰੂਰ ਮਿਲ ਜਾਏਗੀ, ਪਰ ਰਿਸ਼ਤੇ ਜਿਹੜੇ ਉਹ ਬਰਬਾਦ ਹੋ ਜਾਣਗੇ। ਅਤੇ ਜੇ ਰਿਸ਼ਤਾ ਨਾ ਰਿਹਾ ਤਾਂ ਫਿਰ ਕੁਛ ਵੀ ਨਾ ਰਿਹਾ। ਸੋ ਇਹ ਆ ਜਿਹੜੀ ਅਸੀਂ ਕਮਾਈ ਕਰਕੇ ਆਪਸੀ ਸੰਬੰਧ ਜਿਹੜੇ ਕਾਇਮ ਨਹੀਂ ਕਰ ਸਕੇ, ਤਾਂ ਮੈਂ ਸਮਝਦਾ ਵੀ ਉਹ ਕਮਾਈ ਵੀ ਕਿਸੇ ਕੰਮ ਨਹੀਂ ਜੀ। ਬਿਲਕੁਲ ਜੀ। ਸੋ ਜਿਸ ਵੀ ਕਿਸੇ ਜ਼ਮੀਨ 'ਤੇ, ਜਾਇਦਾਦ 'ਤੇ, ਕਿਸੇ ਪੈਸੇ 'ਤੇ, ਕਾਰੋਬਾਰ 'ਤੇ ਕਿਸੇ ਵਿਅਕਤੀ ਦਾ ਹੱਕ ਬਣਦਾ ਹੋਵੇ, ਮੈਂ ਸਮਝਦਾ ਜੀ ਉਹ ਆਪਣੀ ਮਰਜ਼ੀ ਨਾਲ ਛੱਡ ਦੇਵੇ ਅਤੇ ਜੀ ਸਦਕੇ, ਪਰ ਦਬਾਉਣ ਦੀ ਕੋਸ਼ਿਸ਼ ਹਰਗਿਜ਼ ਨਹੀਂ ਹੋਣੀ ਚਾਹੀਦੀ, ਭਾਵੇਂ ਕਿਸੇ ਪਾਸਿਓਂ ਵੀ ਹੋਵੇ। ਚੱਲਦੇ ਹਾਂ ਅਸੀਂ ਅੱਗੇ। ਵੈਸੇ ਖਬਰ ਅਸੀਂ ਸਰੀ ਤੋਂ ਸ਼ੁਰੂ ਕੀਤੀ ਸੀ, ਕੈਨੇਡਾ ਤੋਂ, ਜਿੱਥੇ ਕਿ ਪੰਜਾਬਣ 43 ਸਾਲਾ ਅੰਮ੍ਰਿਤਪਾਲ ਕੌਰ ਧਾਲੀਵਾਲ, ਇਸ ਦੀ ਸੜ ਜਾਣ ਕਰਕੇ ਮੌਤ ਹੋਈ। 3 ਬੱਚਿਆਂ ਦੀ ਮਾਂ ਸੀ। ਅਤੇ ਅਗਲੀ ਜੋ ਸਾਡੇ ਕੋਲ ਖਬਰ ਹੈ ਜੀ, ਉਹ ਵੀ ਦੁਨੀਆ ਦੇ ਦੂਸਰੇ ਕੋਨੇ ਤੋਂ ਹੈ, ਭਾਰਤ ਦੇ ਥੋੜ੍ਹਾ ਜਿਹਾ ਲਾਗੇ ਆ ਉਹ ਦੇਸ਼ ਮਲੇਸ਼ੀਆ, ਜਿੱਥੇ ਕਿ ਜ਼ੀਰਾ ਤੋਂ ਜ਼ੀਰਾ ਦੇ ਲਾਗੇ ਇੱਕ ਪਿੰਡ ਹੈ ਛੋਟਾ ਜਿਹਾ, ਉੱਥੋਂ ਇਹ ਰਜਵਿੰਦਰ ਕੌਰ ਨਾਂ ਦੀ ਲੜਕੀ 25 ਕੁ ਸਾਲ ਦੀ ਇਹ ਗਈ ਸੀ ਨੌਕਰੀ ਕਰਨ ਦੇ ਵਾਸਤੇ। ਉੱਥੇ ਕਿਸੇ ਬੈਂਕ ਮੈਨੇਜਰ ਦੇ ਘਰ ਇਹ ਨੌਕਰੀ ਕਰਦੀ ਵੀ ਸੀਗੀ, ਸਾਫ਼ ਸਫਾਈ ਦਾ ਕੰਮ। ਸੋ ਇੱਥੇ ਜਿਹੜੇ ਪੰਜਾਬੀ ਜਾਂ ਪੰਜਾਬਣਾਂ ਕਈ ਵਾਰੀ ਲੋਕਾਂ ਦੇ ਕੋਲੋਂ ਤਨਖਾਹਾਂ ਦੇ ਕੇ ਘਰਾਂ ਦੇ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀਆਂ ਨੇ, ਕਰਦੀਆਂ ਨੇ ਵਿਦੇਸ਼ਾਂ ਦੇ ਵਿੱਚ ਆਪ ਜਾ ਕੇ ਉਹ ਕੰਮ। ਪਰ ਦੁਖਦਾਈ ਘਟਨਾ ਸਰਦਾਰ ਖੱਖ ਜੀ ਇਹ ਵਾਪਰੀ ਕਿ ਜਿਸ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਨੌਕਰੀ ਬੈਂਕ ਮੈਨੇਜਰ ਦੇ ਘਰ ਸਾਫ਼ ਸਫਾਈ ਦੀ ਕਰਦੀ ਸੀ, ਉਸੇ ਹੀ ਬਿਲਡਿੰਗ ਦੇ ਤਹਿਖਾਨੇ ਦੇ ਵਿੱਚੋਂ 90% ਤੱਕ ਸੜੀ ਹੋਈ ਲਾਸ਼ ਇਸ ਪੰਜਾਬਣ ਦੀ ਰਜਵਿੰਦਰ ਕੌਰ ਦੀ ਮਿਲੀ ਹੈ। ਸੋ ਲਾਸ਼ ਤਕਰੀਬਨ ਬੇਪਛਾਣ ਹੈ। ਸਮਝਿਆ ਜਾ ਰਿਹਾ ਕਿ 2-3 ਮਹੀਨੇ ਪਹਿਲਾਂ ਭਾਵੇਂ ਅਜੇ ਗਈ ਸੀਗੀ, ਪਰ ਫਿਰ ਵੀ ਇਹ ਲਗਾਤਾਰ ਕਹਿੰਦੀ ਰਹਿੰਦੀ ਸੀਗੀ ਕਿ ਮਲੇਸ਼ੀਆ ਮੇਰਾ ਆਉਣਾ ਬਹੁਤ ਵੱਡੀ ਮੇਰੀ ਭੁੱਲ ਸੀਗੀ। ਭਾਵੇਂ ਕਿ ਆਪ ਦੀ ਇਸ ਦੀ ਦੋਸਤ ਇੱਕ ਲੜਕੀ ਮਨਜੀਤ ਕੌਰ ਹੈ, ਉਸ ਨੇ ਸਾਰਾ ਪ੍ਰਬੰਧ ਇਹਦਾ ਉੱਥੇ ਆਉਣ ਦਾ ਕੀਤਾ ਸੀਗਾ, ਉਹਦੇ ਕੋਲ ਹੀ ਆਪਣੇ ਚਿੱਤੋਂ ਗਈ ਸੀ। ਪਰ ਕਈ ਵਾਰੀ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਸਬਜ਼ ਬਾਗ ਦਿਖਾ ਕੇ ਇਸ ਤਰੀਕੇ ਦੇ ਨਾਲ ਭਰਮਾ ਕੇ ਲੋਕਾਂ ਨੂੰ ਆਪਣੇ ਕੋਲ ਸੱਦ ਲੈਂਦੇ ਨੇ, ਅਤੇ ਪਰ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਦੇ ਨਾਲ ਫਿਰ ਕਾਫੀ ਖੱਜਲ ਖੁਆਰੀ ਹੁੰਦੀ ਹੈ। ਜਿਸ ਤਰ੍ਹਾਂ ਕਿ ਇਹ ਲੜਕੀ ਵਾਪਸ ਆਉਣਾ ਚਾਹੁੰਦੀ ਸੀ ਪਰ ਕਦੇ ਆ ਨਾ ਸਕੀ, ਸੜ ਕੇ ਇਸ ਦੀ ਮੌਤ ਹੋ ਗਈ। 90% ਸੜੀ ਹੋਈ ਲਾਸ਼ ਪੰਜਾਬਣ ਦੀ ਮਲੇਸ਼ੀਆ ਦੇ ਵਿੱਚ ਮਿਲੀ ਹੈ।
ਜੌਹਲ ਸਾਹਿਬ, ਇਹ ਬੜੀ ਦੁਖਦਾਈ ਘਟਨਾ ਤੇ ਅਫਸੋਸਨਾਕ ਖਬਰ ਜਿਹੜੀ ਆ ਸਾਡੇ ਤੱਕ ਪਹੁੰਚੀ ਆ। ਬੜਾ ਇਸ ਗੱਲ ਦਾ ਦੁੱਖ ਹੋਇਆ ਕਿਉਂਕਿ ਇੱਕ ਜੌਹਲ ਸਾਹਿਬ ਕੁਝ ਸਾਲ ਪਹਿਲਾਂ ਵੀ ਵਰਤਾਰਾ ਸਿੰਘਾਪੁਰ ਖਾਸ ਤੌਰ 'ਤੇ ਲੜਕੀਆਂ ਦਾ ਕੁਝ ਏਜੰਟਾਂ ਨੇ ਇੱਦਾਂ ਦਾ ਕੀਤਾ ਸੀ ਵੀ ਉੱਥੇ ਨੌਕਰੀ ਦਿਵਾਉਣ ਵਾਸਤੇ ਲੜਕੀਆਂ ਨੂੰ ਇੱਥੋਂ ਲੈ ਕੇ ਜਾਂਦੇ ਸੀ ਔਰ ਸਾਡੇ ਇਸ ਇਲਾਕੇ 'ਚੋਂ ਕੁਝ ਲੜਕੀਆਂ ਗਈਆਂ ਔਰ ਜਿਨ੍ਹਾਂ ਤੰਗੀਆਂ ਤਰਾਸ਼ੀਆਂ ਦੇ ਵਿੱਚੋਂ ਦੀ ਨਿਕਲ ਕੇ ਔਰ ਔਕੜਾਂ ਝੱਲ ਕੇ ਉਹ ਵਾਪਸ ਆਈਆਂ ਔਰ ਬਿਆਨ ਕਰਨ ਤੋਂ ਬਾਹਰ ਸੀ। ਅੱਜ ਵੀ ਅਸੀਂ ਜਦੋਂ ਦਰਸ਼ਕਾਂ ਦੇ ਰੂਬਰੂ ਹੋ ਕੇ ਇਹ ਗੱਲਾਂ ਕਰਦੇ ਹਾਂ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ, ਪਰ ਇਹ ਸੱਚ ਹੈ, ਕੌੜਾ ਸੱਚ ਹੈ ਕਿ ਉਹਨਾਂ ਲੜਕੀਆਂ ਨੇ ਵੀ ਇੱਥੇ ਉਹ ਗੱਲਾਂ ਕਹੀਆਂ ਜਿਹੜੀਆਂ ਨਹੀਂ ਸੁਣੀਆਂ ਜਾ ਸਕਦੀਆਂ ਔਰ ਬਿਆਨਾਂ ਤੋਂ ਬਾਹਰ ਆ। ਔਰ ਇਸ ਲੜਕੀ ਜਿਹੜੀ ਮਲੇਸ਼ੀਆ ਤੋਂ ਇਹ ਖਬਰ ਆਈ ਆ ਸੜ ਕੇ 90% ਸੜੀ ਆ, ਉਹ ਜੌਹਲ ਸਾਹਿਬ ਇਹ ਮੈਂ ਸਮਝਦਾ ਕਿ ਆਤਮ ਹੱਤਿਆ ਆ। ਕਿਉਂਕਿ ਆਤਮ ਹੱਤਿਆ ਇਸ ਕਰਕੇ ਅਸੀਂ ਗਿਣਦੇ ਹਾਂ, ਜਿਹੜੀ ਲੜਕੀ ਇੱਥੋਂ ਗਈ ਉੱਥੇ ਜਾ ਕੇ ਉਹਨੂੰ ਉੱਥੇ ਦਾ ਜਿਹੜਾ ਰਹਿਣ ਸਹਿਣ ਆ ਜਾਂ ਉਹਦੀ ਆਪਣੇ ਇੱਥੋਂ ਦੇ ਪਰਿਵਾਰਕ ਰਿਸ਼ਤਿਆਂ ਦੇ ਹੁੰਦਿਆਂ ਹੋਇਆਂ ਜਿਹੜਾ ਉਹਨੇ ਉੱਥੇ ਦਾ ਵਰਤਾਰਾ ਵੇਖਿਆ ਉਹਦੇ ਸਮਝਣ ਤੋਂ ਬਾਹਰ ਸੀ ਜਾਂ ਉਹਨੂੰ ਅਪਣਾਉਣ ਤੋਂ ਬਾਹਰ ਸੀ ਔਰ ਉਹ ਮਾਨਸਿਕ ਪਰੇਸ਼ਾਨੀ 'ਚੋਂ ਇੰਨਾ ਕੁ ਲੰਘ ਰਹੀ ਸੀ ਕਿ ਉਹ ਆਪਣੇ ਪਿੱਛੇ ਪਰਿਵਾਰ ਨੂੰ ਵੀ ਮੇਰਾ ਖਿਆਲ ਦੱਸ ਸਕੀ ਹੋਣੀ। ਤਾਂ ਉਹਦੀ ਜਿਹੜੀ ਤੀਬਰ ਇੱਛਾ ਸੀ ਕਿ ਮੈਂ ਵਾਪਸ ਆ ਜਾਵਾਂ, ਪਰ ਜਦੋਂ ਮਾਪਿਆਂ ਨੇ ਪੈਸਾ ਲਾ ਕੇ ਭੇਜਿਆ ਹੋਵੇ ਇਸ ਆਸ ਨਾਲ ਕਿ ਉੱਥੋਂ ਕਮਾਈ ਕਰਕੇ ਭੇਜੇਗੀ, ਉਸ ਦੁਚਿੱਤੀ ਦੇ ਵਿੱਚ ਆਣ ਕੇ ਮੈਨੂੰ ਲੱਗਦਾ ਕਿ ਇਸ ਲੜਕੀ ਨੇ ਆਤਮ ਹੱਤਿਆ ਕੀਤੀ ਆ। ਔਰ ਇੱਥੋਂ ਸਾਬਤ ਹੁੰਦਾ ਕਿ ਕਿੰਨੇ ਕੁ ਅਸੀਂ ਖੁਸ਼ਹਾਲ ਹੁੰਦੇ ਜਾ ਕੇ ਵਿਦੇਸ਼ਾਂ ਦੇ ਵਿੱਚ ਔਰ ਕਿੰਨੇ ਕੁ ਪਰੇਸ਼ਾਨ ਹੁੰਦੇ ਆ, ਕਿੰਨੇ ਕੁ ਅਸੀਂ ਮਾਨਸਿਕ ਪਰੇਸ਼ਾਨੀਆਂ ਹੰਢਾਉਂਦੇ ਹਾਂ। ਇਹ ਜਿਹੜੀਆਂ ਦੋਵੇਂ ਖਬਰਾਂ ਸਾਨੂੰ ਇਸ ਗੱਲ ਵੱਲ ਸੰਕੇਤ ਦਿੰਦੀਆਂ ਜੀ। ਬਿਲਕੁਲ ਜੀ, ਸੋ ਸਮਝ ਲੈਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਪੰਜਾਬ ਤੋਂ ਉਡਾਰੀ ਮਾਰ ਜਾਵਾਂਗੇ ਅਤੇ ਬਾਕੀ ਸਾਰਾ ਕੁਝ ਸਵਰਗ ਹੀ ਹੈ, ਪਰ ਅਜਿਹਾ ਨਹੀਂ ਹੈ ਜੀ। ਬਹੁਤ ਸਾਰੇ ਧਰਤੀ ਦੇ ਟੁਕੜਿਆਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਪੰਜਾਬ ਐਡਾ ਵੱਡਾ ਨਰਕ ਨਹੀਂ ਹੈ ਜਿੱਡਾ ਵੱਡਾ ਕਈ ਵਾਰੀ ਇੱਥੇ ਰਹਿੰਦਿਆਂ ਲੋਕਾਂ ਨੂੰ ਸਾਰਾ ਕੁਝ ਖਾਂਦਿਆਂ ਪੀਂਦਿਆਂ ਹੰਡਾਉਂਦਿਆਂ ਜਵਾਨ ਹੁੰਦਿਆਂ ਲੱਗਦਾ ਰਹਿੰਦਾ, ਪਰ ਐਡੀ ਕੋਈ ਬਹੁਤੀ ਬੁਰੀ ਗੱਲ ਵੀ ਨਹੀਂ, ਬਹੁਤੀ ਕੋਈ ਵੱਡੀ ਬਦਕਿਸਮਤੀ ਵੀ ਨਹੀਂ ਕਿ ਜੇ ਕਿਸੇ ਦਾ ਕੋਈ ਪੰਜਾਬ ਦੇ ਵਿੱਚ ਜਨਮ ਹੋਇਆ ਹੈ। ਬਹੁਤ ਵੱਡੀ ਖੁਸ਼ਕਿਸਮਤੀ ਇਸ ਨੂੰ ਸਮਝਣਾ ਚਾਹੀਦਾ ਹੈ। ਸਾਡੇ ਕੋਲ ਇੱਕ ਹੋਰ ਖਬਰ ਹੈ, ਕਈ ਵਾਰ ਲੋਕ ਆਪਣੀਆਂ ਆਦਤਾਂ ਨਹੀਂ ਠੱਗੀ ਚੋਰੀ ਵਾਲੀਆਂ ਬਦਲਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ। ਸੋ ਇਹ ਮਿਸ ਪਾਕਿਸਤਾਨ ਹੈ ਜੀ, ਜਾਂ ਕਹਿ ਲਓ ਕਿ ਮਿਸਿਜ਼ ਪਾਕਿਸਤਾਨ ਹੈ। 2008 ਦੇ ਵਿੱਚ ਇਹ ਸੁਮਨ ਹਸਨਨ ਕਰਕੇ ਇਹਦਾ ਨਾਂ ਆਉਂਦਾ ਔਰਤ ਦਾ ਨੌਜਵਾਨ ਹੈ। ਸੋ ਇਹ ਮਿਸਿਜ਼ ਪਾਕਿਸਤਾਨ ਬਣੀ, ਫਿਰ ਕਿਸੇ ਤਰ੍ਹਾਂ ਆਪਣੇ ਪਤੀ ਦੇ ਨਾਲ ਇਹ ਗਈ ਜੀ ਅਮਰੀਕਾ ਦੇ ਵਿੱਚ। ਉੱਥੇ ਜਾ ਕੇ ਜਿਹੜਾ ਇਹਨਾਂ ਨੇ ਕਾਰੋਬਾਰ ਅਪਣਾਇਆ ਜੀ ਕਿ ਇੱਕ ਤਾਂ ਸਮਝਿਆ ਜਾਂਦਾ ਕਿ ਕਾਫੀ ਅਟਰੈਕਟਿਵ ਦਿਲਕਸ਼ ਸੀਗੀ ਇਹ ਔਰਤ, ਕਿਉਂਕਿ ਮਿਸਿਜ਼ ਰਹੀ ਹੈ ਪਾਕਿਸਤਾਨ, ਇਸ ਕਰਕੇ ਕਾਫੀ ਲੋਕਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲਿਆਉਣ ਦੀ ਇੱਕ ਤਰੀਕੇ ਦੇ ਨਾਲ ਇਹਦੇ ਕੋਲ ਕਲਾ ਹੈ। ਸੋ ਵੱਡੀ ਤਾਦਾਦ ਦੇ ਵਿੱਚ ਲੋਕ ਇਹਦੇ ਹੁਣ ਭਰਮ ਜਾਲ ਦੇ ਵਿੱਚ ਫਸ ਕੇ ਠੱਗੇ ਗਏ ਨੇ। 100 ਤੋਂ ਜ਼ਿਆਦਾ ਪਰਿਵਾਰ। ਕਾਰੋਬਾਰ ਇਹ ਅਪਣਾਇਆ ਸੀਗਾ ਕਿ ਉੱਥੇ ਜਿਹੜੇ ਲੋਕ ਕਰਜ਼ੇ ਲੈ ਲੈਂਦੇ ਨੇ ਬੈਂਕਾਂ ਤੋਂ ਹੈ ਜੀ, ਜਾਂ ਹੋਰ ਕਿਤਿਓਂ ਪ੍ਰਾਈਵੇਟ ਲੋਕਾਂ ਤੋਂ ਜਾਂ ਹੋਰ ਕਈ ਕਰਜ਼ੇ ਦੇਣ ਵਾਲੀਆਂ ਕੰਪਨੀਆਂ ਤੋਂ, ਅਤੇ ਫਿਰ ਕਈ ਵਾਰੀ ਹੁੰਦਾ ਕਿ ਕਰਜ਼ਾ ਤਾਂ ਹੁਣ ਲੈ ਲਿਆ, ਹੁਣ ਅਸੀਂ ਵਿਆਜ ਨਹੀਂ ਦੇ ਪਾ ਰਹੇ, ਹੁਣ ਅਸੀਂ ਕਿਸ਼ਤ ਨਹੀਂ ਦੇ ਪਾ ਰਹੇ, ਕਰਜ਼ਾ ਮੁਆਫ ਹੋ ਜਾਣਾ ਚਾਹੀਦਾ ਹੈ, ਘਟਾ ਦਿੱਤਾ ਜਾਣਾ ਚਾਹੀਦਾ ਹੈ। ਸੋ ਇਸ ਕਰਕੇ ਕਰਜ਼ਿਆਂ ਹੇਠ ਦੱਬੇ ਹੋਏ ਅਮਰੀਕਾ ਦੇ ਵਿੱਚ ਵਸੇ ਸਾਡੇ ਆਪਣੇ ਪਾਕਿਸਤਾਨ ਭਾਰਤ ਦੇ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸੇ ਜੀ। ਇਹ ਦਾਅਵਾ ਕਰਦੇ ਸੀਗੇ ਅਸੀਂ ਤੁਹਾਡਾ ਕਰਜ਼ਾ ਮੁਆਫ ਕਰਵਾ ਦਿਆਂਗੇ ਜਾਂ ਅਸੀਂ ਤੁਹਾਡਾ ਕਰਜ਼ਾ ਘਟਵਾ ਦਿਆਂਗੇ, ਲੇਕਿਨ ਕਿ ਕਰਜ਼ਾ ਘਟਾਉਣ ਲਈ, ਮੁਆਫ ਕਰਾਉਣ ਲਈ ਇਹਨਾਂ ਨੂੰ ਜਿਹੜੇ ਬੈਂਕ ਦੇ ਅਧਿਕਾਰੀਆਂ ਨਾਲ ਜਾਂ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦੇ ਨਾਲ ਗੱਲਬਾਤ ਕਰਨੀ ਪੈਣੀ ਹੈ। ਉਹਦੇ ਲਈ ਇਹਨਾਂ ਨੇ $3000 $5000 ਦੀ ਫੀਸ ਰੱਖੀ ਹੋਈ ਸੀਗੀ। ਸੋ ਇਹ ਫੀਸ ਕੋਈ ਤਕਰੀਬਨ 100 ਪਰਿਵਾਰਾਂ ਦੇ ਕੋਲੋਂ ਇਕੱਠੀ ਕਰਕੇ ਹਾਂਜੀ ਵੱਡੀ ਤਾਦਾਦ ਦੇ ਵਿੱਚ ਡਾਲਰ ਇਸ ਤਰ੍ਹਾਂ 100 ਪਰਿਵਾਰਾਂ ਤੋਂ ਭੋਟ ਕੇ ਵਾਪਸ ਪਾਕਿਸਤਾਨ ਆ ਗਏ ਜੀ। ਜੌਹਲ ਸਾਹਿਬ, ਜਿਨ੍ਹਾਂ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਵਾਸਤੇ ਇਹਨਾਂ ਢਕਵੰਜ ਰਚਿਆ, ਉਹਨਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਤਾਂ ਹੋਰ ਵਾਧਾ ਕਰਿਆ ਹੈ, ਪਰ ਆਪਣੀਆਂ ਪਰੇਸ਼ਾਨੀਆਂ ਦਾ ਮਸਲਾ ਹੱਲ ਕਰਕੇ ਉਹ ਫਿਰ ਆਪਣੇ ਦੇਸ਼ ਪਰਤੇ। ਸੋ ਗੱਲ ਇਹ ਆ ਕਿ ਇੱਥੇ ਗੱਲ ਫਿਰ ਦੁਬਾਰਾ ਉਹੀ ਆਉਂਦੀ ਆ ਕਿ ਲੋਕ ਚਾਹੇ ਉਹਦੇ ਸੁਹੱਪਣ ਦੇ ਪਿੱਛੇ, ਚਾਹੇ ਉਹਦੀਆਂ ਮਿੱਠੀਆਂ ਗੱਲਾਂ ਪਿੱਛੇ ਆਣ ਕੇ ਇਸ ਜਾਲ ਵਿੱਚ ਫਸ ਗਏ। ਸੋ ਫਸੇ ਹੋਏ ਲੋਕਾਂ ਦੇ ਹੁਣ ਇਹ ਕੋਈ ਚਾਰਾ ਨਹੀਂ ਰਿਹਾ ਕਿ ਅਸੀਂ ਦੁਬਾਰਾ ਉਸ ਦੇ ਕੋਲੋਂ ਜਿਹੜੀਆਂ ਆਪਣੀਆਂ ਫੀਸਾਂ ਦਿੱਤੀਆਂ ਜਾਂ ਆਪਣੇ ਸਾਡੇ ਮਸਲੇ ਆ ਉਹ ਹੱਲ ਕਰਵਾ ਲਈਏ। ਪਰ ਮੈਂ ਦੇਖਦਾ ਵੀ ਜੌਹਲ ਸਾਹਿਬ, ਜਿਹੜੇ ਲੋਕ ਉੱਥੋਂ ਦੇ ਸਿਟੀਜ਼ਨ ਆ, ਇਹ ਥੋੜ੍ਹਾ ਸਮਾਂ ਪਹਿਲਾਂ ਜਾ ਕੇ
ਵੀ ਉਹਨਾਂ ਕੋਲੋਂ ਲੋਕ ਇਹ ਮਸਲੇ ਹੱਲ ਕਰਵਾਉਂਦੇ ਆ। ਉਹਨਾਂ ਨੂੰ ਇਹ ਨਹੀਂ ਸਮਝ ਵੀ ਜਿਹੜੇ ਬੈਂਕਾਂ ਦੇ ਜਾਂ ਜਿੱਥੋਂ ਅਸੀਂ ਲੋਨ ਲਿਆ ਆ ਜਾਂ ਅਸੀਂ ਆ, ਸਾਨੂੰ ਖੁਦ ਇੱਥੇ ਦੇ ਕਾਇਦੇ ਕਾਨੂੰਨਾਂ ਦਾ ਪਤਾ ਹੋਣਾ ਚਾਹੀਦਾ ਕਿ ਇਹ ਮਸਲੇ ਕਿਵੇਂ ਹੱਲ ਹੋ ਸਕਦੇ ਆ। ਇੱਕ ਕੱਲ੍ਹ ਗਿਆ ਬੰਦਾ ਜਿਹੜਾ ਉਹਦੇ ਭਰਮ ਜਾਲ ਦੇ ਵਿੱਚ ਅਸੀਂ ਫਸਦੇ ਆ, ਤਾਂ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਆਪਣੀ ਨਲਾਇਕੀ ਆ, ਨਾ ਕਿ ਉਹਨਾਂ ਸਿਰ ਦੋਸ਼ ਮੜਨਾ ਚਾਹੀਦਾ, ਕਿਉਂਕਿ ਸਾਨੂੰ ਆਪ ਸਮਝਣਾ ਚਾਹੀਦਾ ਕਿ ਅਸੀਂ ਕਿਹਨਾਂ ਲੋਕਾਂ ਦੇ ਨਾਲ ਵਾਸਤਾ ਪਾ ਰਹੇ ਹਾਂ। ਬਿਲਕੁਲ ਜੀ, ਆਮ ਤੌਰ 'ਤੇ ਅਜਿਹਾ ਹੁੰਦਾ ਕਿ ਜਿੱਥੋਂ ਤੁਸੀਂ ਕਰਜ਼ਾ ਲੈਂਦੇ ਹੋ, ਜੇ ਕਿਸ਼ਤ ਚੁਕਾਉਣ ਦੇ ਵਿੱਚ, ਵਿਆਜ ਦੇਣ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ, ਅਤੇ ਉਹਨਾਂ ਮੁਲਕਾਂ ਦੇ ਤਾਂ ਸਿਸਟਮ ਹੀ ਇੰਨੇ ਸਾਫ਼ ਸੁਥਰੇ ਉਹਨਾਂ ਨੇ ਬਣਾਏ ਹੋਏ ਆ ਕਿ ਤੁਸੀਂ ਆਪ ਹੀ ਉਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਹੋ ਕਿ ਮੈਨੂੰ ਆਹ ਮੁਸ਼ਕਲ ਪੇਸ਼ ਆ ਰਹੀ ਹੈ, ਅਤੇ ਤੁਹਾਡੀ ਪੂਰੀ ਮਦਦ ਕਰ ਸਕਣਗੇ। ਜੇ ਕਰ ਸਕਦੇ ਹੋਣ ਤਾਂ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਹੀ ਨਹੀਂ ਪੈਂਦੀ। ਉਹਨਾਂ ਮੁਲਕਾਂ ਦਾ ਸਿਸਟਮ ਹੀ ਇੰਨਾ ਸਾਫ਼ ਸੁਥਰਾ ਅਤੇ ਪਾਰਦਰਸ਼ਕ ਹੈ, ਸੋ ਕਿਸੇ ਵਿਚੋਲੇ ਦੀ ਲੋੜ ਨਹੀਂ। ਪਰ ਕਈ ਵਾਰੀ ਅਨਪੜ੍ਹ ਅਤੇ ਅਧਪੜ੍ਹ ਕਿਸਮ ਦੇ ਲੋਕ, ਕਿਉਂਕਿ ਉੱਥੋਂ ਦੀ ਭਾਸ਼ਾ ਦੇ ਵਿੱਚ ਹੱਥ ਕਾਫੀ ਤੰਗ ਹੁੰਦਾ ਹੈ, ਅਤੇ ਉਹ ਫਿਰ ਇਹੋ ਜਿਹੇ ਵਿਚੋਲਿਆਂ ਦੇ ਜਾਲ ਦੇ ਵਿੱਚ ਫਸਦੇ ਨੇ ਅਤੇ ਠੱਗੇ ਜਾਂਦੇ ਨੇ। ਪਰ ਅਕਸਰ ਸਰਦਾਰ ਖੱਖ ਜੀ ਕਿਹਾ ਜਾਂਦਾ ਕਿ ਸਾਡੇ ਇਸ ਮੁਲਕ ਦੇ ਵਿੱਚੋਂ ਜਿਹੜੇ ਲੋਕ ਬਿਹਤਰ ਜੀਵਨ ਦੀ ਭਾਲ ਦੇ ਵਿੱਚ ਅਮਰੀਕਾ ਵਰਗੇ, ਕੈਨੇਡਾ ਵਰਗੇ ਜਾਂ ਹੋਰ ਵਿਕਸਿਤ ਦੇਸ਼ਾਂ ਵੱਲ ਨੂੰ ਗਏ ਵੀ ਨੇ, ਅਤੇ ਇੱਥੇ ਜਿਹੜੇ ਠੱਗ ਕਿਸਮ ਦੀ ਬਿਰਤੀ ਵਾਲੇ ਲੋਕ ਲੋਟੂ ਭੋਟੂ ਸੀਗੇ, ਭਾਵੇਂ ਉਹ ਬਾਬੇ ਹੀ ਹੋਣ, ਉਹ ਵੀ ਉਹਨਾਂ ਦੇ ਮਗਰ ਹੁਣ ਤੁਰ ਕੇ ਉੱਥੇ ਪਹੁੰਚਣ ਲੱਗ ਪਏ ਆ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਥੋੜ੍ਹੇ ਸਮੇਂ ਲਈ ਜਾਂਦੇ ਆ, ਪਰ ਲੋਕ ਉਹਨਾਂ ਦੇ ਮਗਰ ਲੱਗਣ ਤੋਂ ਬਾਜ਼ ਨਹੀਂ ਆ ਰਹੇ ਹਨ, ਵਾਰ-ਵਾਰ ਠੱਗੇ ਜਾਂਦੇ ਨੇ। ਸੋ ਇੱਥੋਂ ਕਈ ਤਰ੍ਹਾਂ ਦੇ ਬਾਬੇ ਵੀ ਜੀ ਅਜਿਹੇ ਜਾਂਦੇ ਥੋੜ੍ਹੇ ਸਮੇਂ ਦੇ ਲਈ, ਜਿਨ੍ਹਾਂ ਨੂੰ ਕਿ ਵੱਡੀ ਮਾਤਰਾ ਦੇ ਲੋਕ ਮੱਥਾ ਟੇਕਦੇ ਨੇ, ਉਹਨਾਂ ਨੂੰ ਚੜ੍ਹਾਵੇ ਦਿੰਦੇ ਨੇ ਜੀ। ਜੌਹਲ ਸਾਹਿਬ, ਆਪਾਂ ਜਿਵੇਂ ਕਿ ਪਹਿਲਾਂ ਪਿੱਛੇ ਖਬਰਾਂ ਦੇ ਵਿੱਚ ਇਹ ਚਰਚਾ ਕਰ ਚੁੱਕੇ ਹਾਂ ਕਿ ਸਾਡੇ ਲੋਕ ਪੰਜਾਬ 'ਚੋਂ ਗਏ ਆ, ਅਤੇ ਪੰਜਾਬ ਦੇ ਵਿੱਚੋਂ ਨਾਲ ਹੀ ਜਹਾਜ਼ਾਂ 'ਤੇ ਉਹ ਵਹਿਮ ਭਰਮ ਅਤੇ ਜੋ ਵੀ ਸੌੜੀ ਸੋਚ ਆ, ਅਸੀਂ ਬੇਸ਼ੱਕ ਪੜ੍ਹੇ ਲਿਖੇ ਹਾਂ, ਪਰ ਅਜੇ ਉਹਨਾਂ ਗੱਲਾਂ ਦੇ ਵਿੱਚ ਅਜੇ ਵੀ ਖੁੱਬੇ ਹੋਏ ਹਾਂ ਕਿ ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਲੋਕਾਂ ਨੂੰ ਉਤਸ਼ਾਹ ਦਿੰਦੇ ਹਾਂ ਅਸੀਂ, ਜਿਹੜੇ ਇੱਥੋਂ ਇਸ ਗੱਲ ਦਾ ਫਾਇਦਾ ਲੈਂਦੇ ਆ ਕਿ ਚਾਹੇ ਉਹ ਬਾਬਿਆਂ ਦੇ ਰੂਪ 'ਚ ਹੋਣ, ਤਾਂਤਰਿਕਾਂ ਦੇ ਵਿੱਚ ਰੂਪ ਦੇ ਵਿੱਚ ਹੋਣ, ਚਾਹੇ ਕਿਸੇ ਵੀ ਠੱਗ ਕੋਈ ਦੁਨਿਆਵੀ ਤੌਰ 'ਤੇ ਲਿਬਾਸ ਪਾ ਕੇ ਉਹ ਇੱਦਾਂ ਦਾ ਭਰਮਾਉਣ ਦਾ ਯਤਨ ਕਰੇ, ਜਿਵੇਂ ਕਿ ਅਸੀਂ ਇਸ ਮਿਸ ਹਿੰਦੁਸਤਾਨ ਦੀ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ। ਸੋ ਇਹ ਕਿਸੇ ਵੀ ਤਰੀਕੇ ਦੇ ਅਤੇ ਕਿਸੇ ਵੀ ਬਾਣੇ ਦੇ ਵਿੱਚ ਠੱਗ ਹੋ ਸਕਦੇ ਆ, ਅਤੇ ਲੋੜ ਹੈ ਸਾਨੂੰ ਆਪਣੀ ਅੱਖ ਜਿਹੜੀ ਤੀਸਰੀ ਜਿਹੜੀ ਆ ਨਾ, ਇੱਕ ਤਾਂ ਦੋ ਅੱਖਾਂ ਸਾਡੀਆਂ, ਇੱਕ ਤੀਸਰੀ ਗਿਆਨ ਵਾਲੀ ਸਮਝ ਵਾਲੀ ਆ, ਉਹਦੀ ਲੋੜ ਆ। ਖੁੱਲ੍ਹ ਜਾਏ ਤਾਂ ਸਾਡਾ ਇਹ ਮੇਰਾ ਖਿਆਲ ਹੈ ਕਿ ਭਰਮ ਚੁੱਕਿਆ ਜਾ ਸਕਦਾ, ਔਰ ਅੰਨ੍ਹੇਵਾਹ ਜਿਹੜੀ ਅਸੀਂ ਸ਼ਰਧਾ ਕਿਸੇ ਦੇ ਵਿਖਾਉਂਦੇ ਹਾਂ ਉਹ 'ਤੇ ਵੀ ਕੰਟਰੋਲ ਹੋ ਸਕਦਾ, ਅਤੇ ਇਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ, ਜਿਹੜੇ ਉਹ ਪਾਉਂਡ ਡਾਲਰ ਆਉਂਦੇ ਆ ਬੋਰੀਆਂ ਦੀਆਂ ਭਰ ਕੇ, ਉਹ ਬੰਦ ਵੀ ਹੋ ਸਕਦੇ ਆ। ਹਾਂ, ਸਹੀ ਬੰਦੇ ਦੀ ਪਛਾਣ ਕਰੋ, ਸਹੀ ਦਾ ਸਾਥ ਦਿਓ, ਅਤੇ ਜਿਹੜਾ ਗਲਤ ਆ ਅਤੇ ਸਿਰਫ ਇਸੇ ਕਰਕੇ ਜਾਂਦਾ ਕਿ ਮੈਂ ਨੋਟ ਕਮਾ ਕੇ ਲਿਆਉਣੇ ਆ, ਔਰ ਇੱਥੇ ਆਣ ਕੇ ਵੀ ਨੋਟਾਂ ਦਾ ਹੀ ਇੱਕ ਪਸਾਰਾ ਉਹਦਾ ਹੁੰਦਾ, ਭਰਮ ਜਾਲ ਬਣਾਇਆ ਹੁੰਦਾ, ਉਹਨਾਂ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਪ ਨੂੰ ਬਚਾਓ। ਬਿਲਕੁਲ ਜੀ, ਬਚਾਓ। ਸੋ ਲੁੱਟ ਖੋਹ ਦੀਆਂ ਵਾਰਦਾਤਾਂ ਵੱਡੀ ਤਾਦਾਦ ਦੇ ਵਿੱਚ ਹੁਣ ਸਾਡੇ ਪੰਜਾਬ ਦੇ ਵਿੱਚ ਵੀ ਵਾਪਰਨੀਆਂ ਘੱਟ ਨਹੀਂ ਰਹੀਆਂ ਹਨ। ਲੁਧਿਆਣਾ ਦੇ ਵਿੱਚ ਘੱਟੋ ਘੱਟ 3 ਨੌਜਵਾਨ ਜੀ, ਵੈਸੇ ਲੁਟੇਰੇ ਕਈ ਕਾਬੂ ਵੀ ਆਉਂਦੇ ਰਹਿੰਦੇ ਆ ਪੁਲਿਸ ਦੇ, ਅਤੇ ਸਾਨੂੰ ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਵੈਸੇ ਕੁਝ ਲੁਟੇਰੇ ਜਿਹੜੇ ਇਹੋ ਜਿਹੀਆਂ ਵਾਰਦਾਤਾਂ ਕਰਕੇ ਉੱਥੇ ਬੰਦ ਆ, ਉਹ ਦੱਸ ਰਹੇ ਸੀਗੇ ਜੀ ਵਾਰਦਾਤ ਅਸੀਂ ਇੱਕ ਅੱਧੀ ਕੀਤੀ, ਬਾਕੀ ਦੀਆਂ ਪੁਲਿਸ ਨੇ ਸਾਡੇ 'ਤੇ ਉੱਦਾਂ ਹੀ ਪਾ ਦਿੱਤੀਆਂ। ਸੋ ਲੇਕਿਨ ਕਿ 3 ਫੜੇ ਹੋਏ ਆ ਜੀ ਨੌਜਵਾਨ, ਇਹਨਾਂ ਨੇ ਕਾਫੀ ਸਾਰੀਆਂ ਠੱਗੀ ਚੋਰੀ ਦੀਆਂ ਵਾਰਦਾਤਾਂ ਕੀਤੀਆਂ, ਲੇਕਿਨ ਕਿ ਇੱਕ ਡਾਕਟਰ ਨੂੰ ਲੁੱਟਣਾ ਪੈ ਗਿਆ ਇਹਨਾਂ ਨੂੰ ਮਹਿੰਗਾ, ਜਿਹੜਾ ਕਿ ਬੈਂਕ ਦੇ ਵਿੱਚੋਂ ਪੈਸੇ ਲੈ ਕੇ ਬੱਸ ਦੇ ਵਿੱਚ ਸਵਾਰ ਹੋਇਆ, ਅਤੇ ਇਹਨਾਂ ਨੇ ਉਸ ਦਾ ਪਿੱਛਾ ਕੀਤਾ। ਬੈਂਕ ਤੋਂ ਜਿਉਂ ਹੀ ਉਹ ਬਾਹਰ ਆਇਆ ਅਟੈਚੀ ਫੜ ਕੇ, ਅਤੇ ਉਸ ਦੀ ਜੋ ਰਕਮ ਹੈ ਇੱਕ ਤਰੀਕੇ ਨਾਲ ਜਿੰਨੀ ਵੀ ਉਸਨੇ ਬੈਂਕ ਦੇ ਵਿੱਚੋਂ ਕਢਾਈ ਸੀ ਉਹ ਇਹਨਾਂ ਨੇ ਲੁੱਟੀ। ਪਰ ਜਦੋਂ ਇਹ ਗ੍ਰਿਫਤਾਰ ਹੋਏ, ਡਾਕਟਰ ਦੀ ਪੁਲਿਸ ਦੇ ਕੋਲ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਤੇ ਸਮਝਿਆ ਜਾਂਦਾ ਕਿ ਕਾਫੀ ਵੱਡੇ ਘਰਾਂ ਦੇ ਕਾਕੇ ਸੀਗੇ। ਹਾਂਜੀ, ਇੱਕ ਤਾਂ ਇਹਨਾਂ ਦੇ ਵਿੱਚੋਂ ਪਹਿਲਾਂ ਨਿਊਜ਼ੀਲੈਂਡ ਪੜ੍ਹਨ ਗਿਆ, ਉਹ ਪੜ੍ਹ ਕੇ ਵਾਪਸ ਆਇਆ ਹੋਇਆ, ਦੂਸਰਾ MBA ਦੀ ਡਿਗਰੀ ਕਰ ਰਿਹਾ ਹੈ, ਅਤੇ ਇਸੇ ਤਰ੍ਹਾਂ ਇੱਕ ਹੋਰ ਡਾਕਟਰ ਦੇ ਦਫ਼ਤਰ ਦੇ ਵਿੱਚ ਅਸਿਸਟੈਂਟ ਡਾਕਟਰ ਹੈ। ਸੋ ਇਸ ਕਿਸਮ ਦੇ ਨੌਜਵਾਨ ਵੀ ਲੁੱਟਾਂ ਖੋਹਾਂ ਕਰਦੇ ਅੱਜ ਕੱਲ੍ਹ ਕਾਬੂ ਆ ਰਹੇ ਜੀ ਪੰਜਾਬ 'ਚ। ਜੌਹਲ ਸਾਹਿਬ, ਮੈਂ ਤਾਂ ਸਮਝਦਾ ਕਿ ਇੱਥੇ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਇਸ ਧਰਤੀ 'ਤੇ ਹਰ ਤਰ੍ਹਾਂ ਦੇ ਲੋਕ ਮਿਲਣਗੇ। ਹਾਂਜੀ, ਉਹ ਬਿਰਤੀ ਭਾਵਾਂ ਉੱਚ ਘਰਾਣੇ ਦੇ ਹੋਣ, ਚਾਹੇ ਉਹ ਚੰਗੇ ਪੜ੍ਹੇ ਲਿਖੇ ਹੋਣ, ਪਰ ਬਿਰਤੀ ਜਿਹੜੀ ਪੈਸੇ ਕਮਾਉਣ ਦੀ ਆ ਅਤੇ ਸੌਖਿਆਂ ਕਮਾਉਣ ਦੀ, ਉਹ ਇਹੀ ਆ ਵੀ ਚਲੋ ਹੋਰ ਤਾਂ ਮਿਹਨਤ ਕਰਨੀ ਪੈਣੀ, ਅਤੇ ਖਰਾ ਮਹੀਨੇ ਬਾਅਦ ਜਾਂ 6 ਮਹੀਨੇ ਸਾਨੂੰ ਪੈਸੇ ਮਿਲਣਗੇ, ਇਹ ਸਾਨੂੰ ਹੁਣੇ ਹੀ ਉਸੇ ਵੇਲੇ ਹੀ ਨਕਦੀ ਪ੍ਰਾਪਤ ਹੋ ਜਾਣੀ ਆ, ਅਤੇ ਇਹਦੇ ਨਾਲ ਸ਼ਾਇਦ ਅਸੀਂ ਆਪਣੇ ਸੁਪਨ ਸੰਸਾਰ ਸਜਾ ਲਵਾਂਗੇ। ਇਹਨਾਂ ਬਿਰਤੀਆਂ ਦਾ ਕਰਕੇ, ਇਹ ਸੋਚ ਕਰਕੇ ਜਿਹੜਾ ਜੋ ਕੁਛ ਵੀ ਹੋ ਰਿਹਾ, ਇਹ ਤਿੰਨੇ ਨੌਜਵਾਨ ਜਿਹੜੇ ਆ ਬੇਸ਼ੱਕ ਪੜ੍ਹੇ ਲਿਖੇ ਵੀ ਆ, ਜਾਂ ਵਿਦੇਸ਼ 'ਚ ਦੌਰੇ ਕਰਕੇ ਪਤਾ ਲੱਗਾ ਕਿ ਉਹ ਪਿੰਡੇ 'ਤੇ ਜਿਹੜੀ ਮਿਹਨਤ ਹੁੰਦੀ ਆ, ਉਹ ਦਰਦ ਹੰਢਾਇਆ ਹੁੰਦਾ ਵੀ ਕਿਵੇਂ ਪੈਸਾ ਕਮਾਇਆ ਜਾਂਦਾ, ਅਤੇ ਇਹ ਜਿਹੜੀ ਠੱਗੀ ਦੀ ਚੋਰੀ ਦੀ ਵਾਰਦਾਤ ਕੀਤੀ, ਉਹਨਾਂ ਨੇ ਤਾਂ ਸੋਚਿਆ ਵੀ ਸ਼ਾਇਦ ਇਹ ਨੋਟਾਂ ਦੀ ਸੂਟਕੇਸ ਲੈ ਕੇ ਅਤੇ ਅਸੀਂ ਆਪਣਾ ਕੋਈ ਨਾ ਕੋਈ ਚੰਗਾ ਮਤਲਬ ਕੱਢ ਲਾਂਗੇ,
ਪਰ ਹੋਇਆ ਉਲਟ ਕਿ ਉਹ ਫਸ ਗਏ। ਸੋ ਗੱਲ ਇਹ ਆ ਕਿ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਚੋਰ ਠੱਗ ਕਿਹੜੀ ਕਿਸਮ ਦੇ ਅਤੇ ਕਿਹੜੇ ਪਰਪਸ ਵਾਸਤੇ ਆਉਂਦੇ ਆ, ਪਰ ਹੁੰਦਾ ਤਾਂ ਇੱਕੋ ਹੀ ਸਾਰਿਆਂ ਦਾ ਮਕਸਦ ਹੈ, ਚਾਹੇ ਉਹ ਵੱਡਿਆਂ ਘਰਾਣਿਆਂ ਦੇ ਹੋਣ, ਚਾਹੇ ਕੋਈ ਗਰੀਬ ਹੋਵੇ, ਲੋੜਵੰਦ ਹੋਵੇ, ਪਰ ਇਹ ਜਿਹੜੀ ਵਾਰਦਾਤ ਇੱਦਾਂ ਦੀ ਲੁੱਟ ਖੋਹ ਦੀ ਵਾਰਦਾਤ ਕਰਨੀ ਆ, ਉਹ ਆਖਰ ਤਾਂ ਸਮਾਜ ਦੇ ਵਿੱਚ ਉਹ ਦੋਸ਼ੀ ਕਾਏ ਜਾਣਗੇ। ਬਿਲਕੁਲ ਜੀ, ਲੇਕਿਨ ਕਿ ਕਮਾਲ ਦੀ ਗੱਲ ਹੈ, ਦੇਖੋ ਇਹ ਜਿਹੜਾ ਨਿਊਜ਼ੀਲੈਂਡ ਤੋਂ ਪੜ੍ਹ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਕੋਈ ਆਇਆ ਹੋਇਆ ਪੰਜਾਬ ਦੇ ਵਿੱਚ ਨੌਜਵਾਨ ਅਤੇ ਇੱਥੇ ਆ ਕੇ ਕਰੇ ਲੁੱਟਾਂ ਖੋਹਾਂ, ਬੜੀ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਵਿਅਕਤੀ ਹਨ ਜੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ, ਉੱਥੋਂ ਦੇ ਵਿਕਸਿਤ ਸਮਾਜਾਂ ਨੂੰ ਦੇਖ ਕੇ ਆਉਂਦੇ ਨੇ ਕਿ ਕਿਵੇਂ ਉਹਨਾਂ ਲੋਕਾਂ ਦਾ ਜੀਵਨ ਸਾਡੇ ਤੋਂ ਵਧੀਆ ਬਣਿਆ ਹੋਇਆ, ਕਿਵੇਂ ਅਸੀਂ ਉਹਨਾਂ ਦੇ ਵਿੱਚ ਜਾ ਕੇ ਰਹਿਣ ਨੂੰ ਤਰਸਦੇ ਹਾਂ, ਅਤੇ ਕਿਵੇਂ ਫਿਰ ਆਪਣੀਆਂ ਅਸੀਂ ਆਦਤਾਂ ਨਹੀਂ ਬਦਲਦੇ ਹਾਂ, ਆਦਤਾਂ ਨਹੀਂ ਬਦਲਦੇ ਹਾਂ, ਅਤੇ ਉਹਨਾਂ ਸਮਾਜਾਂ ਦੇ ਵਿੱਚ ਸਮਾਂ ਗੁਜ਼ਾਰਨ ਤੋਂ ਬਾਅਦ ਵੀ ਆ ਕੇ ਅਸੀਂ ਇੱਥੇ ਉਹੀ ਚੱਕੀ ਪੀਂਦੇ ਹਾਂ ਜਿਹਦੇ ਅਸੀਂ ਯੋਗ ਹੁੰਦੇ ਹਾਂ। ਗੱਲ ਇਹ ਆ ਜੀ ਵੀ ਕਰਤੂਤ ਸਾਡੀ ਬਦਲਦੇ ਨਹੀਂ, ਚਾਹੇ ਅਸੀਂ ਕਿਸੇ ਵੀ ਥਾਂ ਚਲੇ ਜਾਈਏ, ਬੇਸ਼ੱਕ ਉਹ ਭਾਵੇਂ ਉੱਥੇ ਜਾ ਕੇ ਉੱਧਰਲੇ ਲੋਕਾਂ ਦਾ ਰਹਿਣ ਸਹਿਣ ਦੇ ਵੇਖ ਆਇਆ, ਉੱਥੇ ਦੀ ਕਾਰ ਵਿਹਾਰ ਜੋ ਵੀ ਹੈ, ਕੰਮ ਧੰਦਾ ਕਿਵੇਂ ਚੱਲਦਾ ਆ, ਪਰ ਉੱਥੇ ਦਾ ਮੈਨੂੰ ਤਾਂ ਐਂ ਲੱਗਦਾ ਕਿ ਉਹ ਬੰਦਾ ਪੜ੍ਹਾਈ ਦੇ ਤੌਰ ਤੇ ਗਿਆ, ਪਰ ਪੜ੍ਹਾਈ ਕਰਨ ਨਹੀਂ ਗਿਆ। ਉਹਨੇ ਸੋਚਿਆ ਸ਼ਾਇਦ ਉੱਥੇ ਵੀ ਪਾਉਂਡ ਡਾਲਰ ਜਿਹੜੇ ਸ਼ਾਇਦ ਸਾਨੂੰ ਇੱਦਾਂ ਸੌਖਿਆਂ ਮਿਲ ਜਾਣੇ ਆ, ਉਹਦਾ ਭਰਮ ਟੁੱਟਾ ਤਾਂ ਉਹ ਫਿਰ ਇੱਥੇ ਵਾਪਸ ਆਇਆ। ਹੱਡ ਹਰਾਮੀ ਲੋਕ ਜਿਹੜੇ ਆ, ਚਾਹੇ ਉਹ ਨੌਜਵਾਨ ਹੋਵੇ ਚਾਹੇ ਕੋਈ ਵੀ ਹੋਵੇ, ਜਿਹੜੇ ਕੰਮ ਕਰਕੇ ਨਹੀਂ ਰਾਜੀ, ਉਹ ਸਮਝਦੇ ਕਿ ਸ਼ਾਇਦ ਇੱਦਾਂ ਹੀ ਪੈਸਾ ਮਿਲ ਜੇ, ਉਹਨਾਂ ਲੋਕਾਂ ਦਾ ਇਹ ਕੰਮ ਹੁੰਦਾ ਜੀ। ਬਿਲਕੁਲ ਜੀ, ਹੋ ਸਕਦਾ ਆਇਆ ਨਾ ਹੋਵੇ, ਕਈ ਵਾਰੀ ਇਹੋ ਜਿਹੇ ਚੰਦ ਜਦੋਂ ਉੱਥੇ ਚਾੜ੍ਹਦੇ ਨੇ ਤਾਂ ਫਿਰ ਉਹ ਬਿਰੰਗ ਕਈ ਵਾਰੀ ਵਾਪਸ ਵੀ ਮੋੜਦੇ ਨੇ, ਅਤੇ ਇਹੋ ਜਿਹੇ ਵੀ ਬਹੁਤ ਸਾਨੂੰ ਹਾਂਜੀ ਇੱਥੇ ਮਿਲਦੇ ਹੈ ਜਿਹੜੇ ਕਿ ਕਹਿੰਦੇ ਕਿ ਅਸੀਂ ਆਏ ਹਾਂ ਉੱਥੋਂ ਚਲੇ ਜਾਣਾ ਵਾਪਸ, ਲੇਕਿਨ ਕਿ ਗਏ ਜਾਂਦੇ ਨਹੀਂ ਗੇ ਬਹੁਤ ਲੰਬਾ ਸਮਾਂ, ਅਤੇ ਫਿਰ ਲੋਕ ਕਹਿੰਦੇ ਜੀ ਕਿ ਕੋਈ ਨਾ ਕੋਈ ਅਜਿਹਾ ਉੱਥੇ ਹੋਣਾ ਮਾਮਲਾ। ਸੋ ਜਿਸ ਵੇਲੇ ਫਿਰ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ, ਅਤੇ ਇਹੋ ਜਿਹੇ ਲੋਕਾਂ ਦੀ ਕਈ ਵਾਰੀ ਅਸਲੀਅਤ ਖੁੱਲ੍ਹ ਕੇ ਸਾਹਮਣੇ ਆਉਂਦੀ ਵੀ ਹੈ। ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ, ਅਤੇ ਸਾਡੇ ਕੋਲ ਖਬਰ ਹੈ ਜੀ, ਇਹ ਤਰਨ ਤਾਰਨ ਦੇ ਇਲਾਕੇ ਤੋਂ ਆਈ ਹੈ ਕਿ ਇੱਕ ਪਾਣੀ ਦਾ ਖਾਲ ਵਗਦਾ ਦੋ ਕਿਸਾਨਾਂ ਦੀ ਜ਼ਮੀਨ ਦੇ ਵਿਚਾਲੇ, ਉਸ ਦਾ ਕੋਈ ਵੰਡ ਵੰਡਾਈਏ ਦਾ ਕੋਈ ਰੇੜਕਾ ਸੀਗਾ ਜਾਂ ਪਾਣੀ ਦੀ ਵਾਰੀ ਲੈਣ ਦੀ ਕੋਈ ਗੱਲ ਸੀ, ਕਿਸੇ ਮਾਮੂਲੀ ਗੱਲ ਤੋਂ ਤਕਰਾਰ ਹੋਇਆ। ਅਸੀਂ ਪੁਲਿਸ ਦੇ ਅੰਕੜੇ ਸਾਂਝੇ ਕੀਤੇ ਸੀਗੇ 2010 ਦੇ ਕਿ ਕਤਲ ਹੋਏ ਪੰਜਾਬ ਦੇ ਵਿੱਚ 907, ਵੱਡੀ ਤਾਦਾਦ ਦੇ ਵਿੱਚ ਅਜਿਹੇ ਕਤਲ ਹੋਏ ਕਿ ਕਿਸੇ ਗੱਲ ਤੋਂ ਉੱਦਾਂ ਹੀ ਪਹਿਲਾਂ ਕੋਈ ਗੱਲ ਸ਼ੁਰੂ ਹੋਈ ਦੋ ਧੜਿਆਂ ਦੇ ਵਿਚਕਾਰ, ਉਹ ਬਹਿਸ ਹੋ ਗਈ, ਬਹਿਸ ਹੋ ਕੇ ਗੁੱਸਾ ਹੀ ਇੰਨਾ ਇੱਕ ਦੂਸਰੇ 'ਤੇ ਆ ਗਿਆ ਕਿ ਹਮਲੇ ਕਰ ਦਿੱਤੇ ਅਤੇ ਕਤਲ ਦੀ ਘਟਨਾ ਵਾਪਰ ਗਈ। ਜਿਸ ਕਿਸਮ ਦੀਆਂ ਘਟਨਾਵਾਂ ਵਾਪਰਨਾ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਨੇ, ਅਤੇ ਇਹ ਝਗੜਾ ਹੋਇਆ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਜੀ। ਪਹਿਲਾਂ ਕੁਝ ਮੋਤਬਰ ਬੰਦੇ ਇਹਨਾਂ ਦੋਨਾਂ ਧਿਰਾਂ ਨੂੰ ਹੀ ਆ ਕੇ, ਜਿਸ ਦੇ ਵਿੱਚ 20-25 ਬੰਦੇ ਸ਼ਾਮਲ ਹੈ, ਛੁਡਾ ਵੀ ਗਏ, ਇਹਨਾਂ ਦੀ ਸੁਲ੍ਹਾ ਸਫਾਈ ਵੀ ਕਰਾ ਗਏ ਸਵੇਰ ਵੇਲੇ, ਲੇਕਿਨ ਕਿ ਸ਼ਾਮ ਨੂੰ ਇਹ ਫਿਰ ਆਪਸ ਦੇ ਵਿੱਚ ਖੈਬੜ ਪਏ, ਫਿਰ ਆਮੋ ਸਾਹਮਣੇ ਹੋ ਗਏ, ਗੋਲੀ ਚੱਲ ਗਈ, ਇੱਕ 25 ਸਾਲ ਦੇ ਨੌਜਵਾਨ ਦੀ ਮੌਤ ਹੀ ਹੋ ਗਈ ਹੈ, ਅਤੇ ਹੁਣ ਕੇਸ ਦਰਜ ਕੀਤਾ ਹੋਇਆ, 2 ਬੰਦੇ ਗ੍ਰਿਫਤਾਰ ਨੇ, 24 ਇਹਨਾਂ ਦੀ ਭਾਲ ਹਜੇ ਬਾਕੀਆਂ ਦੀ ਕੀਤੀ ਜਾ ਰਹੀ ਹੈ। ਲੇਕਿਨ ਕਿ ਮਾਮੂਲੀ ਤਕਰਾਰ ਤੋਂ ਬਾਅਦ ਦੇਖੋ ਗੋਲੀ ਚੱਲੀ ਅਤੇ ਨੌਜਵਾਨ ਦਾ ਕਤਲ ਜੀ। ਜੌਲ ਸਾਹਿਬ, ਗੱਲ ਇਹ ਆ ਕਿ ਬਾਤ ਦਾ ਬਤੰਗੜ ਬਣਨਾ ਛੋਟੀ ਜਿਹੀ ਗੱਲ ਤੋਂ, ਗੱਲ ਇਹ ਆ ਕਿ ਕਈ ਤਾਂ ਲੋਕ ਹੁੰਦੇ ਆ ਮਸਲੇ ਨੂੰ ਸੁਲਝਾਉਣ ਵਾਲੇ ਅਤੇ ਕੋਈ ਉਲਝਾਉਣ ਵਾਲੇ ਹੁੰਦੇ ਆ। ਸੋ ਗੱਲ ਇਹ ਆ ਕਿ ਇਹ ਤਾਂ ਦੋਵਾਂ ਪਰਿਵਾਰਾਂ ਦੀ ਆਪਸੀ ਸੂਝ ਬੂਝ ਦੀ ਗੱਲ ਸੀ ਕਿ ਜੇ ਉਹ ਇਹ ਪਾਣੀ ਦੇ ਆਪਸੀ ਮਸਲੇ ਨੂੰ ਨਜਿੱਠ ਲੈਂਦੇ। ਜਦੋਂ ਵੀ ਇਹ ਗੱਲ ਇੱਕ ਅਣਖ ਗੈਰਤ ਦੀ ਜਦੋਂ ਬਣ ਜਾਂਦੀ ਤੂੰ ਮੈਂ ਤੋਂ, ਦੋਵੇਂ ਧਿਰਾਂ ਆਪਣੇ ਆਪ ਨੂੰ ਨੀਵਾਂ ਨਹੀਂ ਅਖਵਾਉਂਦੀਆਂ, ਦੋਵੇਂ ਆਪਣੇ ਆਪ ਨੂੰ ਬਹੁਤ ਬਰਾਬਰ ਦੀਆਂ ਉਦੋਂ ਇੱਕ ਦੂਜੇ ਤੋਂ ਵੱਡਾ ਅਖਵਾਉਂਦੀਆਂ, ਅਤੇ ਹਰ ਤਰ੍ਹਾਂ ਜਿਹੜਾ ਆ ਉਹ ਜਦੋਂ ਇੱਥੋਂ ਤੱਕ ਨੌਬਤ ਆਉਂਦੀ ਆ ਕਿ ਅਸੀਂ ਤੇਰੇ ਤੋਂ ਤਗੜੇ, ਉਹ ਕਹਿੰਦਾ ਮੈਂ ਤੇਰੇ ਤੋਂ ਤਗੜਾ, ਤਾਂ ਆਪਣੇ ਬਾਹੂਬਲ ਨੂੰ ਵਿਖਾਉਂਦਿਆਂ ਜਦੋਂ ਇੱਥੋਂ ਇਹੋ ਜਿਹੀਆਂ ਵਾਰਦਾਤਾਂ ਅਸੀਂ ਸੁਣਦੇ ਹਾਂ ਇਸ ਪੰਜਾਬ ਦੀ ਧਰਤੀ ਤੋਂ, ਅਤੇ ਆਮ ਤੌਰ 'ਤੇ ਚਾਹੇ ਉਹ ਜਾਇਦਾਦ ਦਾ ਬੰਨੇ ਦਾ ਝਗੜਾ ਹੋਵੇ, ਚਾਹੇ ਵੰਡ ਵਡਾਈਏ ਦਾ ਝਗੜਾ ਹੋਵੇ, ਚਾਹੇ ਖਾਲਾਂ ਦੇ ਪਾਣੀ ਦੀ ਵਾਰੀ ਦੀ ਗੱਲ ਹੋਵੇ, ਉੱਥੇ ਫਿਰ ਇਹ ਸਮਝਦੇ ਆ ਕਿ ਮੈਂ ਤੇਰੇ ਤੋਂ ਤਗੜਾ ਤਾਂ ਤੂੰ ਮੇਰੇ ਤੋਂ ਤਗੜਾ। ਜਦੋਂ ਹੱਥੋਂ ਪਾਈ ਦੀ ਗੱਲ ਹੁੰਦੀ ਤਾਂ ਫਿਰ ਇੱਕ ਨੇ ਢੇਰੀ ਹੋਣਾ ਹੁੰਦਾ, ਦੂਸਰਾ ਜਾ ਕੇ ਆਪ ਹੀ ਉੱਥੇ ਚੀਰ ਫਾੜ ਕਰ ਲੈਂਦਾ, ਬਰਾਬਰ ਦੇ ਕੇਸ ਬਣ ਜਾਂਦੇ, ਅਦਾਲਤਾਂ ਵਿੱਚ ਪਹੁੰਚ ਜਾਂਦੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਇਹ ਇੱਕ ਨਾ ਜਿਵੇਂ ਅਣਖ ਦੀ ਗੱਲ ਜਦੋਂ ਆਪਾਂ ਕਹਿੰਦੇ ਗੈਰਤ ਦੀ ਗੱਲ ਆ, ਹੁੰਦਾ ਵਿੱਚ ਕੁਛ ਵੀ ਨਹੀਂ, ਪਰ ਅਖੀਰ ਉਹ ਜਿਹੜਾ ਨੌਬਤ ਇੱਥੋਂ ਤੱਕ ਆ ਜਾਂਦੀ ਆ ਕਿ ਦੋਵੇਂ ਪਰਿਵਾਰ ਜਿਹੜੇ ਆ ਉਜਾੜੇ ਦਾ ਕਾਰਨ ਬਣ ਜਾਂਦੇ। ਬਿਲਕੁਲ ਜੀ। ਸੋ ਅਸੀਂ ਪ੍ਰੋਗਰਾਮ ਦੇ ਵਿੱਚ ਕੁਝ ਕੁ ਖਬਰਾਂ ਦੇ ਬਾਰੇ 'ਚ ਗੱਲਬਾਤ ਕਰ ਰਹੇ ਹਾਂ, ਅਤੇ ਸਾਹਿਤਕ ਪੀੜ ਨਡਾਲਾ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਖੱਖ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ 'ਚ ਸ਼ਾਮਲ ਹਨ। ਅਸੀਂ ਪਰਤਦੇ ਹਾਂ ਨਡਾਲਾ ਇਲਾਕੇ ਦੇ ਵਿੱਚ, ਅਤੇ ਨਡਾਲਾ ਤੋਂ ਬੇਗੋਵਾਲ ਨੂੰ ਜਾਂਦੀ ਸੜਕ ਇੱਕ ਬਿਹਾਰ ਤੋਂ ਆਏ ਪ੍ਰਵਾਸੀ ਹਾਂਜੀ ਮਜ਼ਦੂਰ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ ਕਿ ਦੇਖੋ ਬੇਗੋਵਾਲ ਦਾਣਾ ਮੰਡੀ ਦੇ ਵਿੱਚ ਕੰਮ ਕਰਦਾ ਸੀਗਾ, ਸਾਈਕਲ 'ਤੇ ਸਵਾਰ ਹੋ ਕੇ ਨਡਾਲਾ ਤੋਂ ਬੇਗੋਵਾਲ ਜਾ ਰਿਹਾ ਸੀਗਾ। ਕਿਸੇ ਤਰੀਕੇ ਦੇ ਨਾਲ ਜੋ ਟਰੱਕ ਹੈ ਕੋਈ ਤੇਜ਼ ਰਫ਼ਤਾਰ, ਉਹ ਇਸ ਨੂੰ ਫੇਟ ਮਾਰ ਕੇ ਚਲਾ ਗਿਆ,
इस नौजवान की प्रवासी मजदूर की बिहार तो आए हुए की ये मौत हो गई है नडाला बेगोवाल सड़क पर। साइकिल पर सवार हो के नित दिन अपनी मेहनत मजदूरी करदियां नौजवान अपनी ज़िंदगी बेहतर बना रहा होएगा, अपनी ज़िंदगी नूं होर उच्चा चुकण लई कोई गोंदा जरूर गुंद रहा होएगा। किड्डी दूर आया सीगा अपने घरों, सो लेकिन कि ट्रक की फेट वजन करके मौत हो गई। ट्रक वाला मौके तो फरार हो गया जी। जौहर साहब, बड़े दुख की गल आ कि असीं जिंदगी दे विच कई सुपने उलीके हुंदे आ। सुपने सारिਆਂ ਲਈ ਇੱਕੋ ਜਿਹੇ ਹੁੰਦੇ, ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ। ਅਮੀਰ ਜੇ ਆਪਣੇ ਮਹਿਲਾਂ ਵਿੱਚ ਬੈਠੇ ਸੁਪਨੇ ਉਲੀਕ ਸਕਦਾ ਤਾਂ ਗਰੀਬ ਆਪਣੀ ਚੌਂਪੜੀ ਦੇ ਵਿੱਚ ਇਸ ਪਰਿਵਾਰ ਦਾ ਇਹ ਮੁਖੀਆ ਜਿਹੜਾ ਬਿਹਾਰ ਤੋਂ ਇੱਥੇ ਆਇਆ, ਉਹ ਮਿਹਨਤ ਮਜ਼ਦੂਰੀ ਕਰਕੇ ਉਹਨੇ ਆਪਣੇ ਬੱਚਿਆਂ ਦਾ ਪਾਲਣਾ ਸੀਗਾ। ਜਿੱਡਾ ਕੁ ਬੰਦੇ ਦੀ ਸੋਚ ਹੁੰਦੀ ਆ, ਜਿੰਨੇ ਕੁ ਉਹਦੀ ਔਕਾਤ ਹੁੰਦੀ ਆ, ਓਡਾ ਵੱਡਾ ਉਹ ਸੁਪਨੇ ਦਾ ਸਿਰਜਦਾ। ਸੋ ਇਹ ਆ ਵੀ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਸਤੇ, ਬਿਹਤਰ ਜ਼ਿੰਦਗੀ ਦੇਣ ਵਾਸਤੇ ਉਹ ਜਿਹੜਾ ਆ ਉਹਨੇ ਇੱਥੇ ਮਜ਼ਦੂਰੀ ਕਰਦਾ ਸੀਗਾ। ਸੋ ਬੜੇ ਦੁੱਖ ਦੀ ਗੱਲ ਆ ਕਿ ਉਹਦੀ ਮੌਤ ਦੇ ਨਾਲ, ਉਹਦੀ ਜ਼ਿੰਦਗੀ ਖਿੰਡ ਜਾਣ ਦੇ ਨਾਲ ਉਹਦੇ ਜਿਹੜੇ ਪਰਿਵਾਰ ਦੇ ਆ, ਉਹਦੇ ਆਪਣੇ ਸੁਪਨੇ ਜਿਹੜੇ ਖਿੰਡ ਗਏ। ਅਸੀਂ ਇਹ ਸਮਝਦੇ ਹਾਂ ਕਿ ਬਹੁਤ ਦੁਖਦਾਈ ਗੱਲ ਆ। ਇਸੇ ਤਰ੍ਹਾਂ ਹੀ ਕਈ ਇਹੋ ਜਿਹੀਆਂ ਕੀਮਤੀ ਜਿੰਦਾਂ ਜਿਹੜੀਆਂ ਸਾਡੇ ਵੱਡੀਆਂ ਗੱਡੀਆਂ ਹੁੰਦੀਆਂ ਆ, ਉਹ ਛੋਟੀਆਂ ਨੂੰ ਅਣਗੌਲਿਆਂ ਕਰਕੇ ਜਦੋਂ ਬੇਪਰਵਾਹ ਹੋ ਕੇ ਇੱਦਾਂ ਦਰੜ ਜਾਂਦੇ ਆ ਤਾਂ ਉਹਨਾਂ ਦੇ ਮਨ 'ਚ ਇਹ ਨਹੀਂ ਹੁੰਦਾ ਵੀ ਉਹ ਕਿੰਨੀਆਂ ਜ਼ਿੰਦਗੀਆਂ ਸਾਡੇ ਕੋਲੋਂ ਬਰਬਾਦ ਹੋਈਆਂ। ਇੱਕ ਦੀ ਮੌਤ ਨੇ ਕਿੰਨੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ। ਸੋ ਲੋੜ ਹੈ ਵੱਡੀਆਂ ਗੱਡੀਆਂ ਵਾਲਿਆਂ ਨੂੰ ਛੋਟਿਆਂ ਦਾ ਜਰਾ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਲੋੜ ਆ। ਬੇਸ਼ੱਕ ਹੁਣ ਉਹ ਮੋਟਰਸਾਈਕਲ ਜਾਂ ਕਾਰ ਦਾ ਸਵਾਰ ਤਾਂ ਨਹੀਂ ਹੋ ਸਕਦਾ, ਉਹਦੇ ਕੋਲ ਉਹੀ ਸਾਧਨ ਸੀਗਾ ਜਿਹਦੇ 'ਤੇ ਉਹਨੇ ਆਪਣੇ ਜਾਣਾ ਸੀਗਾ। ਸੋ ਸਾਈਕਲਾਂ ਵਾਲਿਆਂ ਵੱਲ ਵੀ ਗੌਰ ਕਰਨ ਦੀ ਲੋੜ ਹੈ, ਗੱਡੀਆਂ ਕਾਰਾਂ ਵਾਲਿਓ। ਸੋ ਇਸੇ ਤਰ੍ਹਾਂ ਹੀ ਸਾਡੇ ਪਿਛਲੇ 2-3 ਸਾਲ ਹੋ ਗਏ ਆ, ਉਹ ਵੀ ਇੱਕ ਗਡਾਣੀ ਦਾ ਸੀਗਾ, ਛੋਟੇ ਪਰਿਵਾਰ ਦਾ ਮੈਂਬਰ ਮੁਖੀਆ ਸੀਗਾ, ਜਿਹੜਾ ਇੱਥੋਂ ਆਟਾ ਲੈ ਕੇ, ਦਾਲ ਆਪਣਾ ਸੌਦਾ ਲੈ ਕੇ ਘਰ ਨੂੰ ਜਾ ਰਿਹਾ ਸੀ, ਔਰ ਜੱਗਾਂ ਦੇ ਜਾ ਕੇ ਨੇੜੇ ਟਰੱਕ ਨੇ ਉਹਨੂੰ ਐਸਾ ਮਾਰਿਆ ਕਿ ਉਹ ਵਿਚਾਰਾ ਉੱਥੇ ਹੀ ਜਾਨ ਦੇ ਬੈਠਾ। ਸੋ ਲੋੜ ਹੈ ਸਾਨੂੰ ਸਾਈਕਲਾਂ ਵਾਲਿਆਂ ਵੱਲ ਵੀ ਧਿਆਨ ਦੇਣ ਦੀ ਕਿ ਇਹ ਵੀ ਕੀਮਤੀ ਜਾਨਾਂ ਹਨ ਅਤੇ ਇਹਨਾਂ ਦੇ ਵੀ ਪਰਿਵਾਰ ਵਾਸਤੇ ਆ, ਉਹਨਾਂ ਦੇ ਵੀ ਕੋਈ ਸੁਪਨੇ ਆ ਜੀ। बिल्कुल जी। सो अफसोस का प्रगटावा है क्योंकि इन्नी दूर तो जो व्यक्ति चल के आता है तो इस तरह हाँ जी मेहनत मजदूरी करता अपनी एक तरीके दे नाल तनदेही दे नाल कित्थे नडाला कित्थे बेगोवाल व्यक्ति साइकिल ते जा रहा सीगा ते मौत की लपेट दे विच आ गया। ਅਸੀਂ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ। ਲੱਚਰ ਗਾਇਕੀ ਦੇ ਰਾਹੀਂ ਕਈ ਲੋਕਾਂ ਨੇ ਆਪਣਾ ਜੋ ਹੈ ਦਾਲ ਫੁਲਕਾ ਚਲਾ ਰੱਖਿਆ ਹੋਇਆ ਹੈ। ਸੋ ਅਸੀਂ ਦੇਖ ਰਹੇ ਹਾਂ ਕਿ ਕਈ ਗੀਤ ਲਿਖ ਰਹੇ ਨੇ, ਕਈ ਗੀਤ ਗਾ ਰਹੇ ਨੇ, ਕਈ ਉਹਨਾਂ ਨੂੰ ਸੰਗੀਤ ਦੇ ਰਹੇ ਨੇ, ਕਈ ਉਹਨਾਂ ਦੀਆਂ ਵੀਡੀਓਜ਼ ਬਣਾ ਰਹੇ ਨੇ। ਸੋ ਵੱਡੀ ਤਾਦਾਦ ਦੇ ਵਿੱਚ ਹਾਂਜੀ ਲੋਕ ਅਮਲਾ ਫੈਲਾ ਇਸ ਕਾਰੋਬਾਰ ਦੇ ਵਿੱਚ ਲੱਗਾ ਹੋਇਆ ਅਤੇ ਆਪਣਾ ਉਹਨਾਂ ਨੇ ਰੋਜ਼ਗਾਰ ਇਸ ਨੂੰ ਬਣਾਇਆ ਹੋਇਆ ਹੈ। ਲੇਕਿਨ ਕਿ ਇਸ ਰੋਜ਼ਗਾਰ ਦੇ ਰਾਹੀਂ ਇੰਨੇ ਵੱਡੇ ਤਦੱਦਦ ਦੇ ਰਾਹੀਂ ਉਹ ਪੰਜਾਬ ਦੇ ਆਪਣੇ ਹਾਂਜੀ ਲੋਕਾਂ ਨੂੰ ਸੱਭਿਆਚਾਰ ਨੂੰ ਕੀ ਦੇਣ ਦੇ ਰਹੇ ਨੇ, ਕੀ ਉਹਨਾਂ ਨੂੰ ਸਿਖਾ ਰਹੇ ਨੇ, ਇਹ ਸਾਰਾ ਕੁਝ ਹੁਣ समाज ਦੇ ਵਿੱਚ ਲਗਾਤਾਰ ਪਸਰ ਰਹੀਆਂ ਬੁਰਾਈਆਂ ਤੋਂ ਪਤਾ ਲੱਗ ਹੀ ਰਿਹਾ। ਲੱਚਰ ਗਾਇਕੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਅਤੇ ਸਮਝਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰੋਸ ਦਿਖਾਵਾ ਫਗਵਾੜਾ ਵਿਖੇ ਕੀਤਾ ਜਾਣਾ ਲੱਚਰ ਗੀਤ ਗਾਉਣ ਵਾਲੇ ਇੱਕ ਗਾਇਕ ਦੇ ਵਿਰੁੱਧ। ਉਸ ਗਾਇਕ ਦੇ ਵਿਰੁੱਧ ਸਰਦਾਰ ਖੱਖ ਜੀ ਰਾਸ਼ਟਰੀ ਪੱਧਰ 'ਤੇ ਰੋਸ ਦਿਖਾਵੇ ਕਰਨੇ ਸ਼ੁਰੂ ਕਰ ਦਿੱਤੇ ਗਏ ਪੰਜਾਬੀਆਂ ਦੇ ਵੱਲੋਂ। ਕੈਨੇਡਾ ਦੇ ਵਿੱਚ ਬੀਤੇ ਦਿਨ ਤੀਆਂ ਦਾ ਇੱਕ ਮੇਲਾ ਸੀਗਾ, ਉੱਥੇ ਉਹ ਗੀਤ ਗਾਉਣ ਦੇ ਲਈ ਗਿਆ ਅਤੇ ਲੇਕਿਨ ਕਿ ਕਾਫੀ ਵੱਡੀ ਤਾਦਾਦ ਵਿੱਚ ਜੋ ਕੈਨੇਡਾ ਦੇ ਵਿੱਚ ਵਸੇ ਹੋਏ ਸਾਡੇ ਪੰਜਾਬੀ ਨੇ ਉਹ ਬੈਨਰ ਲੈ ਕੇ ਉੱਥੇ ਮੌਕੇ 'ਤੇ ਪਹੁੰਚ ਗਏ ਕਿ ਤੀਆਂ ਜੋ ਇਹ ਧੀਆਂ ਦਾ ਮੇਲਾ ਹੈ, ਮੁਸ਼ਟੰਡਿਆਂ ਦਾ ਨਹੀਂ, ਲੱਚਰ ਗਾਇਕੀ ਬੰਦ ਕੀਤੀ ਜਾਣੀ ਚਾਹੀਦੀ ਹੈ। ਸੋ ਲੱਚਰ ਗਾਇਕੀ ਦੇ ਖਿਲਾਫ ਪੰਜਾਬੀਆਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਰੋਹ ਪਾਇਆ ਜਾ ਰਿਹਾ ਜੀ। ਜੌਹਰ ਸਾਹਿਬ, ਇੱਕ ਆਪਾਂ ਗੱਲ ਸਾਂਝੀ ਕਰਦੇ ਹਾਂ ਕਿ ਪੱਛਮੀ ਸੱਭਿਅਤਾ ਦਾ ਸਾਡੇ 'ਤੇ ਹਮਲਾ, ਪਰ ਮੈਂ ਦੇਖਦਾ ਵੀ ਇਹ ਸਾਡਾ ਆਪਣਿਆਂ 'ਤੇ ਹਮਲਾ ਆਪਣਿਆਂ ਨੇ ਲੋਕਾਂ ਨੇ ਕੀਤਾ ਹੋਇਆ। ਪੱਛਮੀ ਸੱਭਿਅਤਾ ਦੀ ਤਾਂ ਗੱਲ ਹੀ ਛੱਡੋ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਲਿਖਦੇ ਹਾਂ ਅਤੇ ਜੋ ਅਸੀਂ ਵੀਡੀਓਜ਼ ਰਾਹੀਂ ਦਰਸ਼ਕਾਂ ਨੂੰ ਵਿਖਾਉਂਦੇ ਹਾਂ, ਇਹਦੇ ਵਿੱਚ ਵਿਦੇਸ਼ੀ ਲੋਕਾਂ ਦਾ ਤਾਂ ਕੋਈ ਮੈਨੂੰ ਲੱਗਦਾ ਨਹੀਂ ਹੱਥ ਹੋਵੇ। ਇਹ ਸਾਡੀ ਆਪਣੇ ਲੋਕਾਂ ਦੀ ਸੋਚ ਇੰਨੀ ਕੁ ਗਿਰੀ ਹੋਈ ਆ ਕਿ ਹੋ ਸਕਦਾ ਜਿਹੜੇ ਲੋਕ ਗਾਉਂਦੇ ਆ ਉਹਨਾਂ ਦੀ ਵੀ ਕੋਈ ਧੀ ਭੈਣ ਹੋਵੇ, ਕੋਈ ਉਹਨਾਂ ਦੇ ਵੀ ਆਸੇ ਪਾਸੇ ਰਿਸ਼ਤੇਦਾਰ ਹੋਵੇ। ਕਦੇ ਉਹਨਾਂ ਨੂੰ ਇਸ ਗੱਲ ਦਾ ਸ਼ਰਮ ਹਯਾ ਨਹੀਂ ਆਇਆ ਕਿ ਅਸੀਂ ਇਹ ਕਿੱਧਰ ਨੂੰ ਜਾ ਰਹੇ ਹਾਂ, ਕੀ ਅਸੀਂ ਦੇਣ ਦੇ ਰਹੇ ਹਾਂ। ਸੋ ਗੱਲ ਹੈ ਕਿ ਜੇ ਇਹਨਾਂ ਵਿਰੁੱਧ ਆਵਾਜ਼ ਉੱਠੀ ਆ ਤਾਂ ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਆਪਣੇ ਆਪ ਹੀ ਆਪਣੀ ਔਕਾਤ ਵੱਲ, ਆਪਣੇ ਉਸ ਸੱਭਿਆਚਾਰ ਵੱਲ, ਸਹੀ ਗੱਲ ਵੱਲ ਪਰਤ ਆਉਣਾ ਚਾਹੀਦਾ। ਕਿਉਂਕਿ ਉਹਨਾਂ ਦੀਆਂ ਧੀਆਂ ਭੈਣਾਂ ਵੀ ਗੱਲ ਇਹ ਆ ਕਿ ਜੇ ਅਸੀਂ ਕਿਸੇ ਨੂੰ ਮਖੌਲ ਕਰਦੇ ਹਾਂ ਤਾਂ ਆਪਣੇ ਨਾਲ ਵੀ ਮਖੌਲ ਹੋ ਸਕਦਾ। ਲੋੜ ਹੈ ਇਹਨਾਂ ਗੱਲਾਂ ਤੋਂ ਬਚਣ ਦੀ। ਸੋ ਮੈਂ ਸਮਝਦਾ ਕਿ ਅਜੇ ਤੋਂ ਨਾ ਰੋਸ ਮੁਜ਼ਾਹਰੇ ਕਰਨੇ ਆ
ਤੇ ਇਹ ਜੈਲਦਾਰ ਜਿਹੜੇ ਗੀਤਾ ਜੈਲਦਾਰ ਆ ਉਹਨੂੰ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਕਿ ਇਹਦੇ ਵਿੱਚ ਕੋਈ ਬਹੁਤੀ ਵੱਡੀ ਵਡਿਆਈ ਨਹੀਂ ਤੇ ਨਾ ਉਹਨੇ ਕੋਈ ਏਡਾ ਵੱਡਾ ਇੱਕ ਗਾਇਕ ਬਣ ਜਾਣਾ ਇਹੋ ਜਿਹੇ ਗੀਤ ਗਾ ਕੇ। ਗੀਤ ਉਹੀ ਜਿਹੜਾ ਸਾਰਿਆਂ ਨੂੰ ਸੁਣਿਆ ਜਾ ਸਕੇ ਤੇ ਸਲਾਹਿਆ ਜਾ ਸਕੇ। ਸੋ ਉਹਨਾਂ ਨੂੰ ਉਹਨਾਂ ਗਾਇਕਾਂ ਵੱਲ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਨੂੰ ਸਲਾਹਿਆ ਜਾਂਦਾ, ਅੱਜ ਵੀ ਯਾਦ ਕੀਤਾ ਜਾਂਦਾ। ਤੇ ਜੇ ਤੁਹਾਡੇ ਜਿਉਂਦਿਆਂ ਤੁਹਾਡੇ ਹੁੰਦਿਆਂ ਤੁਹਾਨੂੰ ਇੰਨੀ ਨਫ਼ਰਤ ਨਾਲ ਵੇਖਿਆ ਜਾਵੇ ਵਿਦੇਸ਼ਾਂ ਵਿੱਚ ਤਾਂ ਫਿਰ ਮੈਂ ਸਮਝਦਾ ਕਿ ਇਹੋ ਜਿਹੀ ਗਾਇਕੀ ਨਾਲੋਂ ਤਾਂ ਮੈਂ ਸਮਝਦਾ ਕਿ ਤੁਸੀਂ ਦਿਹਾੜੀ ਕਰ ਲਓ ਜਾਂ ਕਿਤੇ ਨੌਕਰੀ ਕਰ ਲਓ, ਉਹੀ ਚੰਗਾ। ਕਮਾਲ ਦੀ ਗੱਲ ਤਾਂ ਹੈ ਸਰਦਾਰ ਖੱਖ ਜੀ ਕਿ ਇਹ ਗਾਇਕ ਹਾਂਜੀ ਆਪਣੀ ਟੋਲੀ ਦੇ ਨਾਲ ਨਡਾਲਾ ਵਿਖੇ ਵੀ ਗਾਉਣ ਆਇਆ ਸੀਗਾ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ, ਹੁਣ ਲੇਕਿਨ ਕਿ ਵਿਵਾਦਾਂ ਦੇ ਵਿੱਚ ਇਹ ਘਿਰਿਆ ਹੋਇਆ ਹੈ। ਪਰ ਇਸ ਕਿਸਮ ਦੇ ਕਲਾਕਾਰਾਂ ਦੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਫਿਰ ਉਹ ਦੱਸਦੇ ਆ ਸਾਨੂੰ ਕਿ ਜੀ ਸਾਡੇ ਕੋਲ ਬੜੇ ਚਸਕਾ ਲੈਣ ਵਾਲੇ ਇਹੋ ਜਿਹੇ ਦਰਸ਼ਕ ਮੌਜੂਦ ਹੈ, ਇਹੋ ਜਿਹੇ ਸਰੋਤੇ ਮੌਜੂਦ ਹੈ ਪੰਜਾਬ ਦੇ ਵਿੱਚ ਹੀ ਜਿਹੜੇ ਕਿ ਇਹੋ ਜਿਹੇ ਗੀਤਾਂ ਨੂੰ ਸੁਣਦੇ ਆ, ਸਲਾਹੁੰਦੇ ਆ, ਖਰੀਦਦੇ ਆ। ਹਾਂਜੀ, ਤੇ ਫਿਰ ਇਕੱਲਾ ਉਹਨਾਂ ਦਾ ਕਸੂਰ ਨਹੀਂ ਹੈ ਕਿ ਉਹ ਇਸ ਤਰੀਕੇ ਦਾ ਚੱਜ ਆਚਾਰ ਅਪਣਾ ਰਹੇ ਆ, ਕਿਉਂਕਿ ਉਹਨਾਂ ਦੇ ਕੋਲ ਉਹਨਾਂ ਨੂੰ ਸੁਣਨ ਵਾਲੇ, ਉਹਨਾਂ ਨੂੰ ਦੇਖਣ ਵਾਲੇ ਦਰਸ਼ਕ ਮੌਜੂਦ ਹੈ। ਤੇ ਫਿਰ ਗਲਤੀ ਉਹ ਅਜਿਹੇ ਦਰਸ਼ਕਾਂ ਦੀ, ਅਜਿਹੇ ਸਰੋਤਿਆਂ ਦੀ ਵੀ ਉਨੀ ਆ ਕਿ ਜੇ ਪੰਜਾਬੀ ਸਮਾਜ ਨੂੰ ਗੰਧਲਾ ਕਰਨ ਲਈ ਇਹ ਲੱਚਰ ਗਾਇਕੀ ਵਧੀ ਫੁੱਲੀ ਹੈ ਤੇ ਵਿਆਹਾਂ ਦੇ ਵਿੱਚ ਸੰਗੀਤ ਅਕਸਰ ਗੂੰਜਦੇ ਨੇ ਤੇ ਉਸ 'ਤੇ ਫਿਰ ਭੰਗੜੇ ਪਾਏ ਜਾਂਦੇ ਨੇ। ਇੱਕ ਪਾਸੇ ਆਪਾਂ ਉਹੋ ਜਿਹੇ ਸੰਗੀਤ 'ਤੇ ਝੂਮਦੇ ਹਾਂ ਤੇ ਨਾਲ ਹੀ ਫਿਰ ਉਹਨੂੰ ਲੱਚਰ ਵੀ ਕਹਿੰਦੇ ਹਾਂ। ਜੌਲ ਸਾਹਿਬ ਗੱਲ ਇਹ ਆ ਕਿ ਇਹ ਸਾਡਾ ਸਮਾਜ ਆ, ਇਹਦੇ ਵਿੱਚ ਤਾਂ ਆਪਾਂ ਜੇ ਇੱਥੋਂ ਤੱਕ ਤਾਂ ਨਹੀਂ ਨਾ ਕਹਿ ਸਕਦੇ ਕਿ ਸਾਡਾ ਸਮਾਜ ਜਿਹੜਾ ਸਹੀ ਸੋਚ ਵਾਲਾ, ਉੱਚ ਖਿਆਲਾਂ ਵਾਲਾ। ਇਹਦੇ ਵਿੱਚ ਤਾਂ ਨੀਵੇਂ ਖਿਆਲਾਂ ਵਾਲੇ ਵੀ ਉਹੋ ਜਿਹੇ ਹੋਣਗੇ ਜਿੱਦਾਂ ਦੇ ਗੀਤ ਜੈਲਦਾਰ ਨੇ ਗੀਤ ਜਿਹਦੇ ਕੋਲ ਲਿਖਵਾਇਆ, ਇਹਨੇ ਗਾਇਆ ਤੇ ਕੰਪਨੀ ਵਾਲਿਆਂ ਨੇ ਉਹਦੀ ਵੀਡੀਓ ਤਿਆਰ ਕੀਤੀ। ਸੋ ਜੇ ਉਹ ਲੋਕ ਆ ਤਾਂ ਉਹੋ ਜਿਹੀ ਸੋਚ ਵਾਲੇ ਲੋਕ ਵੀ ਤਾਂ ਸਾਡੇ ਕੋਲ ਮੌਜੂਦ ਆ, ਘੱਟ ਸੋਚ ਵਾਲੇ ਵੀ ਮੌਜੂਦ ਆ। ਸੋ ਲੋੜ ਹੈ ਸਾਨੂੰ ਉਹਨਾਂ ਲੋਕਾਂ ਨੂੰ ਇਹੋ ਜਿਹੀ ਚੀਜ਼ ਪਰੋਸਣ ਦੀ ਬਜਾਏ ਇਹ ਲੋਕ ਉਹ ਚੀਜ਼ ਦੇਣ ਜੇ ਤੋਂ ਉਹਨਾਂ ਦਾ ਕੋਈ ਚਾਰਾ ਨਾ ਚੱਲੇ ਕਿ ਸਾਨੂੰ ਇਹ ਚੀਜ਼ ਚਾਹੀਦੀ ਆ। ਜ਼ਰੂਰੀ ਨਹੀਂ ਇਹ ਲੋਕ ਕਹਿੰਦੇ ਜੀ ਸਾਡੀ ਇਹਨਾਂ ਲੋਕਾਂ ਦੀ ਮੰਗ ਕਰਕੇ ਅਸੀਂ ਇਹ ਕੰਮ ਕੀਤਾ। ਮੰਗ ਤੁਹਾਡੀ ਤੇ ਤੁਹਾਨੂੰ ਕੋਈ ਇਹੋ ਜਿਹੀ ਕਰ ਦੂਗਾ ਤਾਂ ਤੁਸੀਂ ਮੁੜ ਕੇ ਆਪਣਾ ਬਰਬਾਦ ਕਰ ਲਓਗੇ ਤੇ ਤੁਹਾਡਾ ਫਿਰ ਤੁਸੀਂ ਕਿਸੇ ਨੂੰ ਕੀ ਜਵਾਬ ਦੇਵੋਗੇ? ਕੱਲ੍ਹ ਨੂੰ ਤੁਹਾਨੂੰ ਕੋਈ ਕਹੇਗਾ ਖੂਹ 'ਚ ਛਾਲ ਮਾਰ ਦੇ, ਤੁਸੀਂ ਮਾਰ ਲਓਗੇ। ਸੋ ਲੋੜ ਹੈ ਆਪਣੇ ਆਪ ਦਾ ਸਟੇਟਸ ਉੱਚਾ ਚੱਕਣ ਵਾਸਤੇ ਲੋਕਾਂ ਦੇ ਵਿੱਚ ਪ੍ਰਵਾਨ ਹੋਣ ਲਈ ਤੁਹਾਨੂੰ ਸਹੀ ਸੋਚ ਅਪਣਾਓ ਤੇ ਲੋਕਾਂ ਦੇ ਹਾਣੀ ਬਣਾਓ ਤੇ ਲੋਕਾਂ ਨੂੰ ਆਪਣੇ ਹਾਣੀ ਬਣਾਓ। ਤੇ ਲੋ ਜੀ ਫਿਰ ਹੁਣ ਗੀਤਾ ਜੈਲਦਾਰ ਹੋਣਾ ਨੇ, ਵੈਸੇ ਦੇਖੋ ਨਾ ਕਿ ਬਹੁਤੇ ਵੱਡੇ ਤਰੱਦਦ ਦੀ ਲੋੜ ਨਹੀਂ ਹੁੰਦੀ। ਫਗਵਾੜਾ ਦੇ ਵਿੱਚ ਪਹਿਲਾਂ ਵੀ ਇੱਕ ਪਟਵਾਰੀਆਂ ਦੇ ਖਿਲਾਫ ਕਿਸੇ ਹਾਂਜੀ ਗਾਇਕ ਨੇ ਗਾਣਾ ਗਾਇਆ ਸੀਗਾ ਤੇ ਪਟਵਾਰੀ ਜਦੋਂ ਇਕੱਠੇ ਹੋਏ ਤੇ ਫਟਾਫਟ ਉਹਨੇ ਲਿਖਤੀ ਤੌਰ 'ਤੇ ਮੁਆਫੀ ਮੰਗ ਲਈ। ਇਸੇ ਤਰੀਕੇ ਦੇ ਨਾਲ ਗੀਤਾ ਜੈਲਦਾਰ ਦੇ ਖਿਲਾਫ ਜੇ ਹੁਣ ਕੈਨੇਡਾ ਦੇ ਵਿੱਚ ਰੋਸ ਦਿਖਾਵਾ ਹੋਇਆ ਤੇ ਉਹਨਾਂ ਨੇ ਵੀ ਸਾਡੀ ਜਾਣਕਾਰੀ ਦੇ ਅਨੁਸਾਰ ਇਸ ਤੋਂ ਮੁਆਫੀ ਹੀ ਮੰਗੀ ਹੈ, ਤੌਬਾ ਹੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਗੇ ਗੀਤ ਗਾਉਣਗੇ। ਸੋ ਸਮਾਜ ਨੂੰ ਥੋੜ੍ਹਾ ਜਿਹਾ ਹੀ ਹਮਲਾ ਮਾਰਨ ਦੀ ਲੋੜ ਹੈ। ਜੇ ਇਹ ਲੱਚਰ ਗਾਇਕੀ ਦੀ ਗੰਦਗੀ ਨੂੰ ਸਮਾਜ ਦੇ ਵਿੱਚੋਂ ਕੱਢਣਾ ਤਾਂ ਕੋਈ ਏਡੇ ਵੱਡੇ ਤਰੱਦਦ ਦੀ ਲੋੜ ਨਹੀਂ ਹੈ। ਇਹ ਸਾਰੇ ਲੋਕ ਚੰਗੇ ਭਲੇ ਸਾਫ਼ ਸੁਥਰੇ ਸਾਡੇ ਮਾਣ ਮਤੇ ਵਿਰਸੇ ਵਿਰਾਸਤ ਦੀ ਗੱਲ ਕਰ ਸਕਦੇ ਆ, ਲੇਕਿਨ ਕਿ ਹੋ ਸਕਦਾ ਇਹਨਾਂ ਨੂੰ ਕਰਵਾਉਣ ਦੇ ਲਈ ਕੋਈ ਨਵੀਂ ਸੇਧ ਦੀ ਦੇਣ ਦੀ ਲੋੜ ਪਵੇ ਤੇ ਉਸ ਸੇਧ ਦੇਣ ਵਾਲੇ ਪਾਸੇ ਨੂੰ ਹੁਣ ਕੁਝ ਪੰਜਾਬੀ ਉਪਰਾਲਾ ਕਰ ਵੀ ਰਹੇ ਹਨ। ਅਸੀਂ ਦੀਨਾਨਗਰ ਚੱਲਦੇ ਹਾਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਤੇ ਉੱਥੇ 2 ਤਾਂਤਰਿਕ ਬਾਬੇ ਇਹ ਗ੍ਰਿਫਤਾਰ ਕੀਤੇ ਗਏ ਆ ਪੁਲਿਸ ਦੇ ਵੱਲੋਂ। ਸਮਝਿਆ ਜਾਂਦਾ ਕਿ ਇਹ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਇੱਧਰ ਉੱਧਰ ਹਾਂਜੀ ਕਿਸੇ ਤਰ੍ਹਾਂ ਲੋਕਾਂ ਨੂੰ ਭਰਮਾ ਲੈਂਦੇ ਸੀਗੇ ਫਿਰਦਿਆਂ ਤੁਰਦਿਆਂ, ਤੇ ਇੱਕ ਵਿਅਕਤੀ ਇਹਨਾਂ ਦੇ ਇਹੋ ਜਿਹੇ ਜਾਲ ਦੇ ਵਿੱਚ ਫਸਿਆ। ਉਸ ਨੂੰ ਇਹਨਾਂ ਨੇ ਕਿਹਾ ਜੀ ਕਿ ਤੂੰ ਦੱਸ ਤੇਰੀ ਕੀ ਔਕੜ ਹੈ। ਉਹ ਕਹਿਣ ਲੱਗਾ ਜੀ ਮੇਰਾ ਰਿਸ਼ਤਾ ਹੁੰਦਾ ਸੀਗਾ ਕਿਤੇ ਉਹ ਰਿਸ਼ਤਾ ਟੁੱਟ ਗਿਆ ਤੇ ਤੁਸੀਂ ਉਹ ਰਿਸ਼ਤਾ ਸਿਰੇ ਚੜਵਾਓ ਬਾਬਾ ਜੀ। ਉਹ ਕਹਿੰਦੇ ਜੀ ਕਿ ਥੋੜ੍ਹਾ ਬਹੁਤਾ ਪਾਠ ਪੂਜਾ ਕਰਨੀ ਪਏਗੀ ਤੇ ਉਹ ਪਾਠ ਪੂਜਾ ਕਰਨ ਲਈ ਅਸੀਂ 3100 ਰੁਪਇਆ ਜਿਹੜਾ ਉਹ ਸਾਨੂੰ ਚਾਹੀਦਾ ਹੈ ਤੇ 2000 ਰੁਪਇਆ ਤੇ ਉਹਨੇ ਮੌਕੇ 'ਤੇ ਲੈ ਲਿਆ। ਫਿਰ ਉਹਨੇ ਪਾਠ ਪੂਜਾ ਕੀਤੀ ਲੇਕਿਨ ਕਿ ਕੰਮ ਸਿਰੇ ਨਾ ਚੜ੍ਹਿਆ। ਉਹ ਬੰਦਾ ਗਿਆ ਤੇ ਕਹਿੰਦੇ ਜੀ 1100 ਰੁਪਇਆ ਜਿਹੜਾ ਰਹਿੰਦਾ ਉਹ ਵੀ ਦਿਓ ਸਾਨੂੰ, ਥੋੜ੍ਹਾ ਜਿਹਾ ਹੋਰ ਮੰਤਰ ਪੜ੍ਹਨੇ ਪੈਣੇ ਆ। ਉਹ 1100 ਰੁਪਇਆ ਵੀ ਲੈ ਲਿਆ। ਫਿਰ ਕਿੰਨੇ ਮਹੀਨੇ ਬੀਤ ਗਏ, ਫਿਰ ਕੁਝ ਨਹੀਂ ਹੋਇਆ ਤੇ ਫਿਰ ਅਖੀਰ 'ਤੇ ਪੁਲਿਸ ਦੇ ਕੋਲ ਕੰਪਲੇਂਟ ਲਿਖਾਉਣੀ ਪਈ ਕਿ 3100 ਰੁਪਇਆ ਇਸ ਤਰੀਕੇ ਦੇ ਨਾਲ ਭਰਮਾ ਕੇ ਠੱਗ ਲਿਆ ਗਿਆ ਹੈ। ਧਾਰਾ 420 ਦੇ ਤਹਿਤ ਕੇਸ ਦਰਜ ਕਰਕੇ ਦੋਨੋਂ ਤਾਂਤਰਿਕ ਬਾਬੇ ਗ੍ਰਿਫਤਾਰ ਕੀਤੇ ਗਏ ਜੀ। ਗੱਲ ਇਹ ਆ ਜੀ ਵੀ ਉਹਨਾਂ ਨੇ ਤਾਂ ਆਪਣਾ ਤੋਰੀ ਫੁਲਕਾ ਚਲਾਉਣਾ ਆ, ਕਿਸੇ ਨਾ ਕਿਸੇ ਨੂੰ ਭਰਮ ਜਾਲ 'ਚ ਫਸਾਉਣਾ। ਵੀ ਜਿਨ੍ਹਾਂ ਦਾ ਆਪਣਾ ਮਸਲਾ ਹੱਲ ਨਹੀਂ ਹੁੰਦਾ ਉਹ ਲੋਕਾਂ ਕੋਲ ਆਣ ਕੇ ਪੈਸੇ ਵਟੋਰਦੇ ਆ ਤੇ ਉਹਨਾਂ ਨੇ ਕਿਸੇ ਦਾ ਮਸਲਾ ਕੀ ਹੱਲ ਕਰਨਾ। ਸੋ ਲੋੜ ਹੈ ਸਾਨੂੰ ਆਪ ਇਸ ਗੱਲ ਨੂੰ ਸਮਝਣ ਦੀ ਤੇ ਅਸੀਂ ਤਾਂ ਆਪ ਉਹਨਾਂ ਕੋਲੋਂ ਨੋਟ ਚੱਕੀ ਫਿਰਦੇ ਹਾਂ, ਤਾਂਤਰਿਕ ਬਾਬਿਆਂ ਕੋਲੋਂ, ਧਾਗੇ ਤਵੀਤਾਂ ਵਾਲਿਆਂ ਕੋਲੋਂ, ਕਾਲੇ ਇਲਮਾਂ ਵਾਲਿਆਂ ਕੋਲ, ਕਿਹੜਾ ਬੰਦਾ ਅਸੀਂ ਜੋਤਸ਼ੀਆਂ ਦੇ ਕੋਲ ਵੀ ਭੱਜੇ ਫਿਰਦੇ ਹਾਂ ਆਪਣੀ ਸੁਖਾਵੀਂ ਜ਼ਿੰਦਗੀ ਵਾਸਤੇ। ਪਰ ਹੁੰਦਾ ਉਹੀ ਆ
ਜੋ ਖੁਦਾ ਨੂੰ ਵਾਹਿਗੁਰੂ ਨੂੰ ਮਨਜ਼ੂਰ ਆ। ਪਰ ਗੱਲ ਇਹ ਆ ਕਿ ਅਸੀਂ ਨਹੀਂ ਬਾਜ ਆਉਂਦੇ, ਅਸੀਂ ਸੁੱਖਾਂ ਦੀ ਭਾਲ ਦੇ ਵਿੱਚ ਆਪਣੀ ਜ਼ਿੰਦਗੀ ਜ਼ਰੂਰ ਬਰਬਾਦ ਕਰ ਲੈਂਦੇ ਹਾਂ। ਸੁੱਖ ਤਾਂ ਜਿਹੜੇ ਆ ਉਹ ਮਿਲਦੇ ਨਹੀਂ, ਪਰ ਬਰਬਾਦੀ ਜ਼ਰੂਰ ਮਿਲ ਜਾਂਦੀ ਆ। ਸੋ ਬਾਰ-ਬਾਰ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਖਬਰਾਂ 'ਤੇ ਚਰਚਾ ਕਰਨ ਦਾ ਇਹੀ ਕਾਰਨ ਹੁੰਦਾ ਕਿ ਆਪਣੇ ਆਪ ਨੂੰ ਸੁਚੇਤ ਕਰਨ ਦੀ ਲੋੜ ਆ ਕਿ ਜੇ ਸਰਬ ਕਲਾ ਸਮਰੱਥ ਜਿਹੜਾ ਆ, ਜੇ ਸਾਨੂੰ ਉਹਨੇ ਜੋ ਕੁਛ ਦੇਤਾ, ਜੋ ਕੁਛ ਪਾਇਆ, ਸੋ ਏਕਾ ਵਾਰ। ਸੋ ਗੱਲ ਆ ਕਿ ਜੇ ਸਾਡੇ ਨੂੰ ਦੇਤਾ ਨੂੰ ਇੱਕੋ ਵਾਰੀ ਦੇਤਾ, ਜੇ ਦੁੱਖ ਆ ਤਾਂ ਦੁੱਖ ਵੀ ਦੇਤੇ, ਸੁੱਖ ਵੀ ਦੇਤੇ। ਅਤੇ ਜੇ ਅਸੀਂ ਹੁਣ ਇੱਥੇ ਅਜੋਕੇ ਬਾਬਿਆਂ ਦੇ ਕੋਲ ਜਾ ਕੇ ਆਪਣਾ ਆਪ ਮਤਲਬ ਦਸੀਏ ਵੀ ਰੋਣੇ ਰੋਈਏ, ਉਹ ਆਪ ਰੋਂਦੇ ਫਿਰਦੇ ਆ। ਅਤੇ ਜੇ ਉਹਨਾਂ ਨੇ ਸਾਨੂੰ ਕੀ ਸੁੱਖ ਦੇਣੇ ਆ, ਤੁਸੀਂ ਦੇਖੋ ਉਹ ਵੀ ਮੰਗਦੇ ਆ, ਅਸੀਂ ਵੀ ਮੰਗਦੇ ਆ, ਅਤੇ ਜਿਹਦੇ ਕੋਲੋਂ ਉਹ ਮੰਗਦੇ ਉਹਦੇ ਕੋਲੋਂ ਅਸੀਂ ਵੀ ਮੰਗ ਸਕਦੇ ਹਾਂ। ਵਿੱਚ ਵਿਚੋਲਿਆਂ ਦੀ ਲੋੜ ਹੀ ਨਹੀਂ ਰਹਿੰਦੀ। ਸੋ 3100 ਰੁਪਈਆ ਦੇ ਕੇ ਵੀ ਜੇ ਤੁਹਾਡਾ ਸੂਤ ਨਹੀਂ ਆਇਆ, ਤਾਂ ਮੇਰਾ ਖਿਆਲ ਆ ਕਿ ਗਾਂ ਅੱਗੇ ਤੋਂ ਹੋਰਨਾਂ ਨੂੰ ਵੀ ਦੱਸੋਗੇ ਵੀ ਇਹ ਜਿਹੜਾ ਕੰਮ ਆ ਨਾ ਕਰੋ, ਕਿਉਂਕਿ ਇੱਦਾਂ ਦਾ ਕੰਮ ਕਰਨ ਦੇ ਨਾਲ ਜਾਂ ਪੈਸੇ ਦੇਣ ਦੇ ਨਾਲ ਕੁਝ ਵੀ ਨਹੀਂ ਸਵਾਰ ਸਕਦਾ। ਕਿਉਂਕਿ ਜੋ ਕਿਸਮਤ ਵਿੱਚ ਲਿਖਿਆ ਜਾਂ ਅਸੀਂ ਜੋ ਕਰ ਸਕਦੇ ਹਾਂ ਆਪਣਾ ਉਦਮ ਦੇ ਨਾਲ ਕਰ ਸਕਦੇ ਹਾਂ, ਉਹੀ ਪ੍ਰਾਪਤ ਹੋ ਸਕਦਾ ਜੀ। ਬਿਲਕੁਲ ਜੀ, ਉਦਮ ਦੇ ਨਾਲ ਆਪਣੀ ਸੋਚ ਨੂੰ ਇਮਾਨਦਾਰ ਅਤੇ ਇੱਕਦਮ ਦਿਆਨਤਦਾਰ ਰੱਖਣ ਦੇ ਨਾਲ ਕਾਫੀ ਸਾਰੀਆਂ ਜ਼ਿੰਦਗੀ 'ਚ ਪ੍ਰਾਪਤੀਆਂ ਹੋ ਸਕਦੀਆਂ ਨੇ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਨੂੰ ਮੱਥਾ 'ਤੇ ਲਗਾਤਾਰ ਟੇਕਿਆ ਜਾ ਰਿਹਾ, ਪਰ ਉਸ 'ਤੇ ਅਮਲ ਨਹੀਂ ਨਾ ਕੀਤਾ ਜਾ ਰਿਹਾ। ਇੱਕ ਕੰਨ 'ਚੋਂ ਬਾਣੀ ਸੁਣੀ ਜਾ ਰਹੀ ਹੈ, ਦੂਜੇ ਵਿੱਚੋਂ ਕੱਢੀ ਜਾ ਰਹੀ ਹੈ। ਬਾਣੀ ਕੰਠ ਵੀ ਭਾਵੇਂ ਜਿੰਨੀ ਮਰਜ਼ੀ ਹੈ, ਪਰ ਜਿੰਨਾ ਚਿਰ ਉਹਨੂੰ ਜ਼ਿੰਦਗੀ 'ਚ ਅਪਣਾਇਆ ਹੀ ਨਹੀਂ, ਉਸ ਬਾਣੀ ਦੇ ਸੰਦੇਸ਼ਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਣਾਇਆ ਹੀ ਨਹੀਂ, ਅਤੇ ਉਹਨਾਂ ਚਿਰ ਫਿਰ ਇਹੋ ਜਿਹੇ ਭੰਬਲ ਭੂਸਿਆਂ ਦੇ ਵਿੱਚ ਪੈ ਕੇ ਲੋਕ ਜੋ ਹਨ ਇਹ ਠੱਗ ਹੁੰਦੇ ਰਹਿੰਦੇ ਨੇ। ਅਸੀਂ ਖਬਰਾਂ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਖਬਰਾਂ ਪ੍ਰੋਗਰਾਮ 'ਚ ਸਾਂਝੀਆਂ ਕਰ ਰਹੇ ਹਾਂ। ਨਡਾਲਾ ਇਲਾਕਾ, ਨਡਾਲਾ ਨਗਰ ਖਾਸ ਤੌਰ 'ਤੇ ਇੱਕ ਵਾਰ ਫਿਰ ਸਰਦਾਰ ਖੱਖ ਜੀ ਖਬਰਾਂ 'ਚ ਬੜਾ ਚਰਚਿਤ ਹੈ ਕਿ ਸੁਭਾਨਪੁਰ ਰੋਡ 'ਤੇ ਖਾਸ ਤੌਰ 'ਤੇ ਕੁਝ ਕੁ ਦੁਕਾਨਾਂ ਨੇ, ਕੁਝ ਕੁ ਘਰ ਨੇ ਜਿੱਥੇ ਕਿ ਨਾਲੀਆਂ 'ਚ ਪਾਣੀ ਸਾਰਾ ਸਾਲ ਉੱਪਰ ਦੀ ਉਛਲਦਾ ਰਹਿੰਦਾ ਹੈ। ਕਈ ਸਾਰੀਆਂ ਦੁਕਾਨਾਂ ਦੇ ਵਿੱਚ ਪਾਣੀ ਵੜ ਜਾਂਦਾ ਹੈ, ਕਈ ਸਾਰੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਹੈ। ਨਡਾਲਾ ਦੇ ਮਾਨਾ ਵਾਲੇ ਮੁਹੱਲੇ ਅਤੇ ਉਸੇ ਹੀ ਨਾਲ ਲੱਗਦੇ ਹੋਰ ਕੁਝ ਇਲਾਕਿਆਂ ਦੇ ਵਿੱਚ ਵੀ ਸਥਿਤੀ ਇਹੋ ਜਿਹੀ ਹੈ ਕਿ ਨੀਵੇਂ ਘਰਾਂ ਦਾ ਬਹੁਤ ਬੁਰਾ ਹਾਲ ਹੈ। ਨਾਲੀਆਂ ਦਾ ਗਲੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਹੈ, ਘਰਾਂ ਦੇ ਵਿੱਚ ਵੀ ਵੜਦਾ ਹੈ। ਸੋ ਗੰਦਗੀ ਚੁਫੇਰੇ ਹੈ। ਨਡਾਲਾ ਦੀ ਇੱਕ ਤਰੀਕੇ ਦੇ ਨਾਲ ਜੋ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਸ਼ਖਸੀਅਤਾਂ ਕਰਕੇ ਨਾਂ ਚਮਕਿਆ ਹੋਇਆ, ਲੇਕਿਨ ਕਿ ਜ਼ਮੀਨੀ ਹਕੀਕਤਾਂ ਜੇ ਕਿਸੇ ਵਿਅਕਤੀ ਨੇ ਆ ਕੇ ਦੇਖਣੀਆਂ ਹੋਣ ਤਾਂ ਬੜੀਆਂ ਤਰਾਸਦੀਆਂ ਦੇ ਵਿੱਚੋਂ ਇਹ ਪਿੰਡ ਗੁਜ਼ਰ ਰਿਹਾ ਜੀ। ਗੱਲ ਇਹ ਆ ਕਿ ਜੌਲ ਸਾਹਿਬ ਇਹ ਸਾਰਾ ਕੁਝ ਸਾਡਾ ਆਪਣਾ ਹੀ ਕੀਤਾ ਹੋਇਆ। ਅਸੀਂ ਆਪਣੇ ਇਹ ਦੁੱਖ ਜਿਹੜੇ ਆ ਪਸਾਰੇ ਹੋਏ ਆ, ਅਤੇ ਉਹਨਾਂ ਦੁੱਖਾਂ ਦੇ ਵਿੱਚ ਵੀ ਅਸੀਂ ਆਪ ਹੀ ਲੰਘ ਰਹੇ ਹਾਂ। ਅਸੀਂ ਲੋਕ ਜਿਹੜੇ ਆ ਉਹਨਾਂ ਲੋਕਾਂ ਦੀ ਟੇਕ 'ਤੇ ਬੈਠੇ ਆ, ਸ਼ਾਇਦ ਇਹ ਸਾਡਾ ਭਲਾ ਸੋਚਣਗੇ, ਪਰ ਕਿੰਨਾ ਕੁ ਭਲਾ ਹੋਇਆ ਇਹ ਆਪ ਹੀ ਲੋਕ ਦੇਖਦੇ ਆ। ਚਾਹੇ ਉਹ ਸਾਡੇ ਨਡਾਲੇ ਅੱਡੇ 'ਤੇ ਬੱਸੋਂ ਵਾਲੇ ਘਰ ਆ, ਅਤੇ ਚਾਹੇ ਸਾਡੇ ਪਿੰਡ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਜਗਬਾਣੀ ਦੇ ਵਿੱਚ ਪੂਰਾ ਉਹ ਸੱਜਣ ਨੇ ਵਿਸਥਾਰਪੂਰਵਕ ਇਹ ਸਾਡੇ ਪਿੰਡ ਦੀ ਦੁਰਦਸ਼ਾ ਬਿਆਨ ਕੀਤੀ ਆ, ਸਮੇਤ ਫੋਟੋ। ਸੋ ਹੋਰ ਵੀ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਚਰਚਾ। ਅਤੇ ਸਾਡੇ ਚੌਧਰੀ ਜਿਹੜੇ ਆ ਉਹ ਅਜੇ ਉਹਨਾਂ ਦੇ ਕੰਨਾਂ 'ਤੇ ਮੇਰਾ ਖਿਆਲ ਜੂੰ ਨਹੀਂ ਸਰਕਦੀ, ਚਾਹੇ ਉਹ ਕਿਸੇ ਵੀ ਪਾਰਟੀ ਵਿੱਚ ਬੈਠੇ ਹੋਣ। ਰੱਬ ਦੇ ਵਾਸਤੇ ਜੇ ਉਹਨਾਂ ਨੇ ਪਿੰਡ ਦੀ ਭਲਾਈ ਵਾਸਤੇ ਕੋਈ ਉਹਨਾਂ ਦੇ ਮਨ ਦੇ ਵਿੱਚ ਦਰਦ ਹੈ, ਕੋਈ ਪੀੜਾ ਹੈ, ਜਾਂ ਉਹਨਾਂ ਦੇ ਮਨ ਪਰ ਲੋਕਾਂ ਦੇ ਵਿੱਚ ਸੇਵਾ ਦੀ ਭਾਵਨਾ ਹੈ ਲੋਕਾਂ ਲਈ, ਤਾਂ ਮੈਂ ਸਮਝਦਾ ਉਹ ਅੱਗੇ ਆਉਣ। ਕਿਉਂਕਿ ਬਹੁਤੇ ਸਾਡੇ ਵਰਗੇ ਤੇ ਇਹ ਆ ਵੀ ਕੰਮ ਹੋਇਆ ਕਿਉਂ ਅਤੇ ਜਾਂ ਹੋਣਾ ਕਿਉਂ, ਅਸੀਂ ਪਹਿਲਾਂ ਅੜਿੱਕਾ ਡਾ ਲਈਏ। ਇਹ ਅਸੀਂ ਸਾਰਾ ਕੁਛ ਤਮਾਸ਼ਾ ਹੁਣ ਤੱਕ ਵੇਖਦੇ ਆ ਰਹੇ ਹਾਂ, ਅਤੇ ਲੋੜ ਹੈ ਕਿ ਆਪਾਂ ਨੂੰ ਇਸ ਗੱਲ 'ਚੋਂ ਨਿਕਲਣ ਦੀ। ਅਤੇ ਅੱਗੋਂ ਇਹ ਨਹੀਂ ਜੀ ਉਹ ਫਲਾਨਾ ਕਹਿੰਦਾ ਸੀ ਅਤੇ ਧਿਮਕੜਾ ਕਹਿੰਦਾ, ਅਸੀਂ ਸਿਰਫ ਅਤੇ ਸਿਰਫ ਦੋਸ਼ ਹੀ ਮੜਦੇ ਜਾਂਦੇ ਹਾਂ, ਆਪਣਾ ਆਪ ਨਹੀਂ ਦੱਸਦੇ ਵੀ ਸਾਡਾ ਇਹ 'ਚ ਕਸੂਰ ਕੀ ਆ। ਅਜੇ ਤੱਕ ਜੌਲ ਸਾਹਿਬ ਮੈਂ ਨਹੀਂ ਦੇਖਿਆ ਵੀ ਕੋਈ ਵੀ ਇੱਥੇ ਆਣ ਕੇ ਤੁਹਾਡੇ ਕੋਲ ਲੀਡਰ ਕਹਿ ਦੇਵੇ ਕਿ ਸਾਡਾ ਕਸੂਰ ਆ। ਖੁਦ ਆਪਣੇ ਆਪ ਨੂੰ ਚੰਗਾ ਕਹਿਣਗੇ, ਦੂਸਰੇ ਨੂੰ ਮਾੜਾ ਕਹਿਣਗੇ। ਸੋ ਜਿਹੜੇ ਆਪਣੇ ਆਪ ਨੂੰ ਚੰਗੇ ਆਪ ਕਹਿੰਦੇ ਆ, ਮੇਰਾ ਖਿਆਲ ਆ ਕਿ ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਸੋ ਲੋੜ ਹੈ ਉਹੀ ਚੰਗਾ ਹੋ ਸਕਦਾ ਜਿਹਨੂੰ ਲੋਕੀ ਚੰਗਾ ਕਹਿਣ, ਅਤੇ ਲੋਕੀ ਉਹਨੂੰ ਹੀ ਚੰਗਾ ਕਹਿਣਗੇ ਜਿਹੜਾ ਕੰਮ ਕਰਾਵੇ, ਅਤੇ ਕੰਮ ਕਰਾਉਣ ਵਾਲੇ ਨੂੰ ਕਦੇ ਵੀ ਕੋਈ ਮਾੜਾ ਨਹੀਂ ਕਹਿੰਦਾ। ਸੋ ਲੋੜ ਹੈ ਕਿ ਇਹ ਜਿਹੜਾ 2 ਸਾਲ ਬਾਅਦ 1.5 2 ਫੁੱਟ ਸਾਡੀਆਂ ਸੜਕਾਂ ਉੱਚੀਆਂ ਕੀਤੀਆਂ ਜਾਂਦੀਆਂ, ਇਹਨਾਂ ਦਾ ਅਜੇ ਤੱਕ ਪਾਣੀ ਦਾ ਨਿਕਾਸ ਨਹੀਂ ਕੀਤਾ ਗਿਆ। ਲੋਕਾਂ ਦੇ ਘਰਾਂ 'ਚ ਪਾਣੀ ਪੈਣਾ ਜਿਹੜਾ ਇਹ ਆਮ ਹੀ ਗੱਲ ਸੁਣੀ ਜਾਂਦੀ ਆ। ਅਜੇ ਤਾਂ ਹੜ੍ਹ ਨਹੀਂ ਆਏ, ਅਜੇ ਇਹ ਲੋਕਾਂ ਦੀਆਂ ਮੋਟਰਾਂ ਦਾ ਪਾਣੀ ਵਾਧੂ ਜਿਹੜਾ ਘਰਾਂ ਦਾ ਪਾਣੀ ਜਿਹੜਾ ਆ ਉਹ ਹੀ ਬਿਪਤਾ ਦਾ ਕਾਰਨ ਬਣਿਆ ਹੋਇਆ। ਕਿਉਂਕਿ ਕਈ ਇੱਦਾਂ ਦੇ ਸੱਜਣ ਆ ਉਹ ਦੁਖੀ ਹੋ ਕੇ ਕਹਿੰਦੇ ਆ ਜੀ ਤੁਸੀਂ TV 'ਤੇ ਸਾਡੇ ਬਾਰੇ ਜ਼ਰੂਰ ਗੱਲਾਂ ਕਰਿਆ ਕਰੋ ਵੀ ਸਾਡੇ ਇਹ ਮਸਲੇ ਖੇਤਾਂ 'ਚ ਪਾਣੀ ਜਿਹੜਾ ਜਾਂਦਾ ਆ ਇਹਦਾ ਮਸਲਾ ਕੋਈ ਨਹੀਂ ਹੱਲ ਹੋਇਆ। ਅਸੀਂ TV ਰਾਹੀਂ ਸ਼ਾਇਦ
ਪਤਾ ਨਹੀਂ ਕਿੰਨੀ ਕੁ ਵਾਰੀ ਇਹ ਗੱਲਾਂ ਅਸੀਂ ਚਰਚਾ ਦਾ ਵਿਸ਼ਾ ਬਣਾ ਚੁੱਕੇ ਹਾਂ, ਕਿੰਨੀ ਵਾਰੀ ਅਸੀਂ ਇਹ ਮੰਗ ਕਰ ਚੁੱਕੇ ਹਾਂ। ਸਾਡਾ ਇਹ ਪ੍ਰਸ਼ਾਸਨ, ਬਲਾਕ ਅਫਸਰ ਜਿਹੜੇ ਆ, ਜਾਂ ਸਾਡੇ ਪਿੰਡ ਦੀ ਪੰਚਾਇਤ ਆ, ਜਾਂ ਜਿਹੜੇ ਪ੍ਰਬੰਧਕ ਆ, ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ, ਪਰ ਅਜੇ ਇਹਨਾਂ 'ਤੇ ਮੇਰਾ ਖਿਆਲ ਆ ਪਤਾ ਨਹੀਂ ਕਿਉਂ ਇਹ ਉਸੇ ਤਰ੍ਹਾਂ ਚੁੱਪ ਸਾਧੀ ਬੈਠੇ ਆ। ਅਸੀਂ ਅੱਜ ਵੀ ਇਹ ਬੇਨਤੀ ਕਰਦੇ ਹਾਂ ਕਿ ਆਪਣੀ ਚੁੱਪ ਤੋੜੋ, ਆਪਣੀ ਇੱਕ ਦੂਜੇ ਦੀ ਵਿਰੋਧਤਾ ਤੋੜੋ, ਰਲ ਮਿਲ ਕੇ ਇਸ ਪਿੰਡ ਦਾ ਭਲਾ ਸੋਚੋ, ਤਾਂ ਹੀ ਤੁਸੀਂ ਚੰਗੇ ਬਣੋਗੇ। ਜੇ ਪੰਚਾਇਤ ਦੀ ਸਿਰਜਣਾ ਕਰਨੀ ਆ, ਉਹਨਾਂ ਮੈਂਬਰਾਂ ਨੇ ਅੱਗੇ ਆਉਣਾ ਤਾਂ ਇਹ ਸੋਚ ਲੈ ਕੇ ਆਉਣ ਕਿ ਅਸੀਂ ਕੁਝ ਕਰਨਾ, ਇਹ ਨਾ ਸੋਚ ਕੇ ਆਉਣ ਕਿ ਸਾਨੂੰ ਵੋਟਾਂ ਪੈ ਗਈਆਂ ਤਾਂ ਅਸੀਂ ਸਿਰਫ ਇੱਕ ਚੌਧਰ ਦਾ ਛੱਜ ਲੈ ਕੇ ਤੁਰੇ ਫਿਰਨਾ। ਚੌਧਰ ਦੇ ਛੱਜ ਨਾਲ ਗੱਲ ਨਹੀਂ ਬਣਨੀ, ਗੱਲ ਤਾਂ ਕੰਮ ਕਰਕੇ ਬਣਨੀ ਜੀ। ਅਤੇ ਜਦੋਂ ਜੀ ਚੁਫੇਰੇ ਬੁਰਾਈਆਂ ਦਾ ਪਸਾਰਾ ਹੋਵੇ ਅਤੇ ਫਿਰ ਉਹ ਉਹਨਾਂ ਚਿਰ ਨਹੀਂ ਠੀਕ ਹੁੰਦੀਆਂ ਜਿੰਨਾ ਚਿਰ ਹਰ ਇੱਕ ਵਿਅਕਤੀ ਆਪਣਾ ਆਪ ਨਾ ਵਿਚਾਰੇ, ਜਿੰਨਾ ਚਿਰ ਆਪਾ ਪੜਚੋਲ ਨਾ ਕੀਤੀ ਜਾਵੇ। ਸੋ ਜਿੰਨਾ ਚਿਰ ਸਰਦਾਰ ਖੱਖ ਜੀ ਜਿਵੇਂ ਦੱਸ ਰਹੇ ਨੇ ਕਿ ਅਸੀਂ ਆਪ ਨਾਤੇ ਧੋਤੇ ਬਿਲਕੁਲ ਠੀਕ ਠਾਕ ਆ ਜੀ, ਸਾਡੇ 'ਚ ਤਾਂ ਕੋਈ ਘਾਟ ਹੈ ਹੀ ਨਹੀਂ ਹੈ, ਅਤੇ ਅਸੀਂ ਦੂਸਰਿਆਂ ਦੀਆਂ ਘਾਟਾਂ ਵੱਲ ਉਂਗਲ ਕਰਦੇ ਹਾਂ, ਆਪਣੀਆਂ ਘਾਟਾਂ ਨੂੰ ਛੁਪਾਉਂਦੇ ਹਾਂ, ਜਾਂ ਉਹਨਾਂ ਦਾ ਕਦੀ ਆਪਾਂ ਵਿਚਾਰ ਕਰਕੇ ਆਪਾ ਪੜਚੋਲ ਕੀਤੀ ਨਹੀਂ ਕਿ ਮੈਨੂੰ ਸੁਧਰਨ ਦੀ ਲੋੜ ਹੈ। ਸੋ ਜਦੋਂ ਅਸੀਂ ਆਪਾ ਪੜਚੋਲ ਕਰਨੀ ਸ਼ੁਰੂ ਕਰ ਦਿਆਂਗੇ, ਹਰ ਇੱਕ ਵਿਅਕਤੀ ਆਪੋ ਆਪਣੀ ਕਰੇਗਾ ਅਤੇ ਘਾਟਾਂ ਕਿਤੇ ਨਜ਼ਰ ਹੀ ਨਹੀਂ ਆਉਣਗੀਆਂ। ਸੋ ਉਹਨਾਂ ਚਿਰ ਇਹ ਘਾਟਾਂ ਰਹਿੰਦੀਆਂ ਹਨ ਸਮਾਜ ਦੇ ਵਿੱਚ ਨਿਗਾਰ, ਜਿੰਨਾ ਚਿਰ ਅਸੀਂ ਨਜ਼ਰ ਆਪਣੀ ਉਂਗਲ ਦੂਸਰਿਆਂ ਵੱਲ ਕਰਦੇ ਹਾਂ, ਆਪਣੇ ਵੱਲ ਨਹੀਂ ਕਰਦੇ ਹਾਂ। ਅਸੀਂ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਨਡਾਲਾ ਤੋਂ ਇੱਕ ਵਾਰ ਮਿਰਜ਼ਾਪੁਰ ਤੋਂ ਇਹ ਖਬਰ ਬੜੀ ਆਈ ਹੈ ਜੀ, ਹੈਰਾਨੀ ਕਰਨ ਵਾਲੀ ਇੱਕ ਤਰੀਕੇ ਦੇ ਨਾਲ, ਕਿ ਵਿਅਕਤੀ ਟੋਕੇ 'ਤੇ ਪੱਠੇ ਕੁਤਰ ਰਿਹਾ ਸੀਗਾ, ਲੇਕਿਨ ਕਿ ਪੱਠੇ ਕੁਤਰਦਿਆਂ ਹੀ ਅਜਿਹਾ ਕਿਸੇ ਤਰੀਕੇ ਦੇ ਨਾਲ ਟੋਕੇ ਦੀ ਲਪੇਟ ਦੇ ਵਿੱਚ ਹੀ ਆ ਗਿਆ ਕਿ ਜ਼ਖਮੀ ਹੋ ਗਿਆ। ਗੰਭੀਰ ਹਾਲਤ ਦੇ ਵਿੱਚ ਉਸ ਨੂੰ ਪਹਿਲਾਂ ਸੁਭਾਨਪੁਰ ਲਿਜਾਇਆ ਗਿਆ ਸੀਗਾ, ਉੱਥੋਂ ਉਹਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਸਮਝਿਆ ਜਾ ਰਿਹਾ ਕਿ ਪੱਠੇ ਕੁਤਰਦਿਆਂ ਉਸਨੇ ਢਿੱਲੇ ਕੱਪੜੇ ਪਾਏ ਹੋਏ ਸੀਗੇ, ਜਿਹੜੇ ਕਿ ਕੱਪੜੇ ਕਿਸੇ ਤਰੀਕੇ ਦੇ ਨਾਲ ਹਵਾ ਦੇ ਨਾਲ ਇਸ ਤਰੀਕੇ ਦੇ ਨਾਲ ਰੁੱਖ ਬਣਿਆ ਉਹਨਾਂ ਕੱਪੜਿਆਂ ਦਾ ਕਿ ਉਹ ਟੋਕੇ ਦੇ ਵਿੱਚ ਫਸੇ ਅਤੇ ਇਹ ਵਿਅਕਤੀ ਗੰਭੀਰ ਜ਼ਖਮੀ ਹੋਇਆ ਜੀ। ਜੌਹਲ ਸਾਹਿਬ, ਗੱਲ ਇਹ ਆ ਕਿ ਅੱਜ ਦਾ ਮਸ਼ੀਨਰੀ ਯੁੱਗ ਆ, ਖਾਸ ਤੌਰ 'ਤੇ ਜਿਹੜਾ ਜ਼ਿਮੀਂਦਾਰ ਤਬਕਾ ਇਹਨਾਂ ਨੂੰ ਤਾਂ ਇਹ ਆ ਵੀ ਹੁਣ ਸਾਡੇ ਕੋਲੋਂ ਹੜੰਬੇ ਗਏ, ਕੰਬਾਈਨਾਂ ਆ ਗਈਆਂ ਅਤੇ ਸਾਡਾ ਕੰਮ ਹੋਰ ਸੁਖਾਲਾ ਹੋ ਗਿਆ। ਪਰ ਪੱਠੇ ਕੁਤਰਨ ਵਾਸਤੇ ਅਜੇ ਅਸੀਂ ਮਸ਼ੀਨਾਂ ਰੱਖੀਆਂ ਹੋਈਆਂ। ਪਹਿਲਾਂ ਗੇੜੀਆਂ ਹੁੰਦੀਆਂ ਸੀ ਡੰਗਰਾਂ ਵਾਲੀਆਂ, ਫਿਰ ਹੱਥ ਗੇੜਨ ਵਾਲੀਆਂ ਹੁੰਦੀਆਂ ਸੀਗੀਆਂ, ਹੁਣ ਆ ਗਏ ਸਾਡੇ ਮੋਟਰਾਂ 'ਤੇ ਜਾਂ ਇੰਜਣਾਂ ਦੇ ਨਾਲ ਉੱਤੇ ਟੋਕੇ ਲੱਗੇ ਹੋਏ ਆ, ਤੇਜ਼ ਰਫ਼ਤਾਰ ਹੁੰਦੇ ਆ। ਇਸ ਕਰਕੇ ਜੌਹਲ ਸਾਹਿਬ ਜਿਹੜਾ ਅਸੀਂ ਪੱਠੇ ਕੁਤਰਨੇ ਹੁੰਦੇ ਆ, ਰੁੱਗ ਲਾਉਣ ਵਾਸਤੇ ਸਾਨੂੰ ਇਹ ਆ ਵੀ ਘੱਟੋ ਘੱਟ ਇੰਨਾ ਕੁ ਸੁਚੇਤ ਹੋਣ ਦੀ ਲੋੜ ਆ ਕਿ ਸਾਡੇ ਕੱਪੜੇ ਜਿਹੜੇ ਆ ਅਸੀਂ ਉੱਦਾਂ ਦੇ ਖੁੱਲ੍ਹੇ ਨਾ ਪਾਈਏ, ਜਾਂ ਕਈ ਵਾਰੀ ਪੂਰੀਆਂ ਬਾਹਾਂ ਵਾਲੀ ਕਮੀਜ਼ ਹੁੰਦੀ ਆ, ਬਟਨ ਨਾ ਲੱਗਾ ਹੋਵੇ, ਜਾਂ ਕੋਈ ਸਿਰ 'ਤੇ ਕੱਪੜਾ ਇੱਦਾਂ ਦਾ ਲੈ ਗਿਆ ਹੋਵੇ। ਸੋ ਇਹਨਾਂ ਗੱਲਾਂ ਤੋਂ ਬਚਣ ਦੀ ਲੋੜ ਆ ਕਿ ਘੱਟ ਕੱਪੜਾ ਪਾਇਆ ਜਾਵੇ। ਬਾਹਾਂ ਜਿਹੜੀਆਂ ਉਹ ਸਾਡੀਆਂ ਬਿਲਕੁਲ ਐਨ ਜਿਹੜੀਆਂ ਆ ਉਹ ਕੱਪੜਾ ਕੋਈ ਬਾਂਹ 'ਤੇ ਨਾ ਹੋਵੇ ਤਾਂ ਬਚ ਸਕਦੇ ਹਾਂ। ਬਾਕੀ ਸੁਚੇਤ ਹੋਣ ਦੀ ਲੋੜ ਆ। ਕਈ ਵਾਰੀ ਅਸੀਂ ਢਿੱਲਾ ਹੁੰਦਾ ਵੀ ਹੱਥ ਸਾਡਾ ਅੱਗੇ ਹੁੰਦਾ ਅਤੇ ਮਸ਼ੀਨ ਇੰਨੀ ਤੇਜ਼ ਚੱਲਦੀ ਆ ਕਿ ਉਹ ਗਾਂਹ ਵੀ ਜਾ ਸਕਦਾ। ਅਸੀਂ ਆਪਣੀ ਅਣਗਹਿਲੀ ਕਰਕੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਾਂ। ਲੋੜ ਹੈ ਘੱਟ ਤੋਂ ਘੱਟ ਕੱਪੜੇ ਦੀ ਵਰਤੋਂ ਕਰਨ ਦੀ, ਔਰ ਇਹ ਗੱਲ ਹੈ ਕਿ ਜਿਹੜੇ ਢਿੱਲੇ ਬਿਲਕੁਲ ਨਾ ਪਾਏ ਜਾਣ, ਖੁੱਲ੍ਹੇ, ਵੀ ਜਿਹੜਾ ਸਾਡਾ ਕੋਈ ਨਾ ਕੋਈ ਕੱਪੜਾ ਉੱਡ ਕੇ ਜਾਂ ਚੱਕਰ ਦੇ ਵਿੱਚ ਆ ਜਾਏ ਜਾਂ ਗਰਾਰੀਆਂ ਦੇ ਵਿੱਚ ਫਸ ਜਾਏ ਜਿੱਥੇ ਰੁਕ ਜਾਂਦੇ ਆ ਪਾੜਚੇ ਰਾਹੀਂ। ਇਹਨਾਂ ਗੱਲਾਂ ਦੀ ਸਾਨੂੰ ਇਹ ਖਬਰ ਜਿਹੜੀ ਸੁਚੇਤ ਕਰਦੀ ਆ ਕਿ ਜਿਹੜਾ ਹਾਦਸਾ ਵਾਪਰਿਆ ਇਹ ਮੈਂ ਸਮਝਦਾ ਕਿ ਅਣਗਹਿਲੀ ਕਰਕੇ ਜਾਂ ਖੁੱਲ੍ਹੇ ਢਿੱਲੇ ਕੱਪੜਿਆਂ ਕਰਕੇ ਵਾਪਰਿਆ ਜੀ। ਬਿਲਕੁਲ ਜੀ, ਸੁਚੇਤ ਹੋਣ ਦੀ ਬਹੁਤ ਲੋੜ ਹੈ। ਇਸ ਦੇ ਨਾਲ ਹੀ ਇਹ ਸਾਵਧਾਨੀਆਂ ਵਰਤਣ ਦੇ ਨਾਲ ਜਿਸ ਵੇਲੇ ਪੱਠੇ ਕੁਤਰੇ ਜਾ ਰਹੇ ਹਨ, ਖਾਸ ਤੌਰ 'ਤੇ ਕੋਈ ਕੰਮ ਅਜਿਹਾ ਕੀਤਾ ਜਾ ਰਿਹਾ ਹੈ ਕਿ ਜੇ ਅਣਗਹਿਲੀ ਵਰਤੀ ਗਈ ਤਾਂ ਜਾਨ ਦਾ ਖਤਰਾ ਹੋ ਸਕਦਾ ਹੈ। ਕਿ ਕਈ ਵਾਰੀ ਸੋਚਾਂ ਦੀਆਂ ਗੂੰਦਾਂ ਗੁੰਦਦਿਆਂ ਵੀ ਲੋਕ ਜਿਹੜਾ ਕੰਮ ਕਰਦੇ ਹੁੰਦੇ ਨੇ ਉੱਥੇ ਪ੍ਰੈਜ਼ੈਂਸ ਆਫ ਮਾਈਂਡ ਨਹੀਂ ਹੋਇਆ ਕਰਦੀ। ਸੋ ਮਾਨਸਿਕ ਤੌਰ 'ਤੇ ਵਿਅਕਤੀ ਉੱਥੇ ਨਹੀਂ ਹੁੰਦਾ, ਸਰੀਰਕ ਤੌਰ 'ਤੇ ਉਹ ਕੰਮ ਵੀ ਕਰਦਾ ਰਹਿੰਦਾ ਉਸੇ ਰੂਟੀਨ ਦੇ ਵਿੱਚ, ਲੇਕਿਨ ਕਿ ਸੋਚ ਕਿਤੇ ਹੋਰ ਗਈ ਹੁੰਦੀ ਹੈ। ਇਸੇ ਦੌਰਾਨ ਵੀ ਫਿਰ ਹਾਦਸੇ ਕਾਫੀ ਅਜਿਹੇ ਦਰਦਨਾਕ ਵਾਪਰਦੇ ਨੇ, ਜਿਸ ਤਰ੍ਹਾਂ ਕਿ ਇਸ ਵਿਅਕਤੀ ਦੇ ਨਾਲ ਟੋਕੇ 'ਤੇ ਪੱਠੇ ਕੁਤਰਦਿਆਂ ਵਾਪਰਿਆ ਹੈ ਇਹ ਹਾਦਸਾ। ਅਸੀਂ ਸਾਹਨੇਵਾਲ ਤੋਂ ਖਬਰ ਲੈ ਰਹੇ ਹਾਂ ਜੀ। ਇਹ ਬੜੀ ਖਬਰ ਆਈ ਹੈ ਵੈਸੇ ਕਿ 3 ਬੰਦੇ ਪਹਿਲਾਂ ਤਾਂ ਇਕੱਠੇ ਸੀਗੇ ਨੌਜਵਾਨ, ਹਾਂਜੀ, ਇਕੱਠਿਆਂ ਨੇ ਸਰੀਆ ਚੋਰੀ ਕੀਤਾ ਕਿਤੋਂ, ਮੁੜ ਕੇ ਉਹ ਸਰੀਆ ਉਹਨਾਂ ਨੇ ਵੇਚ ਲਿਆ। ਸਰੀਆ ਵੇਚਣ ਦੇ ਲਈ ਲੁਕ ਛਿਪ ਕੇ ਇੱਕ ਜਗ੍ਹਾ 'ਤੇ ਚਲੇ ਗਏ ਕਿ ਅਸੀਂ ਇਹ ਪੈਸੇ ਆਪਸ ਵਿੱਚ ਵੰਡ ਲਈਏ। ਪੈਸੇ ਵੰਡਣ ਤੋਂ ਅਜਿਹਾ ਆਪਸ ਵਿੱਚ ਲੜੇ ਕਿ 3 ਸਾਥੀਆਂ ਨੇ ਹਾਂਜੀ ਪਹਿਲਾਂ ਤਾਂ ਚੋਰੀ ਠੱਗੀ ਇਕੱਠੇ ਹੀ ਕਰਦੇ ਸੀਗੇ, ਪਰ ਇੱਕ ਨੇ ਫਿਰ ਬਾਕੀ ਆਪਣੇ ਨਾਲ ਦੇ ਦੋਨਾਂ ਨੂੰ ਹੀ ਇਸ ਕਰਕੇ ਮਾਰ ਦਿੱਤਾ ਕਿ ਜਿਹੜਾ ਉਹ ਸਰੀਏ ਦਾ ਚੋਰੀ ਕੀਤੇ ਦਾ ਪੈਸਾ ਸੀਗਾ ਉਹ ਵੰਡ ਨਾ ਸਕੇ। ਸੋ ਇੱਕ ਚੋਰ ਨੇ ਕਹਿ ਲਓ ਕਿ ਆਪਣੇ ਨਾਲ ਦੇ 2 ਚੋਰ ਮਾਰੇ ਜੀ। ਜੌਹਲ ਸਾਹਿਬ, ਗੱਲ ਇਹ ਆ ਕਿ ਅਖੀਰ ਇਹ ਪੈਸਾ ਹੀ ਪ੍ਰਧਾਨ ਹੋਇਆ। ਉੱਥੇ ਚੋਰਾਂ ਦੀ ਯਾਰੀ ਜਾਂ ਉਹਨਾਂ ਦਾ ਏਕਤਾ ਜਿਹੜੀ ਆ ਉਹ ਵੀ ਉੱਥੇ ਕੰਮ ਨਹੀਂ ਕੀਤਾ।
ਸੋ ਆਪਸੀ ਜਿਹੜਾ ਪੈਸੇ ਦੇ ਲਾਲਚ ਖਾਤਰ ਜਿਹੜਾ ਉਹ ਵੰਡ ਵਡਾਈਏ ਤੋਂ ਇੱਥੋਂ ਤੱਕ ਨੌਬਤ ਗਈ ਕਿ ਦੋਵੇਂ ਮਾਰ ਦਿੱਤੇ। ਸੋ ਪੈਸਾ ਇਹ ਲਾਲਚ ਕਿਸੇ ਦਾ ਲਿਹਾਜ਼ ਨਹੀਂ ਕਰਦਾ ਹੈ। ਇਸ ਖਬਰ ਤੋਂ ਇਹੀ ਸਾਬਤ ਹੋਇਆ, ਚਾਹੇ ਉਹ ਕੋਈ ਵੀ ਧੰਦਾ ਕਰ ਲਏ, ਚਾਹੇ ਚੋਰੀ ਦਾ ਕਰ ਲਏ, ਚਾਹੇ ਡਕੈਤੀ ਦਾ ਕਰ ਲਏ, ਚਾਹੇ ਕੋਈ ਹੋਰ ਚੰਗਾ ਕੰਮ ਕਰ ਲਏ, ਜਦੋਂ ਸਾਡੇ ਮਨ ਦੇ ਵਿੱਚ ਇਹ ਲਾਲਚ ਆਉਣਾ ਕਿ ਪੈਸੇ ਜਿਹੜੇ ਆ ਉਹ ਮੇਰੇ ਹੱਥ ਹੀ ਆਉਣ, ਦੂਸਰੇ ਨੂੰ ਨਾ ਆਉਣ, ਤਾਂ ਇਹ ਅਕਸਰ ਜਿਹੜੀ ਆ ਇੱਥੋਂ ਤੱਕ ਨੌਬਤ ਆਉਂਦੀ ਦਿਸਦੀ ਹੈ ਜੀ। ਬਿਲਕੁਲ ਜੀ। ਲੇਕਿਨ ਕਿ ਇੰਗਲੈਂਡ ਤੋਂ ਵੀ ਸਾਡੇ ਕੋਲ ਇਹੀ ਖਬਰ ਹੈ ਕਿ ਇੱਕ ਪੰਜਾਬੀ ਨੌਜਵਾਨ ਦਾ ਉੱਥੇ ਕਤਲ ਹੋਇਆ ਜੀ, 33 ਕੁ ਸਾਲ ਦਾ ਨੌਜਵਾਨ। ਸੋ ਚਾਕੂ ਉਸ ਦੇ ਮਾਰਿਆ ਹੋਇਆ ਸੀਗਾ ਅਤੇ ਚਾਕੂ ਮਾਰਨ ਤੋਂ ਬਾਅਦ ਉਸ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਕਾਤਲ ਤਾਂ ਹੋ ਗਿਆ ਫਰਾਰ। ਸੋ ਜ਼ਖਮੀ ਹਾਲਤ ਦੇ ਵਿੱਚ ਲੇਕਿਨ ਕਿ ਇਸ ਨੌਜਵਾਨ ਦੀ ਜਾਨ ਬਚਾਈ ਨਾ ਜਾ ਸਕੀ, ਲੇਕਿਨ ਕਿ ਹਮਲਾਵਰ ਅਜੇ ਤੱਕ ਫਰਾਰ ਹੈ। ਅਤੇ ਇੰਗਲੈਂਡ ਤੋਂ ਇੱਕ ਹੋਰ ਖਬਰ ਹੈ ਜੀ ਸਾਡੇ ਕੋਲ ਕਮਾਲ ਦੀ, ਵੈਸੇ ਕਿ ਕਈ ਸਾਡੇ ਇੱਥੋਂ ਲੋਕ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਨੇ, ਉੱਥੇ ਜਾ ਕੇ ਫਿਰ ਪੱਕੇ ਹੋਣ ਲਈ ਹੱਥ ਪੈਰ ਮਾਰਦੇ ਨੇ। ਜੇ ਵਰਕ ਵੀਜ਼ਾ 'ਤੇ ਗਏ ਹੋਣ ਅਤੇ ਵਰਕ ਪਰਮਿਟ ਦੀ ਮਿਆਦ ਵਧਾਉਣਾ ਚਾਹੁੰਦੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਟਿਕੇ ਰਹਿਣਾ ਚਾਹੁੰਦੇ ਨੇ, ਅਤੇ ਫਿਰ ਉਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਣ ਦੇ ਲਈ ਕਈ ਲੋਕ ਅੱਗੇ ਆ ਜਾਂਦੇ ਨੇ। ਜਿੱਦਾਂ ਕਿ ਪਤੀ ਅਤੇ ਪਤਨੀ ਇਹਨਾਂ ਨੇ ਇੱਕ ਕੰਪਨੀ ਖੋਲ੍ਹੀ ਹੋਈ ਸੀਗੀ, ਇਮੀਗ੍ਰੇਸ਼ਨ ਗੁਰੂ ਉਹਦਾ ਨਾਂ ਰੱਖਿਆ ਹੋਇਆ ਸੀਗਾ, ਅਤੇ ਇਹ ਆਪਣੇ 'ਚ ਤੋਂ ਦਾਅਵਾ ਇਹ ਕਰਦੇ ਸੀਗੇ ਕਿ ਵਰਕ ਪਰਮਿਟ ਦੀ ਮਿਆਦ ਵਧਵਾ ਸਕਦੇ ਆ, ਇਹ ਕੱਚਿਆਂ ਨੂੰ ਪੱਕੇ ਕਰਵਾ ਸਕਦੇ ਆ। ਸੋ ਅਲੱਗ ਤਰ੍ਹਾਂ ਦੇ ਲਾਰੇ ਲਗਾ ਕੇ ਸਕੀਮਾਂ ਬਾਰੇ ਦੱਸ ਕੇ ਇੱਕ ਕੇਸ ਦੇ ਵਿੱਚ ਹੀ ਕਈ ਵਾਰੀ ਇਹ 3000 ਪਾਉਂਡ 5000 ਪਾਉਂਡ, ਸੋ ਜਿੰਨਾ ਕੁ ਹੱਥ ਪੈਂਦਾ ਸੀਗਾ ਉਹਨਾਂ ਕੇ ਲੈ ਕੇ ਤੈਅ ਕਰਕੇ ਅਤੇ ਕੰਮ ਕਰਾਉਣ ਦੀ ਗੱਲ ਕਰਦੇ ਸੀਗੇ। ਵੱਡੀ ਤਾਦਾਦ ਦੇ ਵਿੱਚ ਸਨ 2000 ਤੋਂ ਇਹ ਲੱਗੇ ਹੋਏ ਸੀਗੇ। ਇਹਨਾਂ ਨੇ ਕਾਫੀ ਸਾਰੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਭਰਮਾ ਕੇ ਠੱਗਿਆ ਵੀ ਹੈ, ਅਤੇ ਹੁਣ ਤਾਂ ਅਦਾਲਤ ਦੇ ਵਿੱਚ ਸਾਬਤ ਹੋ ਗਿਆ। ਪਤੀ ਨੂੰ ਅਦਾਲਤ ਨੇ ਦਿੱਤੀ ਹੈ ਸਰਦਾਰ ਖੱਖ ਜੀ 10 ਸਾਲ ਦੀ ਕੈਦ, ਉਸ ਦੀ ਪਤਨੀ ਨੂੰ ਦਿੱਤੀ ਹੈ ਇਸੇ ਕੰਮ ਦੇ ਵਿੱਚ ਮਦਦ ਕਰਨ ਕਰਕੇ 15 ਸਾਲ ਦੀ ਕੈਦ। ਉਸ ਤੋਂ ਬਾਅਦ ਕੀ ਹੋਵੇਗਾ, ਇਹ ਦੋਨੇ ਹੀ ਉੱਥੇ ਹਾਂਜੀ ਇੰਗਲੈਂਡ ਦੇ ਵਿੱਚ ਲੋਕਾਂ ਨੂੰ ਕਹਿੰਦੇ ਸੀਗੇ ਕਿ ਤੁਹਾਨੂੰ ਪੱਕੇ ਕਰਾਉਣੇ ਆ, ਲਿਆਓ ਸਾਨੂੰ ਪੈਸੇ ਦਿਓ, ਅਤੇ ਹੁਣ ਇਹ ਸਜ਼ਾ ਵੀ ਭੁਗਤਣਗੇ। ਉਸ ਤੋਂ ਬਾਅਦ ਭਾਰਤ ਵਾਪਸ ਭੇਜੇ ਜਾਣਗੇ ਜੀ। ਜੌਹਲ ਸਾਹਿਬ ਗੱਲ ਇਹ ਆ ਕਿ 10 ਸਾਲ ਹੋ ਗਏ ਆ ਇਹਨਾਂ ਨੂੰ ਜੀ। ਹਾਂਜੀ 10 ਸਾਲ ਤੋਂ ਇਹ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਆ ਆਪਣੇ ਪੱਕੇ ਹੋਣ ਦੇ, ਅਜੇ ਉਹ 10 ਸਾਲਾਂ ਤੱਕ ਇਹ ਮੈਂ ਸਮਝਦਾ ਕਿ ਟਾਲਮ ਟੋਲ ਦੇ ਵਿੱਚ ਹੀ ਇੰਨੇ ਸਾਲ ਲੰਘ ਗਏ, ਔਰ ਹੋਰ ਸ਼ਿਕਾਰ ਫਸਦੇ ਗਏ, ਉਹ ਇਕੱਠੇ ਹੁੰਦੇ ਗਏ। ਅਖੀਰ ਜਿਹੜੇ ਆ ਉਹ ਲੋਕੀ ਇਕੱਠੇ ਹੋ ਕੇ ਇਹਨਾਂ ਦੇ ਗਲ ਪਏ ਜਾਂ ਕੇਸ ਕੀਤਾ, ਜੋ ਵੀ ਹੋਇਆ, ਔਰ ਨੌਬਤ 'ਤੇ ਸਜ਼ਾ ਤੱਕ ਆ ਗਈ। ਸੋ ਮੈਂ ਸਮਝਾਂ ਕਿ ਲੋਕਾਂ ਨੇ ਅਜੇ ਇੰਨੇ ਗੱਲ ਦੀ ਇੰਤਜ਼ਾਰ ਨਹੀਂ ਕੀਤੀ, ਜਿਹੜੇ ਇਹ ਲੋਕ ਪੈਸੇ ਦਿੰਦੇ ਰਹੇ, ਵੀ ਪਹਿਲਿਆਂ ਦਾ ਕੀ ਬਣਿਆ। ਸੋ ਅਸੀਂ ਭੇਡ ਚਾਲ ਵਾਲੀ ਗੱਲ ਜਿਹੜੀ ਆ ਉਹੀ ਇੱਥੇ ਆਈ ਆ, ਵੀ ਅਸੀਂ ਇੱਕ ਦੂਜੇ ਤੋਂ ਅੱਗੇ ਜਾ ਕੇ ਉਹਨਾਂ ਨੂੰ ਪੈਸੇ ਦਿੰਦੇ ਰਹੇ, ਇਹ ਨਹੀਂ ਸੋਚਿਆ ਕਿ ਉਹਨਾਂ ਪਹਿਲਿਆਂ ਦਾ ਕੀ ਬਣਿਆ, ਜਾਂ ਅਸੀਂ ਉਹਨਾਂ ਦੀ ਉਡੀਕ ਕਰ ਲਈਏ ਵੀ ਜੇ ਉਹਨਾਂ ਦਾ ਕੁਝ ਬਣੇਗਾ ਤਾਂ ਤਾਂ ਹੀ ਅਸੀਂ ਅੱਗੇ ਮਤਲਬ ਫੈਸਲਾ ਕਰਾਂਗੇ। ਸੋ ਇਹ ਸਾਡੀ ਹੈਗੀ ਅੰਧ ਵਿਸ਼ਵਾਸ, ਅੰਨਾ ਵਿਸ਼ਵਾਸ ਕਰ ਲੈਣਾ, ਅਤੇ ਫਿਰ ਅਸੀਂ ਇਹ ਦੇਖਣਾ ਕਿ ਹੋ ਸਕਦਾ ਯਾਰ ਇਹਦਾ ਤਾਂ ਸ਼ਾਇਦ ਨਾ ਬਣੇ, ਮੇਰਾ ਪਹਿਲਾਂ ਬਣ ਜਾਵੇ। ਸੋ ਠੱਗ ਤਾਂ ਹਰ ਕਿਸਮ ਦੇ ਹਰ ਥਾਂ ਹੀ ਬੈਠੇ ਹੁੰਦੇ ਆ, ਲੋੜ ਹੈ ਸਾਡੀ ਆਪਣੀ, ਅਸੀਂ ਸਮਝਦੇ ਹਾਂ ਜਾਂ ਨਹੀਂ ਸਮਝਦੇ। ਸੋ ਇਹ ਹੈ ਵੀ ਜੇ ਅਖੀਰ ਉਹ ਫਸ ਗਏ ਆ ਅਤੇ ਉਹ ਹੁਣ ਦੇਣੇ ਦੇ ਲੈਣੇ ਦੇ ਦੇਣੇ ਪੈ ਗਏ। ਸੋ ਇਹ ਆ ਵੀ ਸਾਡੇ ਲੋਕਾਂ ਨੇ ਕੀ ਸੋਚਿਆ, ਅਜੇ ਤੱਕ ਮੈਂ ਨਹੀਂ ਸਮਝਿਆ ਕਿ 10 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਲੋਕ ਅਜੇ ਜਿਹਨਾਂ ਪਹਿਲਾਂ ਪੈਸੇ ਦਿੱਤੇ ਸੀ ਉਹਨਾਂ ਨੇ ਪਹਿਲਾਂ ਕਿਉਂ ਆਵਾਜ਼ ਨਹੀਂ ਉਠਾਈ। ਬਿਲਕੁਲ ਜੀ। ਸੋ ਪਾਕਿਸਤਾਨੀ ਸੁੰਦਰੀ ਦੀ ਗੱਲ ਕਰ ਰਹੇ ਸੀ ਉਹ, ਅਤੇ ਠੱਗ ਠੁੱਗ ਕੇ ਲੋਕਾਂ ਨੂੰ ਬੜੇ ਵਧੀਆ ਪਾਕਿਸਤਾਨ ਆ ਗਏ ਆ ਅਤੇ ਕਹਿ ਰਹੇ ਹੋਣਗੇ ਕਿ ਅਸੀਂ ਅਮਰੀਕਾ ਤੋਂ ਆਏ ਹਾਂ ਜੀ। ਅਤੇ ਹੁਣ ਇਹ ਤਾਂ ਲੇਕਿਨ ਕਿ ਠੱਗਿਆ ਤਾਂ ਇਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ, ਲੇਕਿਨ ਕਿ ਠੱਗੇ ਗਏ ਲੋਕਾਂ ਦੀ ਖੁਸ਼ਕਿਸਮਤੀ ਕਹਿ ਲਓ, ਇਹਨਾਂ ਦੀ ਆਪਣੀ ਬਦਕਿਸਮਤੀ ਕਹਿ ਲਓ ਵੀ ਉੱਥੇ ਕਾਬੂ ਆ ਗਏ ਅਤੇ ਹੁਣ 10 ਸਾਲ ਕੈਦ ਭੁਗਤਣਗੇ, ਅਤੇ ਉਸ ਤੋਂ ਬਾਅਦ ਭਾਰਤ ਡਿਪੋਰਟ ਕੀਤੇ ਜਾਣਗੇ ਬਿਰੰਗ ਆ ਕੇ, ਅਤੇ ਇਹ ਵੀ ਉੱਥੋਂ ਕਹਿਣਗੇ ਨਾ ਕਿ ਅਸੀਂ ਇੰਗਲੈਂਡ ਤੋਂ ਆਏ ਹਾਂ ਜੀ। ਸੋ ਇਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਲੋਕ ਜੋ ਹਨ ਚੰਗੇ ਹਨ, ਆ ਕੇ ਇੱਥੇ ਚੰਗਾ ਲੋਕਾਂ ਨੂੰ ਹਾਂਜੀ ਚੰਗਾ ਜੀਵਨ ਉੱਧਰ ਦੀ ਜਾਂਚ ਦੱਸਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਗੱਲ ਕਰਦੇ ਆ, ਲੇਕਿਨ ਕਿ ਉਹਨਾਂ ਦਾ ਕੀਤਾ ਕਰਾਇਆ ਕਈ ਵਾਰੀ ਉਹਨਾਂ ਅਸਰ ਨਹੀਂ ਕਰਦਾ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਬਦਨਾਮ ਹੋ ਕੇ ਉੱਥੋਂ ਆਉਂਦੇ ਆ, ਕੇਸਾਂ ਦੇ ਵਿੱਚ ਘਿਰ ਕੇ ਆਉਂਦੇ ਆ, ਡਿਪੋਰਟ ਹੋ ਕੇ ਆਉਂਦੇ ਆ, ਵਾਪਸ ਨਹੀਂ ਜਾ ਸਕਦੇ ਹਨ। ਅਤੇ ਫਿਰ ਜਿਹੜੇ ਲੋਕ ਇੱਥੇ ਚੰਗੇ ਕੰਮ ਕਰਨ ਆਉਂਦੇ, ਕਈ ਵਾਰੀ ਲੋਕ ਉਹਨਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਹੀ ਦੇਖਦੇ ਨੇ ਕਿ ਆਇਆ ਹੋਇਆ ਜੀ, ਆਈ ਹੋਈ ਹੈ, ਇੰਨੇ ਸਮੇਂ ਤੋਂ ਵਾਪਸ ਨਹੀਂ ਗਿਆ, ਵਾਪਸ ਨਹੀਂ ਗਈ, ਉੱਥੋਂ ਛੱਡ ਕੇ ਕੋਈ ਨਹੀਂ ਆਉਂਦਾ, ਅਤੇ ਇਹਦਾ ਕੋਈ ਉੱਥੇ ਗਲਤ ਕੰਮ ਹੀ ਹੋਣਾ। ਸੋ ਇਸ ਤਰੀਕੇ ਦੀ ਕਈ ਵਾਰੀ ਸਾਰਿਆਂ ਦੇ ਬਾਰੇ ਇੱਕੋ ਜਿਹੀ ਰਾਏ ਬਣਾ ਲਈ ਜਾਂਦੀ ਹੈ। ਪਰ ਜਿਸ ਤਰੀਕੇ ਦੇ ਨਾਲ ਪੱਛਮੀ ਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੇਸ ਟੂ ਕੇਸ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੁੰਦੇ ਨੇ ਫੈਸਲੇ, ਇਸੇ ਤਰੀਕੇ ਦੇ ਨਾਲ ਹਰ ਵਿਅਕਤੀ ਦਾ ਚੱਜ ਆਚਾਰ ਦੇਖ ਕੇ ਉਸ ਦੇ ਕਿਰਦਾਰ ਦੇ ਅਨੁਸਾਰ ਹੀ ਉਸ ਦੇ ਬਾਰੇ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਕੁਝ ਇੱਕ ਖਬਰਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਕਰ ਰਹੇ ਸੀ ਵਿਚਾਰ, ਅਤੇ ਸਰਦਾਰ ਨਿਰਮਲ ਸਿੰਘ ਜੀ ਖੱਖ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਸੀ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ 'ਚ ਆਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਅਤੇ ਦਰਸ਼ਕਾਂ ਤੋਂ ਅਸੀਂ ਇੱਥੇ ਲੈਂਦੇ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।